सोल जर्नी यूट्यूब चैनल 'ਚ ਆਪ ਸਭੀ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਾਬੀ ਪੋਡਕਾਸਟ ਸੀਰੀਜ਼ ਦੇ ਵਿੱਚ ਮਾਈ ਸੋਲ ਜਰਨੀ 'ਚ ਅਸੀਂ ਜਿੱਥੇ ਗੱਲਬਾਤ ਕਰਦੇ ਹਾਂ ਰੂਹਾਨੀਅਤ, ਆਤਮਿਕ ਸਫ਼ਰ ਤੇ ਆਪਣੇ ਅਸਲ ਅਸਤਿਤਵ ਦੀ ਖੋਜ ਤੇ ਪਹਿਚਾਨ ਦੇ ਬਾਰੇ। ਸਾਡੇ ਨਾਲ ਅੱਜ ਜੁੜ ਰਹੇ ਨੇ ਹਰਸ਼ਰਨ ਕੌਰ ਜੀ ਓਨਟਾਰੀਓ ਤੋਂ। ਉਹਨਾਂ ਦੀ ਆਪਣੀ ਇੱਕ ਪਹਿਚਾਨ ਹੈਗੀ ਹੈ। ਉਹਨਾਂ ਨੇ ਕਈ ਕਿਤਾਬਾਂ ਨੂੰ ਟ੍ਰਾਂਸਲੇਟ ਕੀਤਾ ਹੈ ਪੰਜਾਬੀ 'ਚ। ਇੱਕ ਖਾਸ ਕਿਤਾਬ ਹੈਗੀ ਹੈ ਲਾਈਫ ਇਨ ਮਲਟੀਵਰਸ, ਜਿਹੜੀ ਕਿ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਦਾ ਗਿਆਨ ਹੈ ਤੇ ਉਹਨਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਉਹਨੂੰ ਉਸ ਬੁੱਕ ਨੂੰ ਟ੍ਰਾਂਸਲੇਟ ਵੀ ਕੀਤਾ ਹੈ ਤੇ ਉਹਨੂੰ ਵੌਇਸ ਵੀ ਦਿੱਤੀ ਹੈ। ਆइए ਸਿੱਖਦੇ ਹਾਂ ਉਹਨਾਂ ਦੇ ਕੋਲੋਂ। परम शांति हरशरण भैन जी। परम शांति बहुत बहुत स्वागत है। थैंक यू ਤੁਸੀਂ ਸਾਡੇ ਪੋਡਕਾਸਟ 'ਚ ਆਏ ਆਪਣੀ ਸੋਲ ਜਰਨੀ ਸ਼ੇਅਰ ਕਰਨ ਵਾਸਤੇ। ਆਈ ਐਮ ਸੋ ਗ੍ਰੇਟਫੁਲ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਤੁਸੀਂ ਇਨਵਾਈਟ ਕੀਤਾ। ਮਾਂ ਬਾਪੂ ਜੀ ਦਾ ਬਹੁਤ ਧੰਨਵਾਦ, ਕੋਟੀ ਕੋਟੀ ਨਮਨ ਹੈ ਉਹਨਾਂ ਨੂੰ ਜੀ। ਪਰਮ ਸ਼ਾਂਤੀ ਜੀ। ਤੇ ਥੋੜਾ ਜਿਹਾ ਮੈਂ ਤੁਹਾਡੇ ਬਾਰੇ ਦੱਸਿਆ ਹੈ ਤੇ ਤੁਸੀਂ ਆਪਣੀ ਪਰਸਨਲ ਜਿਹੜੀ ਤੁਹਾਡੀ ਜਰਨੀ ਰਹੀ ਹੈ, ਤੁਸੀਂ ਬਚਪਨ ਤੋਂ ਲੈ ਕੇ ਫਿਰ ਤੁਸੀਂ ਕੈਨੇਡਾ ਆਏ, ਕੀ ਤੁਹਾਡੀ ਸਟੋਰੀ ਕੀ ਹੈ, ਜਰਨੀ ਕੀ ਹੈਗੀ ਹੈ ਜਿਹਨੇ ਕਿ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਸਪਿਰਿਚੁਅਲ ਰੂਹਾਨੀ ਲਾਈਨ ਦੇ ਵਿੱਚ ਆਉਣ ਵਾਸਤੇ? ਸ਼ੁਰੂ 'ਚ ਤਾਂ ਜਿਸ ਤਰ੍ਹਾਂ ਬਚਪਨ ਤੋਂ ਮੇਰੇ ਜਿਹੜੇ ਫੈਮਿਲੀ ਬੈਕਗਰਾਉਂਡ ਰਹੀ ਹੈ ਉਹ ਕਾਫੀ ਸਪਿਰਿਚੁਅਲ ਰਹੀ ਹੈ। ਕਾਫੀ ਸਾਡੀ ਫੈਮਿਲੀ ਜਿਹੜੀ ਸੀ ਪਰਮਾਤਮਾ ਨੂੰ ਮੰਨਣ ਵਾਲੀ ਔਰ ਭਗਤੀ ਕਰਨ ਵਾਲੀ, ਜਿਨ੍ਹਾਂ ਵਿੱਚੋਂ ਖਾਸ ਕਰਕੇ ਮੇਰੇ ਮਦਰ ਦਾ ਸਪੈਸ਼ਲ ਰੋਲ ਰਿਹਾ ਹੈ ਕਿਉਂਕਿ ਮੇਰੇ ਫਾਦਰ ਤਾਂ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤੇ ਮੇਰੇ ਫਾਦਰ ਜਿਹੜੇ ਸੀ ਉਹ ਬਸ ਜਿਸ ਤਰ੍ਹਾਂ ਨਾਰਮਲ ਪਾਠ ਕਰੀਦਾ ਪਰ ਕਰਦੇ ਜ਼ਰੂਰ ਸੀ। ਬਚਪਨ ਤੋਂ ਅਸੀਂ ਜ਼ਰੂਰ ਸੁਣਦੇ ਸੀ, ਕਿਸ ਵੇਲੇ ਸਾਡੀ ਅੱਖ ਖੁੱਲ੍ਹਣੀ ਤੇ ਆਵਾਜ਼ ਪੈਂਦੀ ਸੀ ਉਹਨਾਂ ਦੀ। ਤੇ ਮਦਰ ਸਾਡੇ ਜ਼ਿਆਦਾ ਸੀਗੇ, ਉਹਨਾਂ ਨੇ ਫਿਰ ਜਿਸ ਤਰ੍ਹਾਂ ਕੀਰਤਨ ਸਿੱਖਿਆ। ਅਸੀਂ ਛੋਟੀਆਂ ਸੀ ਤੇ ਸਾਨੂੰ ਕਹਿਣਾ ਵੀ ਤੁਸੀਂ ਵੀ ਪਾਠ ਕਰਿਆ ਕਰੋ, ਸਾਨੂੰ ਥੋੜਾ ਲਗਾਉਣਾ ਚੀਜ਼ਾਂ 'ਚ, ਗੁਰਦੁਆਰੇ ਭੇਜਣਾ ਔਰ ਗੁਰਦੁਆਰੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਕੰਪੀਟੀਸ਼ਨ। ਤਾਂ ਫਿਰ ਉਹ ਕੀਰਤਨ ਵੀ ਕਰਦੇ ਸੀਗੇ ਤੇ ਪਾਠ ਦੀ, ਅਖੰਡ ਪਾਠ ਸਾਹਿਬ ਦੀ ਡਿਊਟੀਆਂ ਵੀ ਦਿੰਦੇ ਸੀਗੇ। ਹੁਣ ਇਸ ਸਮੇਂ ਉਹ ਆਪਣਾ ਸਵਰਗਵਾਸੀ ਹੋ ਗਏ ਨੇ ਤੇ ਲੇਕਿਨ ਉਹਨਾਂ ਨੇ ਸਾਨੂੰ ਕਾਫੀ ਇੰਸਪਾਇਰ ਕੀਤਾ। ਫਿਰ ਮੇਰਾ ਉੱਥੋਂ ਚੱਲਦੀ ਰਹੀ ਜਰਨੀ ਤੇ ਬਾਅਦ ਚੋਂ ਫਿਰ ਕੁਛ ਮੇਰੀ ਐਜੂਕੇਸ਼ਨ ਜਿਹੜੀ ਸੀਗੀ ਉਹ ਹਿੰਦੀ ਆਨਰਸ ਰਹੀ ਹੈ। BA ਕੀਤੀ ਮੈਂ ਉਸ 'ਚ, ਸਪੈਸ਼ਲਾਈਜੇਸ਼ਨ ਹਿੰਦੀ 'ਚ। ਤੇ ਜਿਹੜਾ ਹਿੰਦੀ ਦਾ ਸਿਲੇਬਸ ਸੀ ਉਹਦੇ ਨਾਲ ਵੀ ਮੈਂ ਬਹੁਤ ਪ੍ਰਭਾਵਿਤ ਰਹੀ ਕਿਉਂਕਿ ਉਹ ਸਾਰਾ ਭਗਤਾਂ ਦਾ ਸੀਗਾ। ਵੇਦ ਸ਼ਾਸਤਰ ਸੀ ਉਸ 'ਚ, ਗੀਤਾ ਪੜ੍ਹਨ ਨੂੰ ਮਿਲੀ, ਰਾਮਾਇਣ ਪੜ੍ਹਨ ਨੂੰ ਮਿਲੀ ਔਰ ਹੋਰ ਜਿੰਨੇ ਵੱਡੇ ਵੱਡੇ ਭਗਤ ਸੀਗੇ ਉਹ ਸਾਰੇ ਪੜ੍ਹੇ ਮੈਂ। ਮਤਲਬ ਉਹਨਾਂ ਨਾਲ ਮੈਂ ਕਾਫੀ ਇੰਪ੍ਰੈਸਡ ਹੁੰਦੀ ਰਹੀ, ਬਹੁਤ ਸਾਰੀਆਂ ਚੀਜ਼ਾਂ ਸਮਝ ਆਉਣ ਲੱਗੀਆਂ ਕਿਉਂਕਿ ਫਿਰ ਮੈਂ ਦੇਖਿਆ ਕਿ ਉਹ ਚੀਜ਼ਾਂ ਰਿਲੇਟ ਕਰਦੀਆਂ ਸਾਡੀ ਗੁਰਬਾਣੀ ਤੇ। ਬਿਲਕੁਲ। ਕਿਉਂਕਿ ਹਾਂਜੀ, ਤੇ ਫਿਰ ਮੈਂ ਉਹਨਾਂ ਚੀਜ਼ਾਂ 'ਚ ਮੇਰਾ ਮਨ ਵੀ ਲੱਗਦਾ ਸੀ। ਫਿਰ ਮੈਂ ਆਪਣੀ ਮਦਰ ਨਾਲ ਵੀ ਡਿਸਕਸ ਕਰਨਾ ਕਿ ਦੇਖੋ ਮੰਮੀ ਜੀ ਇਸ ਤਰ੍ਹਾਂ ਚੀਜ਼ਾਂ ਹੈਗੀਆਂ, ਦੇਖੋ ਸਾਡੇ ਪਾਠ 'ਚ ਵੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਜਪਜੀ ਸਾਹਿਬ ਦੀ ਪਾਠ ਦੀ ਬਾਣੀ 'ਚ ਆਉਂਦਾ ਹੈ, ਸੁਖਮਨੀ ਸਾਹਿਬ ਦੀ ਪਾਠ ਜਿਹੜੀ ਕਿ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਹੈਗਾ ਉਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਲ ਵਰਜਨ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਮਤਲਬ ਅਗਰ ਤੁਸੀਂ ਸੁਖਮਨੀ ਸਾਹਿਬ ਨੂੰ ਥੋਰੋਲੀ ਪੜ੍ਹਦੇ ਆ, ਮਤਲਬ ਮੇਰਾ ਕੁਛ ਐਸਾ ਅਭਿਆਸ ਰਿਹਾ ਭੈਣ ਜੀ ਕਿ ਮੈਂ ਕਿਸੇ ਦੀ ਟੀਕਾ ਬੋਲਦੇ ਨੇ ਆਪਣੇ ਪੰਜਾਬੀ 'ਚ, ਕਿਸੇ ਦੇ ਅਰਥ ਕੀਤੇ ਹੋਏ ਨੇ। ਜਿਸ ਤਰ੍ਹਾਂ ਬਹੁਤ ਸਾਰੇ ਸਾਡੇ ਹੈਗੇ ਨੇ ਗਿਆਨੀ ਸੰਤੋਖ ਸਿੰਘ ਜੀ ਰਹੇ ਹੈ ਜਿਨ੍ਹਾਂ ਨੇ ਬਹੁਤ ਸਾਰੇ ਗੁਟਕਿਆਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥ ਨੂੰ ਟੀਕਾ ਬੋਲਦੇ ਟੀਕਾ ਕੀਤੀਆਂ ਤਾਂ ਉਹ ਪੜ੍ਹਦੇ। ਪਰ ਮੇਰਾ ਸ਼ੁਰੂ 'ਚ ਉਹਨਾਂ ਚੀਜ਼ਾਂ 'ਚ ਇੰਟਰਸਟ ਨਹੀਂ ਰਿਹਾ। ਮੈਂ ਕਹਿੰਦੀ ਸੀ ਕਿ ਅਰਥ ਕਰਨੇ ਆ ਤਾਂ ਮੈਂ ਆਪ ਕਰਾਂ, ਮੇਰੇ ਆਪਣੇ ਹੋਣ, ਉਹਨਾਂ ਦੇ ਪੜ੍ਹ ਕੇ ਮੈਂ ਕੀ ਕਰਾਂਗੀ। ਮਤਲਬ ਪਤਾ ਨਹੀਂ ਐਸੀ ਸਮਝ ਮੇਰੇ ਅੰਦਰ ਸ਼ੁਰੂ ਤੋਂ ਹੀ ਸੀ, ਡਿਵੈਲਪਡ ਸੀ ਕਿ ਉਹਨਾਂ ਨੇ ਆਪਣੀ ਸਮਝ ਦੇ ਹਿਸਾਬ ਨਾਲ ਉਸੇ ਗੁਰਬਾਣੀ ਦੀ ਲਾਈਨ ਨੂੰ ਸਮਝਿਆ ਜਾਂ ਡਿਸਕ੍ਰਾਈਬ ਕੀਤਾ। ਪਰ ਮੈਂ ਜਦੋਂ ਉਹਨੂੰ ਪੜ੍ਹਦੀ ਹਾਂ ਤਾਂ ਮੈਨੂੰ ਆਪਣੀ ਸਮਝ ਦੇ ਹਿਸਾਬ ਨਾਲ ਸਮਝ ਆਉਣੀ ਚਾਹੀਦੀ ਨਾ। ਉਹਨਾਂ ਦਾ ਠੀਕ ਹੈ, ਮੈਨੂੰ ਆਪਣਾ ਸਹੀ ਲੱਗਦਾ, ਜੋ ਮੈਂ ਉਹ ਚੀਜ਼ ਕਰਾਂ ਜਾਂ ਸਮਝਾਂ ਜੋ ਮੇਰੇ ਕੰਮ ਦੀ ਹੋਈ। ਤੇ ਇਸ ਕਰਕੇ ਹਾਂ, ਉਹ ਮੈਂ ਆਪਣੀ ਮੀਨਿੰਗ ਆਪਣੇ ਆਪ ਹੀ ਕਰਦੀ ਸੀ। ਉਹਦੇ ਲਈ ਫਿਰ ਜਿੰਨਾ ਵੀ ਰਿਸਰਚ ਵਰਕ ਕਰਨਾ ਪੈਂਦਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਬਹੁਤ ਸਾਰੇ ਭਗਤਾਂ ਦੀ ਬਾਣੀ ਹੈ। ਕੋਈ ਆਪਣੇ ਭਗਤ ਨਾਮਦੇਵ ਜੀ ਦੇ ਨੇ, ਮਰਾਠਾ ਦੇ ਹੈ ਤੇ ਮਰਾਠੀ ਲੈਂਗੁਏਜ ਹੈ। ਫਿਰ ਆਪਣੇ ਕਬੀਰ ਜੀ ਨੇ ਤੇ ਉਹਨਾਂ ਦੀ ਤਾਂ ਮਿਕਸ ਲੈਂਗੁਏਜ ਹੈ, ਅਵਧੀ ਵੀ ਆ ਰਹੀ ਹੈ, ਮਰਾਠੀ ਵੀ ਆ ਰਹੀ ਹੈ, ਹਿੰਦੀ ਵੀ ਆ ਰਹੀ ਹੈ। ਤਾਂ ਇਸ ਤਰ੍ਹਾਂ ਜਿਹੜੇ ਲਫ਼ਜ਼ ਹੁੰਦੇ ਸੀਗੇ, ਸ਼ਬਦ ਜਿਹੜੇ ਹੁੰਦੇ ਸੀ, ਉਹਨਾਂ ਦਾ ਰਿਸਰਚ ਵਰਕ ਕਰਨਾ ਆਪੇ।
ਉਸ ਸਮੇਂ ਤੇ ਇੰਟਰਨੈਟ ਦਾ ਇੰਨਾ ਜ਼ਮਾਨਾ ਨਹੀਂ ਸੀ ਜਿਸ ਸਮੇਂ ਦੀ ਮੇਰੀ ਯਾਤਰਾ ਇਹ ਰਹੀ ਹੈ। ਤੇ ਉਸ ਸਮੇਂ ਬੁੱਕਸ ਨੂੰ ਪੜ੍ਹਨਾ, ਲਾਇਬ੍ਰੇਰੀਜ਼ 'ਚ ਜਾਣਾ, ਆਪਣਾ ਕਲੈਕਸ਼ਨ ਕਰਨਾ, ਜਾਂ ਕਦੀ ਪੋਸੀਬਲ ਹੋਣਾ ਤੇ ਗੁਰਦੁਆਰਿਆਂ ਤੋਂ ਕੋਈ ਕਿਸੇ ਭਾਈ ਜੀ ਨੂੰ ਪੁੱਛ ਲੈਣਾ ਵੀ ਅਗਰ ਕੁਛ ਹੈ ਤਾਂ ਮਟੀਰੀਅਲ ਮੈਨੂੰ ਮਿਲੇ। ਤਾਂ ਅਨਮੈਰਿਡ ਲਾਈਫ 'ਚ ਮੇਰਾ ਅੱਛਾ ਰਿਹਾ ਅਭਿਆਸ। ਉਸ ਤੋਂ ਬਾਅਦ ਵਿਆਹ ਹੋ ਗਿਆ ਤੇ ਫਿਰ ਵਿਆਹ ਵੀ ਮੇਰਾ ਅੱਛੇ ਪਰਿਵਾਰ 'ਚ ਹੋਇਆ। ਮਤਲਬ ਮੈਂ ਇਹ ਨਹੀਂ ਕਹਿ ਸਕਦੀ ਕਿ ਅਧਿਆਤਮਿਕ ਤੇ ਨਹੀਂ, ਪਰ ਠੀਕ ਹੈ, ਇੱਕ ਨਾਰਮਲ ਪਰਿਵਾਰ 'ਚ ਵਿਆਹ ਹੋਇਆ ਤੇ ਉਹ ਫਿਰ ਮੈਂ ਹਾਊਸ ਵਾਈਫ ਰਹੀ। ਫਿਰ ਚੀਜ਼ਾਂ ਜ਼ਿਆਦਾ ਨਹੀਂ ਹੋ ਸਕੀਆਂ, ਬੱਚੇ ਹੋ ਗਏ, ਉਹਨਾਂ ਦੀ ਟੇਕ ਕੇਅਰ 'ਚ ਰਹੀ। ਫਿਰ ਜਦੋਂ ਮੈਂ ਇੱਥੇ ਆਈ ਹਾਂ ਕੈਨੇਡਾ ਤੇ ਬਿਗਨਿੰਗ 'ਚ ਤਾਂ ਮੇਰੀ ਵੀ ਜੌਬ ਰਹੀ, ਕਿਉਂਕਿ ਇੱਥੇ ਆ ਕੇ ਤੇ ਫਿਰ ਸਭੀ ਨੂੰ ਜੌਬ ਕਰਨੀ ਪੈਂਦੀ ਹੈ। ਔਰ ਜੌਬ ਕਰਦੀ ਰਹੀ ਮੈਂ 10 ਸਾਲ ਕੀਤੀ, ਪਰ ਮੀਨ ਟਾਈਮ ਮੇਰਾ ਦੌਰਾਨ ਦੇ ਵਿੱਚ ਹੀ ਮੇਰੀ ਹੈਲਥ ਦੇ ਇਸ਼ੂਜ਼ ਵੀ ਆਉਣ ਲੱਗ ਪਏ ਤੇ ਉਹ ਫਿਰ ਉਹਨਾਂ ਦੇ ਕਰਕੇ ਮੇਰਾ ਮਤਲਬ ਜੌਬ ਨੂੰ ਕੰਟੀਨਿਊ ਕਰਨਾ ਮੁਸ਼ਕਿਲ ਹੋ ਰਿਹਾ ਸੀਗਾ। ਤੇ ਫਿਰ ਮੈਂ ਜੌਬ ਛੱਡੀ, ਜ਼ਿਆਦਾ ਬਿਮਾਰ ਹੋ ਗਈ ਸੀ ਤੇ ਫਿਰ ਮੈਂ ਜੌਬ ਛੱਡੀ ਤੇ ਫਿਰ ਮੇਰੇ ਮਨ 'ਚ ਆਇਆ ਵੀ ਇਹ ਜਿਹੜੇ ਮੈਨੂੰ ਹੈਲਥ ਇਸ਼ੂਜ਼ ਆ ਰਹੇ ਨੇ, ਇਟਸ ਇੰਡੀਕੇਟਿੰਗ ਮੀ ਟੂ ਮੈਂ ਆਪਣੇ ਜੋ ਚੀਜ਼ਾਂ ਛੱਡੀਆਂ ਹੋਈਆਂ ਉਹਨਾਂ ਨੂੰ ਕੰਟੀਨਿਊ ਕਰਾਂ। ਲੈਟਸ ਸੀ ਕਿ ਜਿਸ ਤਰ੍ਹਾਂ ਮੇਰੇ ਮਨ ਦੇ ਵਿੱਚ ਉਦੋਂ ਬੜਾ ਖਿਆਲ ਹੁੰਦਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰ ਜ਼ਰੂਰ ਪੂਰੇ ਪੜ੍ਹਨੇ ਹੈ ਔਰ ਮੀਨਿੰਗ ਨਾਲ ਸਮਝਦੇ ਹੋਏ ਕਰਨੇ। ਤੇ ਫਿਰ ਮੈਨੂੰ ਲੱਗਿਆ ਕਿ ਹਾਂ ਦਿਸ ਇਜ਼ ਦ ਰਾਈਟ ਟਾਈਮ, ਆਈ ਨੀਡ ਟੂ ਬੀ ਸਟਾਰਟ ਵਿੱਚ ਮੇਰੀ ਲਾਈਫ 'ਚ ਬਹੁਤ ਕੁਛ ਐਸਾ ਚੱਲਦਾ ਰਿਹਾ ਕਿ ਵੀ ਮੇਰੇ ਕੁਛ ਸਵਾਲ ਖੜੇ ਹੋ ਗਏ ਪਰਸਨਲ ਕਿ ਬਈ ਮੈਨੂੰ ਪਰਮਾਤਮਾ ਨੂੰ ਪੁੱਛਣਾ ਪਏਗਾ, ਹਾਊ ਦਿਸ ਕਮ ਟੂ ਮੀ, ਕਿ ਇਹ ਚੀਜ਼ਾਂ ਮੈਨੂੰ ਕਿਉਂ ਆ ਰਹੀਆਂ, ਮੈਂ ਤਾਂ ਐਸੀ ਨਹੀਂ ਹੈ ਜਾਂ ਮੇਰਾ ਪਹਿਲਾਂ ਵੀ ਅਨਮੈਰਿਡ ਲਾਈਫ ਰਹੀ ਹੈ। ਪਰਮਾਤਮਾ ਨੂੰ ਯਾਦ ਕਰਦੇ ਹੀ, ਪਰਮਾਤਮਾ ਨੂੰ ਉਹਨੂੰ ਮੰਨਦੇ ਹੋਏ ਕਦੀ ਉਹਦੀ ਗੱਲਾਂ ਨੂੰ ਡਿਨਾਈ ਨਹੀਂ ਕੀਤਾ। ਔਰ ਕਦੀ ਮੈਂ ਕੁਛ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਆਮ ਲੋਕੀ ਕਰਦੇ ਨੇ ਬਾਰਟਰ ਸਿਸਟਮ ਕਿ ਵੀ ਬਾਬਾ ਜੀ ਤੁਸੀਂ ਮੈਨੂੰ ਇਹ ਦਿਓ ਤੇ ਫਿਰ ਮੈਂ ਇੱਥੇ ਗੁਰਦੁਆਰੇ 'ਚ ਆਵਾਂਗਾ, ਜਾਂ ਮੈਨੂੰ ਤੁਸੀਂ ਇਹ ਦਿਓ ਤੇ ਭਈ ਮੈਂ ਅਖੰਡ ਪਾਠ ਸਾਹਿਬ ਕਰਾਵਾਂਗਾ, ਵਟਐਵਰ ਜੋ ਵੀ ਹਰ ਇੱਕ ਦੀ ਜਿਸ ਤਰ੍ਹਾਂ ਦੀ ਜੋ ਸੋਚ ਹਾਂਜੀ, ਚੱਲਦੀ। ਆਪਣੇ ਸੁੱਖ ਲੈਂਦੇ ਨੇ ਨਾ। ਹਾਂਜੀ। ਸੁੱਖ ਲੈਂਦੇ ਨੇ ਲੋਕੀ ਕਿ ਵੀ ਸਾਡਾ ਇਹ ਹੋ ਜਾਏ, ਹਾਂ, ਕਰ ਹਾਂ, ਰਹੇ ਹਾਂ ਜਾਂ ਅਸੀਂ ਇਹ ਕਰ ਰਹੇ ਹਾਂ ਤਾਂ ਇਹ ਇੱਛਾ ਪੂਰੀ ਹੋ ਜਾਏ, ਰਾਈਟ। ਹਾਂ, ਮੇਰੀ ਉਹ ਪਹਿਲਾਂ ਵੀ ਪ੍ਰਾਇੋਰਿਟੀ ਨਹੀਂ ਰਹੀ ਔਰ ਅੱਜ ਵੀ ਨਹੀਂ ਰਹੀ। ਅੱਛਾ, ਲੇਕਿਨ ਬਹੁਤ ਹਾਂ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਮੈਂ ਕਦੀ ਗੁਰਬਾਣੀ ਨਹੀਂ ਪੜ੍ਹੀ, ਜਾਂ ਜਿਸ ਤਰ੍ਹਾਂ ਮੈਂ ਆਪਣੀ ਮਦਰ ਨੂੰ ਵੀ ਦੇਖਦੀ ਸੀ, ਵਿਸ਼ ਛੋਟੀ ਛੋਟੀ ਉਹ ਕਰ ਲੈਂਦੇ ਹੁੰਦੇ ਸੀ ਕਿ ਬਾਬਾ ਜੀ ਮੇਰਾ ਇਹ ਕੰਮ ਕਰ ਦਿਓ ਤੇ ਮੈਂ ਚਲਿਆ ਕਰਾਂ। ਮੈਂ ਖੁਦ ਆਪਣੀ ਮਦਰ ਦੀ ਗੱਲ ਕਰ ਰਹੀ ਹਾਂ। ਵੈਸੇ ਤਾਂ ਉਹ ਗੁਰਬਾਣੀ ਨੂੰ ਪੜ੍ਹਦੇ ਸੀ, ਪਰ ਗੱਲ ਇਹ ਹੁੰਦੀ ਕਿ ਗਿਆਨ ਨੂੰ ਸਮਝਣਾ, ਤਾਂ ਮੇਰਾ ਉਹ ਸਿਸਟਮ ਕਦੀ ਵੀ ਨਹੀਂ ਰਿਹਾ। ਅਨਮੈਰਿਡ ਲਾਈਫ 'ਚ ਮਤਲਬ ਮੇਰੀ ਇੱਕ ਵੱਡੀ ਸਿਸਟਰ ਨੇ, 4 ਸਾਲ ਮੇਰੇ ਤੋਂ ਵੱਡੇ ਨੇ ਤੇ ਉਹਨਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸੀ। ਉਹਨਾਂ ਨੂੰ ਮੈਂ ਦੇਖਦੀ ਸੀ ਕਿ ਉਹ ਕਿਸ ਤਰ੍ਹਾਂ ਵਿਸ਼ ਲਈ ਜਾਂਦੇ ਨੇ ਗੁਰਦੁਆਰੇ 'ਚ, ਹਰ ਕੀਰਤਨ ਦਰਬਾਰ 'ਚ ਜਾਣਾ, ਰਹਿਣ ਸਬਾਈ ਹੋਣੀ, ਉੱਥੇ ਜਾਣਾ, ਗੁਰਦੁਆਰਿਆਂ 'ਚ ਜਾਣਾ, ਕੋਈ ਮਿਸ ਨਾ ਕਰਨਾ, ਹਨਾ। ਔਰ ਫਿਰ ਉੱਥੇ ਸੇਵਾ ਕਰਨੀ, ਸਰਦੀਆਂ 'ਚ ਠੰਡੇ ਸਰੋਵਰ 'ਚ ਖੜੇ ਹੋ ਕੇ ਵਿਸ਼ ਉਹਨਾਂ ਦੀ ਇਹ ਸੀ ਕਿ ਵੀ ਸਾਨੂੰ ਬੇਬੀ ਚਾਹੀਦਾ, ਜੋ ਵੀ ਕਿਸੇ ਦੀ ਵੀ ਵਿਸ਼ ਹੈ। ਮਤਲਬ ਮੈਂ ਵਿਸ਼ ਦੇ ਪਿੱਛੇ ਲੋਕਾਂ ਨੂੰ ਜ਼ਿਆਦਾ ਦੇਖਿਆ ਐਫਰਟ ਕਰਦੇ ਹੋ, ਤਾਂ ਮੇਰੀ ਐਸੀ ਕੋਈ ਵਿਸ਼ ਕਦੀ ਵੀ ਨਹੀਂ ਸੀ। ਤੇ ਬਾਅਦ 'ਚ ਸਰਕਮਸਟੈਂਸਸ ਮੇਰੇ ਬਦਲੇ ਤੇ ਮੇਰਾ ਇਹ ਕੁਐਸਚਨ ਸੀ ਕਿ ਇਹ ਪਰਮਾਤਮਾ, ਮੈਂ ਤਾਂ ਤੈਨੂੰ ਨਾਲ ਕੋਈ ਖੁਆਇਸ਼ ਨਹੀਂ ਕੀਤੀ, ਕੁਛ ਨਹੀਂ ਤੇਰੇ ਤੋਂ ਮੰਗਿਆ, ਸੁੱਖ ਤੱਕ ਨਹੀਂ ਮੰਗਿਆ, ਜੋ ਤੂੰ ਦੇ ਰਿਹਾ ਹੈ ਮੈਂ ਲੈ ਰਹੀ ਹਾਂ। ਲੇਕਿਨ ਇਹ ਜਰਾ ਜ਼ਿਆਦਾ ਟਾਈਟ ਹੋ ਗਿਆ, ਜ਼ਿਆਦਾ ਟਾਈਟ ਹੋ ਗਿਆ ਕਿ ਮੈਂ ਬਰੀਥਲੈਸ ਹੋ ਰਹੀ ਹਾਂ। ਇਟਸ ਫॉर ਮੀ ਟੂ ਹਾਰਡ ਟੂ ਸਰਵਾਈਵ, ਕਿ ਜੋ ਮੇਰੇ ਡਿਊਟੀਆਂ ਤੁਸੀਂ ਮੈਨੂੰ ਬਖਸ਼ੀਆਂ ਹੈ, ਮੈਂ ਬਖਸ਼ੀਆਂ ਹੀ ਕਵਾਂਗੀ ਕਿ ਤੁਸੀਂ ਮੈਨੂੰ ਫੈਮਿਲੀ ਦਿੱਤੀ ਹੈ, ਮੈਨੂੰ ਹਸਬੈਂਡ ਦੀ ਟੇਕ ਕੇਅਰ ਦਿੱਤੀ ਹੈ, ਮੇਰੇ ਇਨ-ਲॉज ਦਿੱਤੇ ਹੈ, ਮੇਰੇ ਪੇਰੈਂਟਸ ਦਿੱਤੇ, ਜੋ ਵੀ ਤੁਸੀਂ ਮੇਰੇ ਬੱਚੇ ਦਿੱਤੇ ਹੈ, ਮੈਨੂੰ ਮੇਰੇ ਬੱਚਿਆਂ ਦੀ ਡਿਊਟੀ ਹੈ, ਮੇਰੀ ਹਸਬੈਂਡ ਦੀ ਜੋ ਵੀ ਡਿਊਟੀ, ਆਈ ਐਮ ਡੂਇੰਗ ਵੈਰੀ ਵੈਲ ਫਰਮ ਮਾਈ ਸਾਈਡ। ਸਟਿਲ ਮੇਰੇ ਕੋਲ ਮੈਂ ਹਾਰਡ ਸਰਵਾਈਵਲ ਕਿਉਂ ਕਰ ਰਹੀ, ਉਹ ਮੇਰਾ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਮੈਂ ਅਨਮੈਰਿਡ ਲਾਈਫ 'ਚ ਵੀ ਐਸਾ ਪੜ ਚੁੱਕੀ ਸੀ ਤੇ ਜਿਹਦੇ ਨਾਲ ਮੈਨੂੰ ਇਹ ਨੌਲੇਜ ਸੀ ਕਿ ਪਰਮਾਤਮਾ ਤੋਂ ਜਿਹੜਾ ਗੁਰਬਾਣੀ ਦੀ ਲਾਈਨ ਹੈ ਕਿ ਮੰਗਣਾ ਮੰਗਣ ਨੀਕਾ, ਹਰ ਜਸ ਤੁਮ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੇ ਜਾਗਣਾ। ਤਾਂ ਮੈਨੂੰ ਇਹ ਪਤਾ ਸੀ ਕਿ ਮੰਗਣਾ ਨੀਕਾ ਕੀ ਮੰਗਣਾ ਹੈ, ਮੰਗਣਾ ਹੈ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਦਾਤ। ਤੇ ਮੈਂ ਜਦ ਉਹੀ ਚੀਜ਼ਾਂ ਮੰਗ ਰਹੀ ਹਾਂ, ਮੈਂ ਕੋਈ ਦੁਨਿਆਵੀ ਵਸਤੂ ਤਾਂ ਨਹੀਂ ਮੰਗ ਰਹੀ
स्टिल मेरे सर्कमस्टांसेस हार्ड क्यों हैं? हम्म, आई नीड टू बी अंडरस्टैंड। हाँ जी बिल्कुल, बहुत डीप ਵਿੱਚ ਜਾਣਾ ਪੈਂਦਾ ਸਮਝਣ ਵਾਸਤੇ, ਰਾਈਟ? ਅੰਦਰ ਜਾਓ, ਕਿਹਨੂੰ ਪੁੱਛੋ, ਕਿਹਨੂੰ ਪੁੱਛੋ, ਬਿਲਕੁਲ ਬਿਲकुल। ਬਹੁਤ ਹਾਂਜੀ। ਔਰ ਮੇਰੇ ਮਦਰ ਉਤੋਂ ਦੀ ਕਹਿੰਦੇ ਹੁੰਦੇ ਸੀ ਕਿ ਕੁਝ ਮੰਗਣਾ ਹੈ ਤਾਂ ਪਰਮਾਤਮਾ ਤੋਂ ਹੀ ਮੰਗਣਾ ਹੈ, ਉਹਨੇ ਹੀ ਦੇਣਾ, ਕਿਹਨੇ ਦੇਣਾ ਹੈ। ਪਰ ਮੈਂ ਉਹਦੇ ਇਹ ਗੱਲ ਨਾਲ ਮੈਂ ਜਰਾ ਸਹਿਮਤ ਨਹੀਂ ਸੀ ਕਰਦੀ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੀ ਹਾਂ, ਉਹ ਪਰਮਾਤਮਾ ਨੇ ਪਹਿਲਾਂ ਹੀ ਮੈਨੂੰ ਉਸ ਰਸਤੇ 'ਚ ਪਾ ਰੱਖਿਆ ਸੀ ਨਾ, ਕਿ ਚੀਜ਼ਾਂ ਨੂੰ ਸਮਝਦੀ ਸੀ, ਮੈਂ ਪੜ੍ਹਦੀ ਸੀ, ਤਾਂ ਹੀ ਮੇਰੇ ਆਪਣੇ ਅਧਿਆਤਮਿਕ ਜੀਵਨ ਮੇਰਾ ਚੱਲਦਾ ਹੀ ਸੀ, ਇੰਟਰਨਲ ਵੀ ਚੱਲਦਾ ਸੀ ਜੀ। ਹਾਂਜੀ, ਤੇ ਤੁਹਾਨੂੰ ਜਿਹੜਾ ਜਦ ਤੁਸੀਂ ਇਹ ਗੁਰਬਾਣੀ ਪੜ੍ਹਦੇ ਸੀਗੇ, ਤੁਹਾਨੂੰ ਕੀ ਮਹਿਸੂਸ ਹੁੰਦਾ ਸੀਗਾ ਇਹਦੇ ਵਿੱਚ? ਕਿਉਂਕਿ ਤੁਸੀਂ ਗਿਆਨ ਪਹਿਲਾਂ ਵੀ ਆਪਣੇ ਜਿਹਨੂੰ ਕਹਿੰਦੇ ਯੂਨੀਵਰਸਿਟੀ ਵਿੱਚ ਵੀ ਸਟੱਡੀ ਕੀਤਾ ਹੈ। ਤੁਸੀਂ ਕਿਹਾ ਵੇਦ ਸ਼ਾਸਤਰ ਤੁਸੀਂ ਪੜ੍ਹੇ ਆ, ਉਹ ਤਾਂ ਸਨਾਤਨ ਟਾਈਮ ਦਾ ਹੋ ਗਿਆ ਨਾ, ਜਦ ਦੁਨੀਆ ਹਲੇ ਸਨਾਤਨ ਜਿਹਨੂੰ ਮਤਲਬ ਬਿਲਕੁਲ ਸਤਯੁਗ ਦਾ ਹੀ ਟਾਈਮ ਆ ਗਿਆ, ਮਤਲਬ ਜਿੱਥੇ ਸ਼ੁਰੂਆਤ ਸੀਗੀ। ਹਾਂਜੀ। ਉੱਥੇ ਤਾਂ ਉਸ ਵੇਲੇ ਕੋਈ ਰਿਲੀਜਨ ਨਹੀਂ ਸੀਗਾ, ਕੋਈ ਆਰਡੇਨਡ ਗਰੁੱਪਸ ਨਹੀਂ ਸੀਗੇ, ਕੁਝ ਵੀ ਧਰਮ ਇਸ ਤਰ੍ਹਾਂ ਦੀ ਨਹੀਂ, ਜਾਤੀਆਂ ਵੀ ਸ਼ਾਇਦ ਨਹੀਂ ਸੀਗੀਆਂ। ਮੈਨੂੰ ਤਾਂ ਮੇਰੀ ਅੰਡਰਸਟੈਂਡਿੰਗ ਵਿੱਚ ਇਹ ਹੈ ਵੀ ਇੱਕ ਰੋਲ ਸੀਗਾ ਹਿਊਮਨ ਲਾਈਫ ਦਾ। ਜਾਤੀਆਂ ਨਹੀਂ ਸੀ ਐਕਚੁਅਲੀ ਉਸ ਸਮੇਂ। ਸਤਿਯੁਗ ਕਿਸ ਨੂੰ ਕਹਿੰਦੇ ਸੀ? ਲੈਟਸ ਅਸੀਂ ਉਸ ਗੱਲ ਨੂੰ ਅੰਡਰਸਟੈਂਡ ਜੇ ਕਰੀਏ, ਤੇ ਉਸ ਸਮੇਂ ਰਿਸ਼ੀ ਮੁਨੀ ਸੀ, ਇੱਕੋ ਹੀ ਧਰਮ ਸੀ, ਸਨਾਤਨ ਧਰਮ। ਔਰ ਉਹਦੇ ਵਿੱਚੋਂ ਬਾਅਦ ਚੋਂ ਧਰਮ ਨਿਕਲੇ। ਧਰਮ ਵੀ ਮੈਂ ਜਿਸ ਤਰ੍ਹਾਂ ਕਿ ਮੁਸਲਿਮ ਧਰਮ ਹੈ, ਉਹਦੇ ਵਿੱਚੋਂ ਨਹੀਂ ਨਿਕਲਿਆ। ਅਗਰ ਅਸੀਂ ਉਹਨੂੰ ਥੋਰਲੀ ਸਟੱਡੀ ਕਰਦੇ ਹਾਂ ਤੇ ਉਹ ਨਹੀਂ ਨਿਕਲਿਆ ਉਹਦੇ ਵਿੱਚੋਂ। ਯਹੂਦੀ ਤੋਂ, ਉਹਨਾਂ ਵਿੱਚੋਂ ਉੱਥੋਂ ਦੀ ਆਇਆ ਇਸਲਾਮ ਧਰਮ। ਉਹਨਾਂ ਦੀ ਆਪਣੀ ਥਿੰਕਿੰਗ ਨੇ, ਥਾਟਸ ਨੇ, ਆਪਣੇ ਜੋ ਵੀ ਉਹਨਾਂ ਦੀ ਚੀਜ਼ਾਂ। ਕ੍ਰਿਸਚੈਨਿਟੀ ਵੀ, ਉਹ ਵੀ ਆਈ, ਸਨਾਤਨ ਵਿੱਚੋਂ ਨਹੀਂ ਨਿਕਲੀ। ਸਨਾਤਨ ਵਿੱਚੋਂ ਨਿਕਲਿਆ ਸਿੱਖੀਜ਼ਮ। ਸਾਡੇ ਜਿਹੜੇ ਪਹਿਲੇ ਗੁਰੂ ਨੇ, ਗੁਰੂ ਨਾਨਕ ਦੇਵ ਜੀ, ਉਹ ਖੁਦ ਉਹਨਾਂ ਦੇ ਪਿਤਾ ਜੀ ਸਭ ਸਨਾਤਨ ਦੇ ਵਿੱਚੋਂ ਸੀਗੇ। 5 ਪਿਆਰਿਆਂ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਉਸ ਤੋਂ ਪਹਿਲਾਂ ਭਾਈ ਦਇਆ ਰਾਮ ਸੀ, ਦਇਆ ਰਾਮ ਜੀ ਸੀ। ਦਇਆ ਸਿੰਘ, ਸਿੰਘ ਸਜਾਏ ਗੁਰੂ ਗੋਬਿੰਦ ਸਿੰਘ ਜੀ ਨੇ। ਭਾਈ ਮੋਕਮ ਦਾਸ, ਉਹ ਬਾਅਦ ਚ ਬਣੇ ਨੇ ਮੋਕਮ ਸਿੰਘ। ਤੇ ਸਿੱਖੀਜ਼ਮ ਸਨਾਤਨ ਵਿੱਚੋਂ ਨਿਕਲਿਆ। ਉਹ ਸਭੀ ਹਿੰਦੂ ਸੀ। ਖੁਦ ਗੁਰੂ ਨਾਨਕ ਦੇਵ ਜੀ ਦੀ ਪਿਤਾ ਜੀ ਮਹਿਤਾ ਕਾਲੂ ਜੀ ਵੀ। ਪਰ ਦੇਖੋ ਨਾ, ਮੈਨੂੰ ਇੱਕ ਕਈ ਵਾਰ ਦਿਮਾਗ ਚ ਆਉਂਦਾ ਹੈਗਾ ਕਿ ਸਨਾਤਨ ਦਾ ਤਾਂ ਕੋਈ ਫਾਊਂਡਰ ਨਹੀਂ ਹੈਗਾ। ਇਟ ਵਾਸ देयर, ਉਹ ਐਸਟੈਬਲਿਸ਼ਡ ਨਾਰਮ ਸੀਗਾ। ਮਤਲਬ ਜਿਸ ਤਰ੍ਹਾਂ ਉਹ ਧੁਰੋਂ ਹੀ ਆਈ ਹੈਗੀ ਹੈ, ਉਹ ਗਿਆਨ ਧੁਰੋਂ ਹੀ ਆਇਆ ਵੇਦ ਸ਼ਾਸਤਰਾਂ ਦਾ। ਤੇ ਮੈਂ ਕਈ ਸੰਤਾਂ ਦੀ ਵੀ ਬਾਣੀ ਸੁਣੀ ਹੈਗੀ ਹੈ, ਉਹਨਾਂ ਦੇ ਵਿਚਾਰ ਸੁਣਿਆ। ਉਹਨਾਂ ਨੇ ਸਭ ਨੇ ਇਹੀ ਕਿਹਾ ਕਿ ਵੀ ਇਹ ਸੰਤਾਂ ਦੀ ਬਾਣੀ ਹੈ, ਇਹ ਧੁਰੋਂ ਹੀ ਆਈ ਹੈ ਵੇਦ ਸ਼ਾਸਤਰ। ਉਹ ਵੇਦ ਜਿਹੜੇ ਸੀਗੇ ਨਾ, ਉਹ ਆਪਣੇ ਰਿਸ਼ੀ ਮੁਨੀ ਸੀਗੇ। ਹਾਂਜੀ ਸਭੇ ਰਿਸ਼ੀ ਮੁਨੀ ਸੀ, ਤਪਸਵੀ ਸੀਗੇ। ਤਪੱਸਿਆ ਕਰਨਾ, ਸਾਧਨਾ ਕਰਨਾ, ਕਿਉਂਕਿ ਉਸ ਸਮੇਂ ਖਾਣ ਪੀਣ ਦੀ ਇਤਨੀਆਂ ਸਮੱਸਿਆ ਨਹੀਂ ਸੀ ਜਿੰਨੀ ਅੱਜ ਕੱਲ ਹੈ, ਕਿ ਵੀ ਅਰਨਿੰਗਸ ਚਾਹੀਦੀਆਂ ਹੈ ਤੇ ਫਿਰ ਅਸੀਂ ਆਪਣਾ ਫਾਈਨੈਂਸ਼ੀਅਲ ਕਿਸ ਤਰ੍ਹਾਂ ਕਰੀਏ। ਕਿਉਂਕਿ ਲਿਮਿਟਿਡ ਜ਼ਰੂਰਤਾਂ ਸੀ, ਲਿਮਿਟਿਡ ਚੀਜ਼ਾਂ ਸੀ, ਪਿਓਰ ਵਾਟਰ, ਹਰ ਕੁਝ ਨੈਚੁਰਲ। ਤਾਂ ਉਹਨਾਂ ਦੀ ਆਪਣੀ ਅਧਿਆਤਮਿਕ ਆਪਣੀ ਯਾਤਰਾ ਚੱਲਦੀ ਸੀ। ਉਹ ਪਰਮਾਤਮਾ ਨੂੰ ਮੰਨਦੇ ਸੀ। ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਕਿ ਅਗਰ ਮੈਨੂੰ ਨਦੀ ਦੇ ਕਿਨਾਰੇ ਪਾਣੀ ਮਿਲ ਰਿਹਾ ਤੇ ਨਦੀ ਮੈਨੂੰ ਕੀ ਦੇ ਰਹੀ, ਹਰ ਚੀਜ਼ ਨੂੰ। ਉਹਨਾਂ ਵਿੱਚੋਂ ਬਹੁਤ ਸਾਰੇ ਰਿਸ਼ੀ ਮੁਨੀ ਆ ਜਿਹੜੇ ਦੱਸਦੇ ਨੇ ਕਿ ਵੀ ਇਹ ਜਿਹੜੇ ਮੇਰੇ ਆਸ-ਪਾਸ ਜਿਹੜੇ ਲੋਕ ਨੇ, ਉਹਨਾਂ ਦਾ ਗੁਰੂ ਕੋਈ ਨਹੀਂ ਸੀ, ਵਿਚ ਇਜ਼ ਯੂ ਰਾਈਟ, ਕਿ ਉਹਨਾਂ ਦਾ ਕੋਈ ਗੁਰੂ ਨਹੀਂ ਸੀ। ਉਹਨਾਂ ਨੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਸੀ, ਪਾਣੀ ਬਹਿ ਰਿਹਾ ਤੇ ਉਹ ਤੋਂ ਸਿੱਖਿਆ। ਉਹਦੀ ਅੱਛਾਈ ਦੇਖਣ, ਹਰ ਚੀਜ਼ 'ਚ ਅੱਛੀ ਚੀਜ਼ ਦੇਖਣੀ, ਕਿ ਦੇਖੋ ਮੇਰੀ ਪਿਆਸ ਬੁਝਾ ਰਿਹਾ, ਦੁਨੀਆ ਦੀ ਪਿਆਸ ਬੁਝਾ ਰਹੀ ਹੈ, ਦੂਸਰਿਆਂ ਦੇ ਪਰਉਪਕਾਰ ਲਈ ਬਹਿ ਰਹੀ ਹੈ। ਇਸ ਤਰ੍ਹਾਂ ਦੀ ਚੀਜ਼ਾਂ ਨੂੰ ਉਹਨਾਂ ਦੀ ਡੀਪ ਅੰਡਰਸਟੈਂਡਿੰਗ ਸੀ। ਫਿਰ ਉਥੋਂ ਉਹਨਾਂ ਨੇ ਪਹਿਲਾਂ ਤਾਂ ਬਹੁਤ ਪੁਰਾਣੀ ਜਿਹੜੀ ਤੋਂ ਗੱਲ ਕਰੀਏ ਤੇ ਲਿਖਤ ਰੂਪ 'ਚ ਲਿਖਣ ਦਾ ਜ਼ਮਾਨਾ ਨਹੀਂ ਸੀ। ਫਿਰ ਲੋਕਾਂ ਦੀ ਮੈਮਰੀ ਸਲੋ ਹੁੰਦੀ ਗਈ ਤਾਂ ਉਹਨਾਂ ਨੂੰ ਲੱਗਿਆ ਕਿ ਹਾਂ ਸਾਨੂੰ ਲਿਖਣਾ ਚਾਹੀਦਾ, ਕੁਝ ਦੱਸਣਾ ਚਾਹੀਦਾ, ਕਿ ਜਿਹੜੀ ਸਾਡੀ ਅੱਗੇ ਜਨਰੇਸ਼ਨ ਆ ਰਹੀ ਹੈ, ਗੁਰੂ ਸ਼ਿਸ਼ ਜਿਹੜੀ ਪਰੰਪਰਾ ਚੱਲੀ, ਕਿ ਬਈ ਅਸੀਂ ਇਹਨਾਂ ਨੂੰ ਰਾਈਟ ਡਾਊਨ ਕਰੀਏ ਕੁਝ ਮਟੀਰੀਅਲ ਨੂੰ, ਕਿ ਜੋ ਸਾਨੂੰ ਕੁਝ ਪਤਾ ਲੱਗ ਰਿਹਾ ਹੈ ਤੇ ਵੀ ਸਾਡੋ ਅੱਗੋਂ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਪੜ੍ਹ ਕੇ ਸਮਝੇ ਚੀਜ਼ਾਂ ਨੂੰ, ਅਧਿਆਤਮਿਕਤਾ ਨੂੰ, ਜਾਂ ਪਰਮਾਤਮਾ ਦੀ ਹੋਂਦ ਨੂੰ ਪਹਿਚਾਣੇ, ਜਾਂ ਇਹਨਾਂ ਚੀਜ਼ਾਂ
ਜਿਹੜੀ ਪ੍ਰਕਿਰਤੀ ਹੈ ਜਾਂ ਜਿਹੜਾ ਨੈਚੁਰਲ ਹੈ, ਨੈਚੁਰਲ ਜਿਹੜੀ ਚੀਜ਼ ਹੈ ਉਹਨਾਂ ਨੂੰ ਸਮਝੇ ਕਿ ਅਸੀਂ ਡਿਮੋਲਿਸ਼ ਨਹੀਂ ਕਰਨਾ, ਔਰ ਉਹਨਾਂ ਦੀ ਅਸੀਂ ਉਹਨੂੰ ਦਿਵ ਦ੍ਰਿਸ਼ਟੀ ਕਵਾਂਗੇ, ਉਹਨਾਂ ਦੀ ਦੂਰ ਦੀ ਨਜ਼ਰ ਸੀ। ਉਹਨਾਂ ਨੂੰ ਲੱਗਦਾ ਹੀ ਸੀ ਕਿ ਸਮੇਂ ਐਸਾ ਜ਼ਰੂਰ ਆਏਗਾ ਕਿ ਬਈ ਲੋਕੀ ਇਹਨਾਂ ਚੀਜ਼ਾਂ ਨੂੰ ਖਰਾਬ ਕਰਨਗੇ, ਤੇ ਅਸੀਂ ਕੁਝ ਦਸੀਏ, ਕੁਝ ਸਮਝੀਏ ਕਿ ਅਸੀਂ ਕੀ ਪਾਇਆ, ਅਸੀਂ ਕੀ ਸਮਝਿਆ। ਪਰਮਾਤਮਾ ਦੀ ਸੋਚ ਕਿ ਇਹ ਸਾਰੀ ਚੀਜ਼ਾਂ ਜੋ ਬਣਾਈਆਂ ਸਾਡੇ ਫਾਇਦੇ ਲਈ ਬਣਾਈਆਂ ਗਈਆਂ, ਇਹ ਪਰਮਾਤਮਾ ਨੇ ਸਾਡੇ ਲਈ ਬਣਾਈਆਂ, ਇਹ ਪਰਮਾਤਮਾ ਦੀ ਦਿੱਤੀਆਂ ਚੀਜ਼ਾਂ, ਤੇ ਪਰਮਾਤਮਾ ਵੱਲ ਸਭ ਦਾ ਧਿਆਨ ਕਰਨ ਲਈ, ਤਾਂ ਕਿ ਦੁਨੀਆ ਦਾ ਭਲਾ ਹੋਏ, ਜਗਤ ਦਾ ਭਲਾ ਹੋਏ। ਜਿਹੜੀ ਸਾਡੀ ਗੁਰਬਾਣੀ ਵੀ, ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਉਹਨਾਂ ਦੀ ਸੋਚ ਸਰਬੱਤ ਦੇ ਭਲੀ ਹੀ ਸੀ। ਬੇਸ਼ੱਕ ਉਸ ਸਮੇਂ ਪਾਪੂਲੇਸ਼ਨ ਘੱਟ ਸੀ, ਜਦੋਂ ਦੀ ਅਸੀਂ ਗੱਲ ਕਰ ਰਹੇ ਤਾਂ ਨਾ ਦੇ ਬਰਾਬਰ ਸੀ। ਔਰ ਕੁਝ ਇਸ ਤਰ੍ਹਾਂ ਕਿ ਵੇਦ ਸ਼ਾਸਤਰ ਇਸ ਤਰ੍ਹਾਂ ਵੀ ਹੈ ਕਿ ਕੁਝ ਤਾਂ ਰਿਸ਼ੀ ਮੁਨੀਆਂ ਨੇ ਲਿਖੇ, ਲੇਕਿਨ ਕੁਝ ਜੋ ਸਨਾਤਨ ਨੂੰ ਅਸੀਂ ਅਗਰ ਜਾਈਏ ਤੇ ਇਹ ਪਰਮਾਤਮਾ ਦੇ ਦਿੱਤੇ ਹੋਏ ਬਖਸ਼ੇ ਹੋਏ ਨੇ ਵੇਦ ਸ਼ਾਸਤਰ। ਉਹ ਤਾਂ ਪਰਮਾਤਮਾ ਨੇ ਬਖਸ਼ੇ ਸੀ, ਜਿਨ੍ਹਾਂ ਵਿੱਚੋਂ ਜਿਸ ਤਰ੍ਹਾਂ ਅਸੀਂ ਕਹੀਏ ਕਿ ਜਿਹੜੇ 4 ਵੇਦ ਨੇ, 16 ਉਪਨਿਸ਼ਦ ਤੇ 18 ਪੁਰਾਣ ਨੇ, ਤੇ 4 ਜਿਹੜੇ ਵੇਦ ਨੇ, ਸਾਮ ਵੇਦ, ਯਜੁਰਵੇਦ, ਅਰਥ ਵੇਦ, ਹਨਾ, ਇਹ ਜਿਹੜੇ 4 ਨੇ, ਇਹ 4 ਵੇਦ ਜਿਹੜੇ ਹੈ ਖੁਦ ਭਗਵਾਨ ਵਿਸ਼ਨੂੰ ਨੇ, ਜਿਹੜੀ ਸ੍ਰਿਸ਼ਟੀ ਦਾ ਜਿਹੜਾ ਪਹਿਲਾ ਮਨੁੱਖ ਸੀ, ਮਨੂ ਜਿਹਨੂੰ ਬੋਲਦੇ ਆ, ਔਰ ਉਹਨਾਂ ਦੀ ਵਾਈਫ ਨੂੰ ਸ਼ਤਰੂਪਾ ਬੋਲਦੇ, ਉਹਨੂੰ ਦਿੱਤੇ ਸੀ। ਇਹ ਮਨੂ ਨਾਮ ਜਿੱਥੋਂ ਮਨੁੱਖ ਸ੍ਰਿਸ਼ਟੀ ਦੀ ਸਿਰਜਣਾ ਹੋਈ, ਠੀਕ ਹੈ। ਔਰ ਇਹਨੂੰ ਇਸੀ ਨੂੰ ਆਪਣੇ ਮੁਸਲਿਮ ਦੇ ਵਿੱਚ ਕੁਰਾਨ ਵਿੱਚ ਕਿਹਾ ਗਿਆ ਆਦਮ ਤੇ ਹਵਾ, ਆਦਮ ਆਦਮੀ, ਆਦਮ ਹਵਾ, ਔਰ ਕ੍ਰਿਸਚੀਅਨਿਟੀ ਚ ਉਹਨੂੰ ਹੀ ਐਡਮ ਐਂਡ ਈਵ ਕਿਹਾ। ਲੇਕਿਨ ਸਾਡਾ ਜੋ ਹੈ ਹਿਸਾਬ ਵੇਦ ਸ਼ਾਸਤਰ, ਉਹ ਐਡਮ ਈਵ ਦੇ ਨਾਲ ਜੋ ਹੈ ਉਹ ਠੀਕ ਹੈ, ਉਹਨਾਂ ਦਾ ਆਪਣਾ ਹਿਸਾਬ ਹੈ, ਆਪਣਾ ਮਤ ਹੈ, ਲੇਕਿਨ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਕਿ ਕਿੱਥੋਂ ਇਹ ਚੀਜ਼ਾਂ ਆਈਆਂ ਔਰ ਇਹਨਾਂ ਵਿੱਚ ਕਿਸ ਤਰ੍ਹਾਂ ਪਰਮਾਤਮਾ ਦੀ ਚੀਜ਼ਾਂ, ਕਿਉਂਕਿ ਪਰਮਾਤਮਾ ਨੇ ਖੁਦ ਦੱਸਿਆ ਕਿ ਸਾਰਿਆਂ ਨੂੰ ਪਤਾ ਹੋਏ ਕਿ ਮਨੁੱਖਤਾ ਦੀ ਵੈਲਿਊਜ਼ ਕੀ ਹੈ, ਮਨੁੱਖ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ, ਇਹ ਸਭ ਕੁਝ ਕੀ, ਇਹ ਸੰਸਾਰ ਕਿਸ ਤਰ੍ਹਾਂ ਵਰਤਦਾ ਹੈ, ਹਰ ਚੀਜ਼ ਵਿੱਚ, ਹਰ ਕਿਣਕੇ ਵਿੱਚ ਵੀ ਪਰਮਾਤਮਾ ਦੀ ਰਜ਼ਾ ਕਿਸ ਤਰ੍ਹਾਂ ਹੈ, ਪਰਮਾਤਮਾ ਕਿਸ ਤਰ੍ਹਾਂ ਆਪ ਮੌਜੂਦ ਹੈ, ਤਾਂ ਕਿ ਮਨੁੱਖ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ 'ਚ ਦਿੱਕਤ ਨਾ ਹੋਏ। ਇਹਨਾਂ ਚੀਜ਼ਾਂ ਨੂੰ ਉਹਦਾ ਅੱਗੋਂ ਮਾਰਗਦਰਸ਼ਨ ਹੁੰਦਾ ਰਹੇ, ਉਹ ਸਮਝੇ, ਪੜ੍ਹੇ, ਤੇ ਉਹ ਵੇਦ ਸ਼ਾਸਤਰਾਂ ਦੀ ਚੀਜ਼ਾਂ ਐ ਸੀਗੀਆਂ, ਤੇ ਤਾਂ ਉਹ ਵੈਲਿਊਜ਼ ਬਣੀਆਂ। ਤੇ ਫਿਰ ਹੌਲੀ ਹੌਲੀ ਉਹ ਫਿਰ ਲੋਕੀ ਸਮਝਣ ਲੱਗੇ। ਹੁਣ ਪਹਿਲਾਂ ਗੁਰੂਕੁਲ ਦੀ ਪਰੰਪਰਾ ਹੁੰਦੀ ਸੀ, ਜਾ ਕੇ ਗੁਰੂਆਂ ਕੋਲੋਂ ਸਟੂਡੈਂਟਸ ਨੇ ਪੜ੍ਹਨਾ, ਇਹਨਾਂ ਹੀ ਚੀਜ਼ਾਂ ਦੀ ਪੜ੍ਹਾਈ ਹੁੰਦੀ ਸੀ, ਤੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਹਾਂ ਅਸੀਂ, ਸਾਨੂੰ ਕਿਸੇ ਨਾਲ ਬੁਰਾ ਨਹੀਂ ਕਰਨਾ, ਕਿਉਂ ਨਹੀਂ ਕਰਨਾ, ਉਹਦੇ ਪਿੱਛੇ ਦਾ ਕੀ ਇਤਿਹਾਸ ਹੈ, ਸਾਡਾ ਬੋਡੀ ਦੀ ਸੰਰਚਨਾ ਕਿਸ ਤਰ੍ਹਾਂ, ਸਾਡਾ ਸਰਕਲ ਹੈ ਵੀ ਜਾਂ ਨਹੀਂ, ਔਰ ਅਗਰ ਸਾਡਾ ਸਰਕਲ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ, ਸਾਡੇ ਲਈ ਰਾਈਟ ਪਾਥ ਕੀ ਹੈ, ਇਹ ਦੱਸਿਆ ਗਿਆ ਸੀ ਇਹਨਾਂ 'ਚ। ਤੇ ਇਹ ਤੁਹਾਡੀ ਜਰਨੀ ਇੱਥੇ ਬੇਹਦ ਗਿਆਨ ਚ ਕਿਵੇਂ, ਮਤਲਬ ਤੁਸੀਂ ਸ਼ੁਰੂ ਕੀਤਾ ਤੁਸੀਂ ਇਸ ਬੇਹਦ ਗਿਆਨ ਇਸ ਤਰ੍ਹਾਂ ਸੀ ਕਿ ਵੀ ਮੈਂ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਇੰਟਰਨਲ ਸਰਕਮਸਟੈਂਸਸ ਆ ਗਏ ਸੀ, ਹੈਲਥ ਦਾ ਇਸ਼ੂ ਤਾਂ ਚੱਲ ਹੀ ਰਿਹਾ ਸੀ, ਨਾਟ ਅ ਮੇਜਰ ਥਿੰਗ ਹੈਲਥ, ਕਿਉਂਕਿ ਮੇਰੀ ਕੁਝ ਫੈਮਿਲੀ ਪ੍ਰੋਬਲਮਸ ਮੇਰੇ ਨਾਲ ਹੋ ਗਈਆਂ ਸੀ ਸਟਾਰਟ, ਕਿ ਇਟਸ ਰੀਅਲੀ ਟਫ। ਮੈਂ ਨਹੀਂ ਚਾਹਾਂਗੀ ਉਹਨਾਂ ਨੂੰ ਥੋੜਾ ਡਿਸਕ੍ਰਾਈਬ ਕਰਨਾ, ਕਿਉਂਕਿ ਠੀਕ ਹੈ, ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਤੁਹਾਡੀ ਜਰਨੀ ਦਾ ਤੁਹਾਡਾ ਗਿਆਨ ਹਾਂਜੀ, ਲੇਕਿਨ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਕਿਉਂਕਿ ਮੇਰੀ ਬੇਹਦ ਗਿਆਨ ਸ਼ੁਰੂਆਤ ਉੱਥੋਂ ਹੋਈ ਹੈ, ਇਸ ਕਰਕੇ ਮੈਂ ਥੋੜਾ ਇਹੀ ਕਹਾਂਗੀ ਕਿ ਮੇਰੇ ਸਰਕਮਸਟੈਂਸਸ ਹੋ ਗਏ ਸੀ, ਹਾਲਾਤ ਥੋੜੇ ਟਾਈਟ ਹੋ ਗਏ ਸੀ, ਥੋੜੇ ਕੀ ਕਾਫੀ ਸਾਲਾਂ ਤੋਂ ਸੀ। ਆਫਟਰ ਮੈਰਿਜ ਮੇਰੀ ਲਾਈਫ ਬਦਲ ਗਈ। ਸ਼ਾਰਟ ਸਟੋਰੀ ਇਜ਼ ਦਿਸ ਕਿ ਮੈਂ ਪਹਿਲਾਂ ਬਿਲਕੁਲ ਇੱਕ ਬਹੁਤ ਓਪਨ ਮਾइंड ਐਂਡ ਹਰ ਚੀਜ਼ 'ਚ ਇਨਵੋਲਵ ਹੋਣ ਵਾਲੀ, ਔਰ ਹਰ ਧਰਮ ਗ੍ਰੰਥ ਨੂੰ ਪੜ੍ਹਨ ਵਾਲੀ, ਹਰ ਚੀਜ਼ 'ਚ ਅੱਛੀ ਤਰ੍ਹਾਂ ਨਾਲ ਰਹਿਣ ਵਾਲੀ ਲੜਕੀ ਸੀ, ਐਜੂਕੇਟਿਡ ਐਂਡ ਸਾਰਾ ਕੁਝ, ਮਾਸਟਰਸ ਕੀਤੀ, ਸਭ ਕੁਝ ਕੀਤਾ। ਉਸ ਤੋਂ ਬਾਅਦ ਜਦੋਂ ਮੇਰਾ ਵਿਆਹ ਹੋਇਆ, ਮੇਰੀ ਲਾਈਫ ਇੱਕਦਮ ਜਿਹੜੀ ਕਿ ਮੈਂ ਬਿਲਕੁਲ ਨਹੀਂ ਸੀ ਸੋਚੀ, ਬਿਲਕੁਲ ਆਪੋਜ਼ਿਟ ਹੋ ਗਈ। ਤਾਂ ਉਹ ਮੈਨੂੰ ਟਰੈਕ ਕਰਨਾ ਹਾਰਡ ਹੋ ਰਿਹਾ ਸੀ। ਤਾਂ ਮੇਰੇ ਕੁਐਸਚਨ ਸਟਾਰਟ ਹੋਏ ਕਿ ਉਹੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਆਪ ਜੀ ਨੂੰ ਜ਼ਿਕਰ ਕੀਤਾ ਕਿ ਵੀ ਮੈਂ ਫਿਰ ਮੈਨੂੰ ਹੋਇਆ ਕਿ ਜਦ ਮੈਂ ਇਹ ਸਭ ਨਹੀਂ ਕਰ ਰਹੀ ਹਾਂ ਤਾਂ ਮੇਰੇ ਲਈ ਇਹ ਸਵਾਲ ਕਿਉਂ ਨੇ, ਕਿਸੇ ਦੀ ਲਾਈਫ 'ਚ ਇਤਨੇ ਨਹੀਂ ਜਿਤਨੇ ਮੇਰਾ ਟਫ ਟਾਈਮ ਚੱਲ ਰਿਹਾ, ਤੇ ਇਹ ਕਿਉਂ ਹੈ। ਤਾਂ ਮੈਨੂੰ ਫਿਰ ਹੋ ਗਿਆ ਕਿ ਮੈਨੂੰ ਪਰਮਾਤਮਾ ਚਾਹੀਦਾ ਹੈ, ਕਿ ਮੈਂ ਪਰਮਾਤਮਾ ਨੂੰ ਹੁਣ ਪੁੱਛਾਂ, ਕਿਉਂਕਿ ਉਹਦੇ ਵਿੱਚ ਮੇਰੀ ਯਾਤਰਾ ਜਿਹੜੀ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ
ਅਰਜ਼ ਕੀਤਾ ਕਿ ਪਹਿਲਾਂ ਮੈਂ ਉਹ ਸਭ ਪੜ੍ਹ ਚੁੱਕੀ ਸੀ। ਉਹਨਾਂ ਚੀਜ਼ਾਂ 'ਚ ਮੈਨੂੰ ਪਰਮਾਤਮਾ ਦੀ ਖੋਜ ਨਹੀਂ ਮਿਲ ਰਹੀ ਸੀ। ਮੇਰੀ ਇੱਛਾ ਹੋ ਗਈ ਸੀ ਕਿ ਜਾਂ ਤਾਂ ਹੁਣ ਪਰਮਾਤਮਾ ਮੇਰੇ ਸਾਹਮਣੇ ਆਏ ਔਰ ਮੈਂ ਉਹਨੂੰ ਪੁੱਛਾਂ ਕਿ ਜਦ ਤੇਰੇ ਦੱਸੇ ਹੋਏ ਹਰ ਰਸਤੇ ਤੇ ਮੈਂ ਚੱਲ ਰਹੀ ਹਾਂ, ਫਿਰ ਮੇਰੇ ਨਾਲ ਇਹ ਸਭ ਕਿਉਂ? ਔਰ ਮੈਨੂੰ ਤੇਰੀਆਂ ਦਸੀਆਂ ਹੋਈਆਂ ਗੱਲਾਂ ਜਿੰਨੇ ਗ੍ਰੰਥਾਂ 'ਚ ਲਿਖੀਆਂ ਉਹ ਮੈਂ ਪੜ੍ਹ ਚੁੱਕੀ ਹਾਂ ਆਲਰੇਡੀ, ਮੇਰਾ ਆਨਸਰ ਉਹਨਾਂ 'ਚ ਨਹੀਂ ਹੈ। ਤਾਂ ਮੈਨੂੰ ਤਾਂ ਹੁਣ ਤੂੰ ਸਾਹਮਣੇ ਆ, ਜਾਂ ਤਾਂ ਤੂੰ ਸਾਹਮਣੇ ਆ ਔਰ ਮੈਂ ਤੇਰੇ ਸਾਹਮਣੇ ਬੈਠਾ ਔਰ ਮੈਂ ਇਸ ਤਰ੍ਹਾਂ ਤੈਨੂੰ ਪੁੱਛਾਂ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ, ਮੈਨੂੰ ਇਸ ਤਰ੍ਹਾਂ ਜਵਾਬ ਚਾਹੀਦਾ, ਜਾਂ ਫਿਰ ਤੂੰ ਮੈਨੂੰ ਲੈ ਜਾ, ਕਿਉਂਕਿ ਮਿਲਣਾ ਤਾਂ ਹੁਣ ਹੈ ਹੀ ਹੈ, ਹੁਣ ਤਾਂ ਮਿਲੇ ਬਿਨਾਂ ਗੱਲ ਨਹੀਂ। ਤੇ ਜਿਹੜੀ ਮੈਂ ਗੁਰਬਾਣੀ ਪੜ੍ਹਦੀ ਸੀ तो ਉਸ 'ਚ ਹੀ ਸਾਨੂੰ ਕਿਹਾ ਗਿਆ ਕਿ ਪਵਨ में पवन समाया ज्योति में ज्योत रल जाए। ਤੇ ਗੁਰਬਾਣੀ ਦਾ ਪ੍ਰਭਾਵ ਤਾਂ ਹੈ ਹੀ ਸੀ ਮੇਰੇ ਤੇ ਮੈਨੂੰ ਸੀ ਕਿ ਵੀ ਸੰਨਿਆਸ ਤਾਂ ਅਸੀਂ ਨਹੀਂ ਲੈਣਾ, ਜਾਂ ਤਾਂ ਫਿਰ ਪਰਮਾਤਮਾ ਦੀ ਖੋਜ 'ਚ ਦੋ ਹੀ ਰਸਤੇ ਹੁੰਦੇ ਨਾ, ਜਾਂ ਤਾਂ ਤੁਸੀਂ ਇੱਕ ਰਸਤੀ ਛੱਡੋ ਤੇ ਜੰਗਲ ਦਾ ਰੁੱਖ ਕਰੋ, ਵੀ ਉੱਥੇ ਤਪੱਸਿਆ ਕਰੋ, ਸਾਧਨਾ ਕਰੋ। ਉਹ ਤੇ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਕਿ ਅਸੀਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਮੈਂ ਪ੍ਰਭਾਵਿਤ ਸੀ। ਔਰ ਕੁਛ ਮੇਰੇ ਜਿਹੜੇ ਮੈਂ ਜ਼ਿਆਦਾ ਜਿਨ੍ਹਾਂ ਨੂੰ ਇਸ਼ਟ ਗੁਰੂ ਇੱਕ ਤਰ੍ਹਾਂ ਨਾਲ ਮੈਂ ਕਹਾਂ ਗੁਰੂ ਗੋਬਿੰਦ ਸਿੰਘ ਜੀ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਹੈ ਸੀ ਨਹੀਂ ਮੈਂ ਕਹਾਂਗੀ, ਹਲੇ ਵੀ ਹੈ, ਇਨਸਾਈਟ ਤੋਂ ਚੱਲਦੇ ਹੀ ਆ। ਉਹ ਇੱਕ ਸ਼ਕਤੀ ਹੈ ਹਨਾ, ਉਹ ਤੁਹਾਨੂੰ ਲੜਨਾ ਸਿਖਾਉਂਦੇ ਆ ਜ਼ਿੰਦਗੀ ਤੋਂ, ਹਰ ਚੀਜ਼ ਨਾਲ ਜਿਹੜੀ ਗਲਤ ਹੋ ਰਹੀ ਆ ਉਹਦੇ ਵਿਰੋਧ, ਜੋ ਗਲਤ ਹੈ ਉਹਦੇ ਖਿਲਾਫ ਆਵਾਜ਼ ਉਠਾਉਣ ਲਈ ਉਹ ਕਹਿੰਦੇ ਹੈ। ਠੀਕ ਹੈ, ਮੈਂ ਉਹਨਾਂ ਦੀ ਬਹੁਤ ਪ੍ਰੇਮਨ ਰਹੀ। ਤਾਂ ਮੈਨੂੰ ਇਹ ਸੀ ਕਿ ਹਾਂ ਗ੍ਰਸਥ ਜੀਵਨ ਤਾਂ ਨਹੀਂ ਛੱਡਣਾ। ਤੇ ਫਿਰ ਪਰਮਾਤਮਾ ਕਿਸ ਰਸਤੇ ਨਾਲ ਮਿਲੇ, ਕਿਉਂਕਿ ਮੈਨੂੰ ਤਾਂ ਪਰਮਾਤਮਾ ਚਾਹੀਦਾ ਹੁਣ, ਕਿਉਂਕਿ ਮੈਂ ਹੁਣ ਪੁੱਛਣਾ ਹੀ ਹੈ बस, नो ऑप्शन, क्योंकि मैं सारा कुछ पढ़ लिया, गीता पढ़ ली, रामायण पढ़ ली है, सारे भगत पढ़ लए ने, फिर अपने गुरु ग्रंथ साहब जी पढ़ लए ने, उन्हां दे अर्थ भी कर लिया। मेरा आंसर नहीं है, आई नीड माई आंसर, मैनू इन्हां नाल सैटिस्फैक्शन नहीं हो रही है। तो फिर मैं जावां तो फिर केड़ा रस्ता होएगा? मैनू वो रस्ता चाहिए, क्योंकि जंगल का रस्ता मेरा नहीं है, संन्यास का रस्ता मेरा नहीं है, ਮੈਨੂੰ ਇੱਥੇ ਹੀ ਚਾਹੀਦਾ। ਘਰ ਗ੍ਰਸਤੀ 'ਚ ਰਹਿੰਦੇ ਹੋਏ ਤਾਂ ਮੈਂ ਤਪੱਸਿਆ ਕਰ ਰਹੀ ਹਾਂ, ਸਾਧਨਾ ਕਰ ਰਹੀ ਹਾਂ, ਕਰ ਰਹੀ ਹਾਂ, ਆਮ ਡੂਇੰਗ एवरीथिंग। ਕੀ ਵਜ੍ਹਾ ਹੈ ਇਹ ਸਭ ਚੀਜ਼ਾਂ ਹੈ ਮੇਰੇ ਨਾਲ? ਤਾਂ ਮੇਰੀ ਖੋਜ ਸ਼ੁਰੂ ਹੋਈ। ਖੋਜ ਕਿਉਂਕਿ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਜੌਬ ਜਾਂਦੀ ਸੀ ਤੇ ਘਰ ਨਹੀਂ ਸੀ ਰਹਿੰਦੀ, ਤਾਂ ਮੈਨੂੰ ਫਿਰ ਟਾਈਮ ਨਹੀਂ ਸੀ ਮਿਲਦਾ। ਤੇ ਪਰ ਫਿਰ ਮੈਂ ਜਦੋਂ ਮੇਰੀ ਹੈਲਥ ਇਸ਼ੂਜ਼ ਹੋਏ ਤੇ ਫਿਰ ਮੈਂ ਘਰ ਰਹਿਣ ਲੱਗੀ, ਤੇ ਮੈਨੂੰ ਹੋਇਆ ਕਿ ਨਹੀਂ, ਹਾਂ ਹੁਣ ਤਾਂ ਆਪਣਾ ਇਨਕੰਪਲੀਟ ਕੰਮ ਕਰੋ। फिर मैं लब्बन लगी, 1-2 एपिसोड में सात गुरु दे देखे, मैनू नहीं अच्छे लगे, मन ही नहीं लगया। मतलब ਉਹ ਹੁਣ ਜੋ ਕੁਛ ਉਹ ਦੱਸ ਰਹੇ ਸੀ ਮੈਂ ਆਲਰੇਡੀ ਪੜ੍ਹ ਚੁੱਕੀ ਸੀ ਨਾ ਸਾਰਾ ਕੁਛ, ਤੇ ਮੈਨੂੰ ਉਹਨਾਂ ਦੀ ਗੱਲਾਂ 'ਚ ਰਸ ਨਹੀਂ ਸੀ ਕੋਈ। ਮੇਰਾ ਬਲਕਿ ਯਾਤਰਾ ਮੈਨੂੰ ਐਸਾ ਲੱਗਦਾ ਹੈ ਕਿ ਉਹਨਾਂ ਤੋਂ ਅੱਗੇ ਚਲੇ ਗਈ ਸੀ, ਖੋਜ ਹੋ ਗਈ ਸੀ। ਤੇ ਕੀ ਮੈਂ ਹੀ ਦੇਖ ਰਹੀ ਸੀ ਕਿ ਕਿਸਾ ਕੋਈ ਐਸਾ ਰਸਤਾ ਹੋਏ ਕਿ ਜਿਹੜਾ ਮੈਨੂੰ ਦੱਸੇ ਕਿ ਜਾਂ ਤਾਂ ਪਰਮਾਤਮਾ ਹੈ ਜਾਂ ਮੈਂ ਇਹਦੇ ਕੋਲ ਜਾਵਾਂ। ਫਿਰ ਮੈਨੂੰ ਹੀ ਲੱਗਿਆ ਕਿ ਪਰਮਾਤਮਾ ਮੈਂ ਤਾਂ ਬੁਲਾ ਬੁਲਾ ਕੇ ਥੱਕ ਗਈ, ਉਹ ਤਾਂ ਨਹੀਂ ਆਣਾ, ਇਹਦਾ मतलब मैनू ही जाना है। तो वो कैसा रास्ता है जिससे मैं जाऊं ताकि मैनू मिले, लेकिन संन्यास नहीं। तो मार्ग लभ से मैं इसी चक्कर च संत मस्कीन जी दी मैं फैन हाँ, और मैं उन्होंने बहुत सारी वीडियोस सुनिया। तो सारी वीडियो सुन रही है, ये रास्ता नहीं पता लग रहा, किस तरह जाइए। तो यूट्यूब च एक दिन सर्च कर रही सी, मैं क्या हो सकता ਉਹਨਾਂ ਦਾ ਸੰਤ ਮਸਕੀਨ ਜੀ ਦਾ ਕੋਈ ਐਪੀਸੋਡ ਮੇਰੇ ਤੋਂ ਰਹਿ ਗਿਆ ਹੋਏ, ਕੋਈ ਵੀਡੀਓ ਕੁਝ ਬਣੀ ਹੋਏ ਜਿਹੜੀ ਮੈਂ ਨਾ ਸੁਣੀ ਹੋਏ। ਸੋ ਲੈਟ ਮੀ ਟਰਾਈ ਦੈਟ ਥਿੰਗ ਕਿ ਮੈਂ ਦੇਖਾਂ, ਕੁਝ ਮਨ ਦੇ ਵਿੱਚ ਭਾਵ ਇਹ ਚੱਲ ਰਿਹਾ ਕਿ ਮੈਨੂੰ ਰਸਤਾ ਚਾਹੀਦਾ, ਬਸ ਜਾਂ ਤਾਂ ਪਰਮਾਤਮਾ ਆ ਜਾਂ ਮੈਨੂੰ ਰਸਤਾ ਦੱਸ, ਬਸ ਦੋ ਹੀ ਗੱਲਾਂ, ਹੁਣ ਹੋਰ ਕਿਤੇ ਕੰਪਰੋਮਾਈਜ਼ ਨਹੀਂ। ਉਹ ਲੱਭ ਰਹੀਆਂ, ਸਕਰੋਲ ਕਰ ਰਹੀਆਂ ਹੁਣ YouTube 'ਚ, ਮੈਂ ਟੌਪਿਕ ਪਾਇਆ ਸਪਿਰਿਚੁਅਲਿਟੀ, स्पिरिचुअल वीडियोस, स्पिरिचुअलिटी, क्योंकि काफी सारे कीवर्ड पाए ਤੇ ਜਿਹੜੀ ਵੀਡੀਓਜ਼ ਆਈਆਂ ਸੰਤ ਮਸਕੀਨ ਜੀ ਦੀਆਂ, ਮੈਂ ਪਹਿਲਾਂ ਉਹਨਾਂ ਦੇ ਨਾਮ ਨਾਲ ਰਿਸਰਚ ਕੀਤਾ, ਉਹ ਮੈਂ ਸਭ ਸੁਣ ਚੁੱਕੀ ਸੀ, ਤਾਂ ਮੈਨੂੰ ਪਤਾ ਸੀ ਇਹਨਾਂ 'ਚ ਉਹ ਚੀਜ਼ ਨਹੀਂ ਹੈ। ਤਾਂ ਮੈਂ ਤਾਂ ਹੁਣ ਨਵਾਂ ਐਪੀਸੋਡ ਲੱਭ ਰਹੀ ਸੀ ਨਾ, ਕੁਝ ਕੋਈ ਉਹਨਾਂ ਦਾ ਮਿਸਿੰਗ ਕੁਝ ਨਾ ਹੋਵੇ। ਹਾਂਜੀ, ਤੇ ਉਹ ਫਿਰ ਮੈਂ ਜਦੋਂ ਸਕਰੋਲ ਕਰਨ ਲੱਗੀ ਤਾਂ ਫਿਰ ਮੈਂ ਨਵਾਂ ਕੀਵਰਡ ਪਾਇਆ ਸਪਿਰਿਚੁਅਲ, ਤੇ ਉਹ ਮੈਂ ਜਦੋਂ ਕੀਵਰਡ ਪਾਇਆ ਤੇ ਫਿਰ ਉਹ ਆ ਗਏ ਸਾਰੇ ਬਾਪੂ ਆਸਾ ਰਾਮ ਔਰ ਕੀ ਨਾਮ ਹੈ ओशो, क्योंकि स्पिरिचुअल च सारे आ रहे ने। तो मैं स्क्रॉल करती जा रही हाँ, बापू आसा राम के नीचे साडे बापू जी सी बेहद ते बापू जी दशरथ भाई पटेल जी, उस समय मैं नोटिस नहीं किया। उस तो थल्ले सी अपने ओशो वाले,
ਤੇ ਇੱਕ ਵਾਰ ਸਰਸਰੀ ਨਜ਼ਰ ਦੇਖੀ ਤੇ ਪਤਾ ਨਹੀਂ ਮਨ ਦੇ ਵਿੱਚ ਕੀ ਭਾਵ ਆਇਆ ਕਿ ਇਹਨੂੰ ਮੈਂ ਦੁਬਾਰਾ ਤੋਂ ਦੇਖਾਂ, ਕਿ मैं बहुत स्पीड से स्क्रॉल कर रही हूँ, मे बी आई मिस समथिंग। तो मैं देखा, पूरा स्क्रॉल करके नीचे गई, फिर आया कि देखती जा रही, देखिया वो शो बेकार, मतलब मैनू कदी भी नहीं वो पसंद आया। फिर बापू जी ਉਹਨਾਂ ਦੀ ਫੋਟੋ ਸੀ, ਮੈਂ ਟਾਈਟਲ ਨਹੀਂ ਪੜਿਆ, ਵੀਡੀਓ ਨਹੀਂ ਦੇਖੀ। ਉਸ ਤੋਂ ਉੱਪਰ ਫਿਰ ਬਾਪੂ ਆਸਾਰਾਮ, ਮੈਂ ਕਿਹਾ ਬਕਵਾਸ ਹੈ ਨਾ, ਤੇ ਨਹੀਂ ਦੇਖਣਾ। ਉੱਪਰ ਜਾ ਰਹੀ ਹਾਂ, ਫਿਰ ਮਨ ਚ ਆਇਆ ਕਿ ਹਰਸ਼ਰਨ ਤੂੰ ਕੁਛ ਮਿਸ ਕਰ ਰਹੀ ਆ ਜਿਹੜਾ ਤੂੰ ਦੇਖਿਆ ਨਹੀਂ, ਤੇ ਕੀ ਮਿਸ ਕਰ ਰਹੀ ਆ। ਮੈਂ ਦੁਬਾਰਾ ਸਕਰੋਲ ਕੀਤਾ, ਪਤਾ ਨਹੀਂ ਕੁਛ ਪਰਮਾਤਮਾ ਦੀ ਕਿਰਪਾ ਐਸੀ, ਮੈਂ ਪੇਜ ਟਰਨ ਹੀ ਨਹੀਂ ਕੀਤਾ। ਮੈਂ ਉਹਨੂੰ ਫਿਰ ਸਕਰੋਲ ਕਰ ਰਹੀ ਹਾਂ, ਕਾਫੀ ਸਾਰੇ ਸਕਰੋਲ ਕੀਤੇ, ਫਿਰ ਬਾਪੂ ਆਸਰਾ ਵਾਂਗ ਨਹੀਂ ਦੇਖਣਾ। ਫਿਰ ਲੈ ਗਈ ਸਪੀਡ ਨਾਲ, ਵਿਚਕਾਰ ਮੈਨੂੰ ਆਪਣੇ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਦਿਖੇ, ਹੁਣ ਥੋੜਾ ਦਿਖੇ ਥਰਡ ਟਾਈਮ 'ਚ, ਕਿ ਬੜਾ ਉਹਨਾਂ ਦਾ ਵਾਈਟ ਹੈਗਾ, ਬਿਲਕੁਲ ਔਰਾ ਹੈਗਾ, ਔਰ ਪਰਸਨੈਲਿਟੀ ਹੈਗੀ, ਬੜਾ ਡਿਵਾਈਨ ਹੈ। ਤੇ ਇੱਕ ਸਕਿੰਟ ਲਈ ਰੁਕਣਾ ਚਾਹਿਆ ਪਰ ਨਹੀਂ ਰੁਕੀ, ਮੈਂ ਕਿਹਾ ਟਾਈਮ ਨਹੀਂ ਹੈ ਨੀਚੇ ਤੱਕ ਦੀ। ਅਗੇਨ ਟਰਨ ਨਹੀਂ ਕਰ ਰਹੀ ਹਾਂ ਮੈਂ, ਪਤਾ ਨਹੀਂ ਕੀ ਅਟਰੈਕਸ਼ਨ ਹੋਈ। ਹੁਣ ਮੈਂ ਇੱਕ ਇੱਕ ਪੜ੍ਹ ਰਹੀ ਹਾਂ, ਵੀਡੀਓਜ਼ ਪੜ੍ਹਦੀ ਜਾਣੀ। ओशो ਤੇ ਜਾ ਕੇ ਸਟਾਪ ਕੀਤਾ, ਨਹੀਂ। ਉਸ ਤੋਂ ਬਾਅਦ ਉੱਪਰ ਸੀ ਬਾਪੂ ਜੀ ਆਪਣੇ ਸਾਡੇ ਦਸ਼ਰਥ ਭਾਈ ਪਟੇਲ ਜੀ, ਤੇ ਇਹਨਾਂ ਨੇ ਮੈਂ ਦੇਖਿਆ ਪਹਿਲਾਂ ਬਹੁਤ ਮੈਨੂੰ ਹੋਇਆ ਨਹੀਂ, ਪਰ ਫਿਰ ਮੇਰੇ ਮਨ 'ਚ, ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਭਗਤਨ ਸੀ ਨਾ, ਤਾਂ ਦੇਹਧਾਰੀ ਨੂੰ ਛੇਤੀ ਨਹੀਂ ਮੰਨਦੀ। ਤੇ ਮੈਨੂੰ ਸੀ ਕਿ ਮੈਂ ਕਿਸੇ ਬਾਬਾ ਬੂਬੇ ਦੇ ਮਗਰ ਨਹੀਂ ਲੱਗਣਾ, ਮੈਂ ਜੋ ਲੱਭ ਰਹੀ ਹਾਂ ਆਮ ਫੋਕਸਡ ਔਨ ਦੈਟ, ਕਿ ਮੈਂ ਉਹੀ ਲੱਭਾਂਗੀ। लेकिन ਇਹਨਾਂ ਦੀ ਵੀਡੀਓ ਦੇ ਥੱਲੇ ਟਾਈਟਲ ਆ ਰਿਹਾ ਸੀ, क्या पति पत्नी का पिछले जन्मों का संबंध होता है। ਤਾਂ ਮੇਰੇ ਦਿਮਾਗ 'ਚ ਆਇਆ ਕਿ ਇਹ ਟੌਪਿਕ ਤਾਂ ਕਦੀ ਦੇਖਿਆ ਹੀ ਨਹੀਂ, ਔਰ ਨਾ ਹੀ ਕਦੀ ਸੁਣਿਆ, ਪਰ ਹਾਂ ਇੰਟਰਨਲ ਮੇਰਾ ਕੁਐਸਚਨ ਹੈ, ਤਾਂ ਸੁਣ ਲੈਣ 'ਚ ਕੀ ਹਰਜ ਹੈ। ਵੈਸੇ ਵੀ ਮੈਂ ਤਾਂ ਸਾਰੇ ਭਜਾ ਹੀ ਰਹੀ ਹਾਂ, ਮੇਰੇ ਮਤਲਬ ਦਾ ਨਹੀਂ। ਤਾਂ ਮੈਂ ਵੀਡੀਓ ਦਾ ਟਾਈਮ ਦੇਖਿਆ, ਸਿਰਫ 5 ਮਿੰਟ ਦੀ ਵੀਡੀਓ ਸੀ, ਮੈਂ ਕਿਹਾ 5 ਮਿੰਟ 'ਚ ਕੁਝ ਖਾਸ ਫਰਕ ਨਹੀਂ ਪੈਂਦਾ, ਔਰ ਜਦੋਂ ਸਾਡਾ ਮਾਈਂਡ ਪੱਕਾ ਤਾਂ ਫਿਰ ਥੋੜਾ ਕਿਸੇ ਦੀ ਗੱਲ 'ਚ ਤਾਂ ਕਰਾਂਗੇ ਸਕਰੋਲ, ਉੱਪਰ ਨਿਕਲ ਜਾਂਦੇ। ਉਹਨੂੰ ਮੈਂ ਵੀਡੀਓ ਨੂੰ ਓਪਨ ਕੀਤਾ, ਉਸ 'ਚ ਫਿਰ ਬਾਪੂ ਜੀ ਸ਼੍ਰੀ ਕ੍ਰਿਸ਼ਨ ਦੀ 16,108 ਰਾਣੀਆਂ ਦੀ ਗੱਲ ਕਰ ਰਹੇ ਸੀ, ਤੇ ਪਤੀ ਪਤਨੀ ਦਾ ਦੱਸ ਰਹੇ ਸੀਗੇ ਕਿ ਬਈ ਹੁਣ ਮਿਸਮੈਚ ਹੋ ਗਿਆ, ਇਸ ਕਰਕੇ ਕੋਈ ਸੋਲਮੇਟ ਤਾਂ ਹੈ ਨਹੀਂ ਕਿਸੇ ਦਾ, ਤੇ ਉਹ ਬਣਦੀ ਨਹੀਂ ਹੈ, ਤੇ ਬਈ ਇਹ ਤੇ ਓਰੀਜਨਲ ਜਿਹੜਾ ਹੈ, ਓਰੀਜਨਲ ਨਾਲ 16,108 ਦੀ ਰਾਣੀਆਂ ਦੀ ਮੈਨੂੰ ਗੱਲ ਪਤਾ ਸੀ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਮੈਂ ਪਹਿਲਾਂ ਵੀ ਉਹ ਸਭ ਪੜ੍ਹ ਚੁੱਕੀ ਸੀ। ਤੇ ਮੈਂ ਕਿਹਾ ਇਹ ਤੇ ਗੱਲ ਸੱਚੀ, ਇਹ ਤੇ ਗੱਲ ਝੂਠ ਨਹੀਂ ਹੈ। ਹਾਂ 16,000, ਕਿਉਂਕਿ ਇਹ ਵੇਦ ਸ਼ਾਸਤਰਾਂ ਦੀ ਗੱਲ ਸੀ, ਹਨਾ, ਔਰ ਮੈਂ ਬਾਪੂ ਜੀ ਨੇ ਮੇਰੇ ਤੋਂ ਆਪਣਾ ਗੀਤਾ ਵੀ ਪੜ੍ਹਵਾਈ ਹੋਈ ਸੀ, ਤੇ ਮੈਂ ਕਿਹਾ ਇਹ ਤੇ ਝੂਠ ਨਹੀਂ ਹੈ, ਬਾਕੀ ਤਾਂ ਸਾਰੇ ਫਰਾਡ ਹੈ ਹੀ ਨਜ਼ਰ ਆ ਰਿਹਾ, ਇਹ ਗੱਲ ਸੱਚੀ। 16,108 ਰਾਣੀਆਂ ਵੀ ਸੀ, ਪਲੱਸ ਬਾਪੂ ਜੀ ਉਸ 'ਚ ਦੱਸ ਰਹੇ ਕਿ 108 ਉਹਨਾਂ ਨੇ 16,000 ਰੂਪ ਵੀ ਕੱਢੇ। ਮੈਂ ਕਿਹਾ ਹਾਂ ਇਹ ਵੀ ਸੱਚੀ ਗੱਲ ਹੈ, ਰੂਪ ਵੀ ਕੱਢੇ ਸੀ, ਔਰ ਇਹ ਸ਼ਾਸਤਰ 'ਚ ਹੀ ਲਿਖਿਆ ਹੋਇਆ ਹੈ, ਤੇ ਇਹ ਤਾਂ ਝੂਠ ਨਹੀਂ ਬੋਲ ਰਹੇ। ਤੇ ਫਿਰ ਅਗਰ ਇਹ ਸਾਰੀ ਗੱਲ ਸੱਚ ਹੈ, ਪਤਾ ਨਹੀਂ ਦਿਲ ਵਿੱਚ ਜਿਹੜੀ ਉਹ ਗੱਲ ਕਹਿ ਰਹੀ ਸੀ ਕਿ ਹਾਂ ਹਸਬੈਂਡ ਵਾਈਫ ਦੀ ਤਾਂ ਨਹੀਂ ਬਣਦੀ ਕਿਉਂਕਿ ਉਹ ਸੋਲਮੇਟ ਨਹੀਂ ਹੈ, ਵੈਰੀ ਟਰੂ, ਕਿਉਂਕਿ ਮੈਂ ਖੁਦ ਮੈਰਿਡ ਲਾਈਫ 'ਚ ਹਾਂ, ਤੇ ਇੱਕ ਵੀ ਲਾਈਨ ਗਲਤ ਨਹੀਂ ਹੈ, ਸਭ ਕੁਝ ਸਹੀ ਹੈ। ਤਾਂ ਮੈਂ ਉਸ ਵੀਡੀਓ ਨੂੰ ਦੁਬਾਰਾ ਫਿਰ ਸੁਣਿਆ, ਤੇ ਹੁਣ ਜਿਸ ਤਰ੍ਹਾਂ ਕਿ ਫੋਨ ਅਸਿਊਮ ਕਰ ਲੈਂਦਾ ਕਿ ਤੁਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਇਸ ਤਰ੍ਹਾਂ ਦੀ ਵੀਡੀਓ, ਤਾਂ ਉਹਨਾਂ ਦੀ ਇੱਕ ਵੀਡੀਓ ਖੋਲੀ ਸੀ, ਸੋ ਲਿੰਕ ਖੁੱਲ ਗਿਆ। ਹੁਣ ਇੱਕ ਆਈ ਉਹਨਾਂ ਦੀ, ਫਿਰ ਥੋੜੀ ਦੇਰ ਬਾਅਦ ਦੂਸਰੀ ਵੀਡੀਓ, ਤੀਸਰੀ, ਇਸ ਤਰ੍ਹਾਂ ਕਰਦੇ ਮੈਂ ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਰਸ ਪੈ ਗਿਆ, ਮੈਂ ਸੁਣਦੀ ਗਈ ਉਹਨਾਂ ਦੀ। ਇੱਕ ਮੇਰੇ ਖਿਆਲ ਮੈਂ ਇੱਕ ਵੀਕ ਦੇ ਅੰਦਰ 250-300 ਵੀਡੀਓ ਸੁਣ ਲਈਆਂ ਉਹਨਾਂ ਨੇ, ਰਾਤ ਦਿਨ ਨੀਂਦ ਨਾ ਆਏ। ਕੁਝ ਵੀਡੀਓਜ਼ ਤਾਂ ਬਹੁਤ ਲੰਬੀਆਂ ਹੈਗੀਆਂ ਨੇ, ਸਭ ਮੈਂ ਕੋਈ ਛੋੜਾ ਹੀ ਨਾ, ਏਅਰਫੋਨ ਲਗਾ ਲਾ, ਮਤਲਬ ਜਦੋਂ ਟੌਪਿਕ ਆਏ ਇਹ ਵੀ ਸੁਣ, ਇਹ ਰਹਿ ਨਾ ਜਾਏ, ਉਹ ਮੈਂ ਸੁਣਦੀ ਜਾ ਰਹੀ ਹਾਂ, ਮੈਨੂੰ ਸਭ ਸੱਚ ਲੱਗਦਾ ਜਾ ਰਿਹਾ, ਸਭ ਸੱਚ, ਇੱਕ ਗੱਲ ਝੂਠ ਨਹੀਂ। ਕਰਦੇ ਇੱਕ ਵੀਡੀਓ ਐਸੀ ਆਈ ਜਿਹੜਾ ਮੇਰਾ ਨਿੱਜੀ ਅਨੁਭਵ ਸੀ, ਬਿਲਕੁਲ ਪਰਸਨਲ, ਔਰ ਮੈਂ ਕਿਸੇ ਨਾਲ ਸ਼ੇਅਰ ਨਹੀਂ ਸੀ ਕੀਤਾ। ਜਦੋਂ ਮੇਰਾ ਛੋਟਾ ਬੇਟਾ ਹੋਇਆ 2003 ਤੇ, ਉਸ ਸਮੇਂ ਇੱਕ ਮੈਨੂੰ
ਅਹਿਸਾਸ ਕਹੀਏ ਅਸੀਂ, ਉਹ ਫੀਲਿੰਗ ਸੀ, ਮੈਂ ਕਿਸੇ ਨਾਲ ਨਹੀਂ ਸ਼ੇਅਰ ਕੀਤੀ, ਕਿਉਂਕਿ ਮੇਰੇ ਘਰ ਦੇ ਹਾਲਾਤ ਇੰਨੇ ਟਾਈਟ ਸੀ ਕਿ ਮੈਂ ਆਪਣੀ ਮੰਮੀ ਨੂੰ ਵੀ ਫੋਨ ਨਹੀਂ ਕਰ ਸਕਦੀ ਸੀ, ਨਾਟ ਅਲਾਉਡ। ਉਸ ਸਮੇਂ ਸੈਲਫੋਨ ਤਾਂ ਹੁੰਦਾ ਹੀ ਨਹੀਂ ਸੀ, ਲੈਂਡਲਾਈਨ ਹੁੰਦੀ ਸੀ, ਐਂਡ ਨਾਟ ਅਲਾਉਡ। ਤਾਂ ਮੈਂ, ਮਤਲਬ ਤੁਸੀਂ ਅੰਡਰਸਟੈਂਡ ਕਰੋਗੇ, ਆਈ ਵਾਜ਼ ਇੱਕਦਮ ਲਾਈਕ ਇਨ ਮਾਈ, ਹਾਂਜੀ, ਆਪਣੇ ਕਲਚਰ ਹੁੰਦਾ, ਆਪਣੀ ਫੈਮਲੀਜ਼ ਦੇ ਵਿੱਚ ਆਪਣਾ ਜੋ ਵੀ ਟ੍ਰੈਡੀਸ਼ਨ ਹੈ, ਚਲੋ ਤੁਸੀਂ ਬਸ ਨਿਭਾ ਲਿਆ, ਬਹੁਤ ਅੱਛਾ, ਹੁਣ ਵੀ ਸੋਹਣਾ ਰਹਿ ਰਹੇ ਹੋ, ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ, ਲੋਕਾਂ ਨੂੰ ਤੁਸੀਂ ਪ੍ਰੇਰਣਾ ਦਿੰਦੇ ਹੋ, ਸਾਡੇ ਵਰਗੇ ਤੁਹਾਡੇ ਕੋਲੋਂ ਗਿਆਨ ਸਭ। ਨਹੀਂ ਨਹੀਂ, ਐਸੀ ਗੱਲ ਨਹੀਂ ਹੈ, ਸਭ ਕਰਨ ਕਰਾਉਣਹਾਰ ਸਭ ਉਹੀ ਹੈ। ਉਹ ਹਿੰਮਤ, ਦਿਮਾਗ ਅਗਰ ਉਹਨਾਂ ਦੇ ਸਰੀਰ ਨਾਲ ਚਲਾਏ ਤਾਂ ਕੁਝ ਨਹੀਂ ਕਰ ਸਕਦੇ। ਸਭ ਹੁੰਦਾ ਟਾਈਟ ਹਾਲਾਤ ਵਿੱਚ। ਮੈਂ ਹੀ ਕਹਾਂਗੀ ਕਿ ਮੇਰੇ ਇਨ-ਲॉज ਬਹੁਤ ਟਾਈਟ ਸੀ, ਬਹੁਤ ਟਾਈਟ। ਮਤਲਬ ਇਥੋਂ ਤੱਕ ਕਿ ਜਿਹੜੀ ਮੇਰੀ ਪ੍ਰੀਖਿਆ ਹੋਣ ਲੱਗ ਪਈ ਕਿ ਖਾਣ ਨੂੰ ਵੀ ਰੋਟੀ ਨਹੀਂ ਸੀ ਮਿਲਦੀ, ਔਰ ਸਾਰਾ ਦਿਨ ਘਰ ਦਾ ਕੰਮ ਕਰਦੇ ਰਹਿਣਾ, ਔਰ ਬਿਲਕੁਲ ਨੌਕਰ ਚਾਕਰ ਦੀ ਤਰ੍ਹਾਂ, ਔਰ ਆਲਵੇਜ਼ ਸੁਣਦੇ ਰਹਿਣਾ ਸਾਰਿਆਂ ਦੀ ਗੱਲਾਂ, ਤੇ ਪੇਰੈਂਟਸ ਕੋਲ ਨਹੀਂ ਜਾ ਸਕਦੇ, ਪੇਰੈਂਟਸ ਦੀ ਗੱਲ ਨਹੀਂ ਕਰ ਸਕਦੇ। ਮਤਲਬ ਤੁਸੀਂ ਜਿੰਨੇ ਮੈਕਸਿਮਮ ਆਪਣੇ ਟਾਈਟ ਹਾਲਾਤ ਸਮਝ ਸਕਦੇ ਹੋ, ਸਾਰੇ ਇਸੇ ਕਰਕੇ ਪਰਮਾਤਮਾ ਵੱਲ ਖੋਜੋਗੇ। ਜੀਣ ਦੀ ਇੱਛਾ ਨਹੀਂ ਹੈ, ਜੀਣਾ ਖਾਲੀ ਇसी करके कि मेरे 2 छोटे बच्चे हैं, और अगर मेरा ये हाल है और मैं अगर नहीं ਰਹਿੰਦੀਆਂ ਤੇ ਇਹਨਾਂ ਦਾ ਤਾਂ ਬਿਲਕੁਲ ਨਹੀਂ, ਤੇ ਇਹਨਾਂ ਕਰਕੇ ਜੀਣਾ ਹੈ। ਤੇ ਉसी ਟਾਰਗੇਟ ਨਾਲ, ਲੇਕਿਨ ਅੰਦਰੋਂ, ਕਿਉਂਕਿ ਮੇਰਾ ਅਧਿਆਤਮਿਕ ਜੀਵਨ ਸੀ ਉਹ ਸਾਰਾ ਛੁੱਟ ਚੁੱਕਿਆ ਸੀ, ਤਾਂ ਹਾਲਾਤ ਬਹੁਤ ਬਦਲ ਗਏ ਸੀ। ਮੈਂ ਪੜ੍ਹੀ ਲਿਖੀ ਲੜਕੀ ਸੀ ਔਰ ਕੋਰਸ ਕੀਤੇ ਹੋਏ ਸੀ, ਤੇ ਇੱਕਦਮ ਹਾਊਸ ਵਾਈਫ ਔਰ ਚੀਜ਼ਾਂ ਸ਼ੁਰੂ ਹੋ ਗਈਆਂ, ਸੋ ਕਠਿਨ ਹੋ ਗਿਆ ਮੇਰੇ ਲਈ। ਤੇ ਉਸ ਸਮੇਂ ਮੇਰੀ ਬਹੁਤ ਅਧਿਆਤਮਿਕ, ਜਦੋਂ ਵੀ ਘਰ 'ਚੋਂ ਕੋਈ ਵੀ ਗੱਲ ਹੋਣੀ, ਤਾਂ ਮੇਰੀ ਬੜੀ ਆਦਤ ਸੀ, ਮੈਂ ਕਿਸੇ ਨੂੰ ਕਦੀ ਬੁਰਾ ਜਵਾਬ ਨਹੀਂ ਸੀ ਦਿੰਦੀ, ਕਦੀ ਜਵਾਬ ਨਹੀਂ ਦਿੱਤਾ, ਜਵਾਬ ਨਹੀਂ ਦਿੱਤਾ, ਕਦੀ ਪਲਟ ਕੇ, ਲੇਕਿਨ ਆਪਣੇ ਅੰਦਰ ਬਰਦਾਸ਼ਤ ਕਰਦੀ ਸੀ। ਉਹ ਜਜ਼ਬ ਕਰਨ ਕਰਕੇ ਫਿਰ ਹੁਣ ਹੈਲਥ ਇਸ਼ੂਜ਼ ਆਏ, ਡੈਫੀਨੇਟਲੀ ਡਿਪਰੈਸ਼ਨ, ਐਂਗਜ਼ਾਇਟੀ ਤਾਂ ਆਉਂਦੀ ਹੈ ਜਦ ਬੰਦਾ ਕਿਤੇ ਬੋਲ ਵੀ ਨਹੀਂ ਸਕਦਾ, ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਉਸ ਦੌਰਾਨ 'ਚ ਮੈਂ ਪਰਮਾਤਮਾ ਨੂੰ ਬਹੁਤ ਯਾਦ ਕਰਦੀ ਸੀ, ਬਹੁਤ। ਜਿਸ ਦਿਨ ਕਿਸੇ ਨੇ ਕੁਝ ਮੈਨੂੰ ਬੋਲਣਾ, ਮੈਂ ਡਬਲ ਪਾਵਰ ਨਾਲ ਪਰਮਾਤਮਾ ਨੂੰ ਯਾਦ ਕਰਨਾ, ਇਹ ਸੋਚ ਕੇ ਕਿ ਅੱਜ ਮੈਂ ਕੁਝ ਐਸਾ ਕੰਮ ਕੀਤਾ ਜਿਹੜਾ ਪਰਮਾਤਮਾ ਮੇਰੇ ਤੋਂ ਨਾ ਖੁਸ਼ ਹੈ। ਤਾਂ ਮੈਨੂੰ ਉਹ ਕੰਮ ਕਰਨਾ ਕਿ ਜਿਹਦੇ ਨਾਲ ਮੈਂ ਮਰਨ ਬਾਰੇ ਕਦੀ ਨਹੀਂ ਸੀ ਸੋਚਦੀ। ਆਈ ਐਮ ਨਾਟ ਦੈਟ ਕਾਈਂਡ ਆਫ ਪਰਸਨ ਕਿ ਵੀ ਮੈਨੂੰ ਕੁਝ ਹੋ ਰਿਹਾ ਤਾਂ ਮੈਂ ਸੁਸਾਈਡ ਕਰ ਲਾਂ। ਮੈਂ ਫਾਈਟ ਕਰਾਂ, ਮੈਂ ਲੜਾਂ, ਮੈਂ ਆਪਣੀ ਤਾਕਤ ਨੂੰ ਵਧਾਵਾਂ, ਮੈਂ ਆਪਣੇ ਪਰਮਾਤਮਾ ਨੂੰ ਹੋਰ ਪਿਆਰ ਕਰਾਂ, ਹੋਰ ਯਾਦ ਕਰਾਂ। ਮੈਂ ਕਿਤੇ ਕਮੀ ਛੱਡੀ ਹੈ ਤਾਂ ਹੀ ਅੱਜ ਮੈਨੂੰ ਕੁਝ ਕਮੀ ਹੈ, ਜਾਂ ਅੱਜ ਮੈਨੂੰ ਕੁਝ ਮਿਲਿਆ ਸੁਣਨ ਨੂੰ, ਜਾਂ ਜੋ ਵੀ ਮੇਰੇ ਹਾਲਾਤ ਬਣੇ। ਤੇ ਤੁਹਾਡਾ ਐਕਸਪੀਰੀਅੰਸ ਤੁਸੀਂ ਦੱਸ ਰਹੇ ਸੀਗੇ, ਤੁਹਾਡਾ ਬੇਟਾ ਹੋਇਆ ਸੀਗਾ ਛੋਟਾ, ਤੇ ਉਦੋਂ ਫਿਰ ਬਾਪੂ ਜੀ ਦਾ ਗਿਆਨ ਤੁਸੀਂ ਕਿਵੇਂ ਰਿਲੇਟ ਕਰਦੇ ਹੋ ਨਹੀਂ, ਉਸ? ਉਹੀ ਦੱਸ ਰਹੀ ਹਾਂ, ਉਸ ਸਮੇਂ ਮੈਨੂੰ ਇੱਕ ਅਨੁਭੂਤੀ ਹੋਈ ਸੀ, ਅਹਿਸਾਸ ਹੋਇਆ ਸੀ ਕਿ ਇੱਕ ਦਿਨ ਮੈਂ ਕੰਮ ਤੋਂ ਬੜਾ, ਵੈਸੇ ਤਾਂ ਡੇਲੀ ਰੂਟੀਨ ਸੀ, ਤਾਂ ਬਈ ਮੈਂ ਦੁਪਹਿਰ, ਜੂਨ ਜੁਲਾਈ ਦੀ ਦਿੱਲੀ ਦੀ ਗਰਮੀ, ਭਰ ਗਰਮੀ, ਤਾਂ ਮੈਂ ਬੈਠੀ ਤੇ ਸਾਡੀ ਬਿਜਲੀ ਚਲੀ ਗਈ। ਦਿੱਲੀ 'ਚ ਤਾਂ ਕੱਟ ਹਮੇਸ਼ਾ ਹੀ ਲੱਗਦਾ ਬਿਜਲੀ ਦਾ। ਉਹ ਬਿਜਲੀ ਚਲੀ ਗਈ ਤੇ ਬੜੀ ਗਰਮੀ ਸੀ, ਤੇ ਮੈਂ ਪੰਖਾ ਚਲਾ ਲਿਆ। ਉਹ ਇਨਵਰਟਰ ਨਾਲ ਚੱਲ ਰਿਹਾ ਸੀ, ਤੇ ਫਿਰ ਮਦਰ ਇਨ ਲਾਅ ਨੂੰ ਨਹੀਂ ਅੱਛਾ ਲੱਗਿਆ, ਤਾਂ ਮੈਂ ਚੁੱਪਚਾਪ ਆਪਣਾ ਖਾਣਾ ਖਾ ਰਹੀ ਸੀ, ਤੇ ਮੇਰੇ ਮਨ 'ਚ ਨਾ ਉਸ ਸਮੇਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਉਸ ਦਿਨ ਪਰਮਾਤਮਾ ਨੂੰ ਬਹੁਤ ਯਾਦ ਕਰਦੀ ਸੀ, ਤਾਂ ਮੈਂ ਕਰਨ ਲੱਗ ਪਈ ਯਾਦ। ਤਾਂ ਮੈਂ ਇੱਕਦਮ ਦੇਖਿਆ कि मैंने गर्मी बहुत लग रही सी उस समय, लेकिन जो है, और मैं खाना खा रही सी, ते मैं याद किया परमात्मा ਨੂੰ ਮਨ ਦੇ ਵਿੱਚ ਕਿ ਮੈਂ ਹਮੇਸ਼ਾ ਯਾਦ ਕਰਦੀ ਸੀ, ਤੇ ਲੇਕਿਨ ਮੈਂ ਖਾਸ ਨਹੀਂ ਸੀ, ਵੈਸੇ ਤਵੱਜੋ ਜ਼ਿਆਦਾ ਨਹੀਂ ਦਿੱਤੀ, ਸੋ ਠੀਕ ਸੀ। ਮੈਨੂੰ ਸੀ ਕਿ ਥੋੜੀ ਰੋਟੀ ਖਾ ਲਾਂ ਬਸ, ਮੈਂ ਆਊਟਸਾਈਡ ਚਲਾ ਜਾਂਗੀ ਜਾਂ ਬੱਚਿਆਂ ਨੂੰ ਦੇਖ ਲਾਂਗੀ ਦਾ ਨਾਮ ਆ ਮੌਕੇ। ਤਾਂ ਮੈਂ ਉਹ ਖਾ ਰਹੀ ਸੀ, ਤਾਂ ਮੈਨੂੰ ਇੱਕਦਮ ਹੀ ਨਾ ਆਪਣੇ ਫਰਸ਼ 'ਚ, ਜਿੱਥੇ ਉਸ ਸਮੇਂ ਚਿਪਸ ਦਾ ਫਰਸ਼ ਸੀ, ਤੇ ਉਹ ਮੈਂ ਖਾਣਾ ਖਾ ਰਹੀ ਤਾਂ ਉੱਥੇ ਪਾਣੀ ਭਰ ਗਿਆ। दूर तक, जिथों तक मैंने अपना बरांडा दिखाई दे रहा, सब पानी भर गया, बिल्कुल फ्रेश वाटर, और इतना क्लीन कि मैं नीचे दा फर्श दा चिप्स भी देख पा रही हूँ थ्रू वाटर। ते मैं क्या कि हुणे ते मैं सारे पोछे लगाए है, सारी सफाई की थी, पानी कित्थों आ गया?
ਹੁਣੇ ਤਾਂ ਮੈਂ ਕਲੀਨ ਅਪ ਕਰਕੇ ਤਾਂ ਮੈਂ ਤਾਂ ਰੋਟੀ ਖਾਣ ਲੱਗੀ ਆ, ਮੈਂ ਤਾਂ ਹਲੇ ਰੋਟੀ ਸਟਾਰਟ ਕੀਤੀ ਹੈ, ਇੰਨਾ ਪਾਣੀ ਭਰ ਗਿਆ, ਇਹ ਕਿਸ ਤਰ੍ਹਾਂ ਭਰ, ਮਤਲਬ ਉਹ ਇੰਨਾ ਪਾਣੀ ਮੈਨੂੰ ਨਜ਼ਰ ਆ ਰਿਹਾ ਸੀ ਜਿਸ ਤਰ੍ਹਾਂ ਟੈਪ ਖੁੱਲੀ ਰਹਿ ਜਾਏ ਤੇ ਤੁਹਾਡਾ ਉਹ ਭਰ ਜਾ ਲੈਵਲ, ਇੰਨਾ ਪਾਣੀ ਫਰਸ਼ अच्छा। ਦੇ ਉੱਪਰ। ਤੇ ਮੈਨੂੰ ਲੱਗਿਆ ਕਿ ਮੇਰੇ ਪੈਰ ਪਾਣੀ ਵਿੱਚ ਹੈ, ਕਿਉਂਕਿ ਮੈਂ ਇਸ ਤਰ੍ਹਾਂ ਰੋਟੀ ਅਗਰ ਖਾ ਰਹੀ ਤਾਂ ਮੇਰੇ ਪੈਰ ਜਿਹੜੇ ਫਲੋਰ 'ਚ ਪਾਣੀ ਦੇ ਵਿੱਚ ਹੈ, ਤੇ ਮੈਨੂੰ ਧਿਆਨ ਹੈ ਕਿ ਮੈਂ ਤੇ ਮੇਰੇ ਤੇ ਸਲਵਾਰ ਗਿੱਲੀ ਹੋ ਜਾਏਗੀ ਹੈ ਨਾ, ਤੇ ਮੈਨੂੰ ਹੁਣੇ ਉੱਪਰ ਜਾਣਾ ਪਏਗਾ ਕੱਪੜੇ ਚੇਂਜ ਕਰਨ, ਮੈਂ ਤਾਂ ਹੁਣੇ ਨਾਲੇ ਹੁਣ ਰੋਟੀ ਤਾਂ ਖਾਣੀ ਛੱਡੋ, ਹੁਣ ਸਾਰਾ ਪਾਣੀ ਭਰ ਗਿਆ, ਨੂੰ ਕੱਢਣਾ ਪਏਗਾ, ਪਰ ਪਤਾ ਨਹੀਂ ਕਿੱਥੋਂ ਭਰ ਗਿਆ। ਤੇ ਇੱਕ ਮਨ ਹੋਇਆ ਕਿ ਰੋਟੀ ਖਾ ਲੈ, ਤੇ ਇੱਕ ਮਨ ਹੋਇਆ ਕਿ ਪਹਿਲਾਂ ਪਾਣੀ ਕੱਢ ਲੈ, ਵੀ ਇਹ ਤਾਂ ਭਰ ਗਿਆ ਸਾਰਾ, ਤੇ ਭਰਦਾ ਹੀ ਜਾਏਗਾ ਹੋਰ। ਫਿਰ ਮੈਂ ਕਿਹਾ ਨਹੀਂ ਤੂੰ ਰੋਟੀ ਖਾ ਲੈ, ਪਾਣੀ ਕੱਢਣ 'ਚ ਬਹੁਤ ਟਾਈਮ लगेगा। ਤੇ ऐसा विचार करते करते दिमाग 'ਚ सलवार गिल्ली हो जाएगी मेरी, है ना, तो मैं सलवार ऊपर कर ला, करना तो पएगा ही, दिमाग नहीं ज़्यादा चल रहा, हाँ। दिमाग की सफाई ਵੱਲ। तो मैं सलवार ਉੱਪਰ ਕੀਤੀ, ਤੇ ਜਦੋਂ ਸਲਵਾਰ ਉੱਪਰ ਕੀਤੀ ਤੇ ਮੈਂ ਦੇਖੇ ਪੌਂਚੇ, ਮੇਰੇ ਪੌਂਚੇ ਤੇ ਗਿੱਲੇ ਨਹੀਂ ਹੈ, ਲੇਕਿਨ ਪੈਰ ਮੇਰੇ ਪਾਣੀ 'ਚ, ਆ ਪਾਣੀ ਹੈ। ਤੇ ਮੈਂ ਕਿਹਾ ਹੋ ਕੀ ਰਿਹਾ, ਸਲਵਾਰ ਦੇ ਪੌਂਚੇ ਗਿੱਲੇ ਨਹੀਂ ਹੈ, ਪਾਣੀ ਫਰਸ਼ 'ਚ ਭਰਿਆ ਹੋਇਆ, ਉੱਥੋਂ ਤੱਕ ਨਜ਼ਰ ਆ ਰਿਹਾ, ਇੰਨਾ ਪਾਣੀ, ਮਤਲਬ ਲੇਅਰ ਹੈਗੀ ਆ ਪਾਣੀ ਦੀ। ਤੇ ਇਹ ਆਇਆ ਕਿੱਥੋਂ, ਇਹ ਤਾਂ ਪਾਣੀ ਮਤਲਬ ਗਿੱਲੀ ਹੋਣੀ ਚਾਹੀਦੀ ਸਲਵਾਰ। ਫਿਰ ਮੇਰੇ ਦਿਮਾਗ ਨੇ ਥੋੜਾ ਵਰਕ ਕਰਨਾ ਸ਼ੁਰੂ ਕੀਤਾ ਕਿ ਇਹ ਤਾਂ ਸਲਵਾਰ ਤੇ ਕੀ ਹੈ, ਜਾਂ ਤਾਂ ਮੇਰਾ ਹੀ ਦਿਮਾਗ ਘੁੰਮ ਗਿਆ ਹੈ, ਜਾਂ ਮੈਨੂੰ ਗਰਮੀ ਜ਼ਿਆਦਾ ਨਾਲ ਗਰਮੀ ਲੱਗ ਰਹੀ ਹੈ, ਜਾਂ ਮੈਨੂੰ ਕੁਛ ਹੈਲਥ ਇਸ਼ੂ ਹੋ ਗਿਆ। ਤੇ ਮੈਂ ਕਿਹਾ ਜੋ ਵੀ ਹੈ, ਰੋਟੀ ਖਾ ਲਓ। ਮੈਂ ਸਲਵਾਰ ਉੱਪਰ ਆਪਣੇ ਟੰਗੀ ਤੇ ਮੈਂ ਰੋਟੀ, ਮਤਲਬ ਅਗਰ ਉਸ ਸਮੇਂ ਮੈਨੂੰ ਕੋਈ ਦੇਖਦਾ ਨਾ ਤਾਂ ਕਹਿੰਦਾ ਪਾਗਲ ਹੈ। ਤੇ ਫਿਰ ਮੇਰੇ ਦਿਮਾਗ 'ਚ ਆਇਆ ਕਿ ਸਲਵਾਰ ਤਾਂ ਗਿੱਲੀ ਨਹੀਂ ਹੋਈ, ਪਾਣੀ ਤਾਂ ਹੈ, ਦੂਰ ਤੱਕ ਨਜ਼ਰ ਆ ਰਿਹਾ ਹੈ। ਜੇ ਪਾਣੀ ਹੋਏਗੀ ਤਾਂ ਆਵਾਜ਼ ਆਏਗੀ ਪਾਣੀ ਦੀ। ਤੇ ਕਿੰਨਾ ਟਾਈਮ ਤੁਹਾਨੂੰ ਏਦਾਂ ਮਹਿਸੂਸ, ਕਿੰਨਾ ਕੁ ਤੁਸੀਂ 5-10 ਅੰਦਾਜ਼ਾ? ਮਿੰਟ, 5-10 ਮਿੰਟ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਮੈਂ ਆਰਾਮ ਨਾਲ ਹਰ ਚੀਜ਼ ਨੂੰ, ਤੇ ਮੇਰੀ ਪਾਣੀ ਦੀ ਆਵਾਜ਼ ਆਏਗੀ, ਮੈਂ ਨਾ ਥੱਲੇ ਫਰਸ਼ 'ਚ ਆਪਣੀ ਪੈਰ ਮਾਰਨੀ ਹੈ ਚੱਕਣ ਦੀ, ਕਿ ਵੀ ਇਹਦੀ ਆਵਾਜ਼ ਆਏਗੀ ਪਾਣੀ ਦੀ। ਔਰ ਉਸ ਟਾਈਮ ਕੋਈ ਵੀ ਨਹੀਂ ਸੀ रूम 'ਚ, क्योंकि बिजली जलेगी, सब इधर-उधर तितर-बितर हो गए, तो मैं रोटी करके फँसी हुई सी कमरे 'ਚ कि मैं खा रही हूँ। पानी ਦੀ ਆਵਾਜ਼ ਨਹੀਂ ਆਈ, ਨਾ ਪਾਣੀ ਛਪ-ਛਪ करे, और ना पानी ਦੇ ਛਿੱਟੇ ਪੈਣ, और ना मेरी सलवार गिल्ली ਹੋਈ, लेकिन पानी है। फिर मैंने दिमाग लगाना छोड़ता, मैं ਕਿਹਾ ਜੋ ਵੀ ਹੈ, ਮੈਂ ਆਪਣੀ ਅੱਖਾਂ-ਉੱਖਾਂ ਮਲਾਂ, ਵੀ ਕੁਛ ਹੋ ਗਿਆ, ਮੈਨੂੰ ਲੱਗਦਾ ਪਤਾ ਨਹੀਂ ਕੀ। ਐਨੀ ਦੀਵਾਰ 'ਚ ਮੈਂ ਤਾਂ ਟੇਬਲ 'ਚ ਰੋਟੀ ਖਾ ਰਹੀ, ਸਾਡੇ ਸਾਹਮਣੇ ਦੀਵਾਰ ਸੀ ਇਸ ਤਰ੍ਹਾਂ ਪਲੇਨ, ਤੇ ਮੈਂ ਦੀਵਾਰ 'ਚ ਦੇਖਿਆ, ਮੈਂ ਦੇਖ ਰਹੀ ਹਾਂ ਦੀਵਾਰ 'ਚ, ਤੇ ਇੱਕਦਮ ਨਾ ਫੁੱਲ ਖਿੜ ਗਏ ਦੀਵਾਰ 'ਚ। ਐਸੇ ਖੂਬਸੂਰਤ ਫੁੱਲ ਖਿੜੇ ਹੈ, ਘਾਹ ਗ੍ਰੀਨ ਫੁੱਲ, ਫੁੱਲਾਂ ਦੀ ਮਹਿਕ, ਮਤਲਬ ਜਿਸ ਤਰ੍ਹਾਂ ਅਜ਼ਿਊਮ ਕਰੋ ਕਿ ਮੈਂ ਕਿਸੇ मनाली, कुल्लू मनाली पहुँच गई, हिल स्टेशन 'ਚ। पूरी हवा ही हवा, और ऐसी खुशबू, और ऐसी ठंडी हवा, मतलब मेरे अंदर ना शांति पै गई बिल्कुल, गर्मी खत्म हो गई, मन तड़फ ਰਿਹਾ ਸੀ, ਕਲਸ ਰਿਹਾ ਸੀ, ਖਤਮ ਹੋ ਗਿਆ। ਔਰ ਫੁੱਲਾਂ ਦੀ ਤਾਂ ਫਿਰ ਮੈਨੂੰ ਉਹ ਵੀ ਨਹੀਂ ਸਮਝ ਆਇਆ ਕਿ ਇਹ ਸਭ ਹੋ ਕੀ ਰਿਹਾ ਹੈ। ਤੇ ਫਿਰ ਮੈਂ ਦਿਮਾਗ ਲਗਾना छोड़ता, मैं ਕਿਹਾ ਇੰਜੋਏ ਕੀਤਾ ਮੈਂ, ਕਿ ਚੱਲ ਐਨੀ ਮੁਸ਼ਕਿਲ ਸੇ 2 ਘੜੀਆਂ ਆਰਾਮ ਦੀ ਮਿਲ ਰਹੀਆਂ, ਚਾਹੇ ਡ੍ਰੀਮ ਹੀ ਹੈ, एन्जॉय इट, है ना? तो मैं एन्जॉय कर रही हूँ बड़े मज़े नाल। हाँ, ठंडी हवा, एकदम शांति, ठंडी-ठंडी हवा है, ठंडा-ठंडा पानी है, इन्ने सोहने फुੱਲ है। रोटी खाई जा रही है, मज़े च, मैं छोड़ता दिमाग। थोड़ी देर बाद बाहरों मदर इन लॉ ਦੀ ਆਵਾਜ਼ ਆਈ। ਆਵਾਜ਼ ਦਿੱਤੀ ਉਹਨਾਂ ਨੇ, ਤੇ ਜਦੋਂ ਆਵਾਜ਼ ਦਿੱਤੀ ਫਿਰ ਇੱਕਦਮ, ਮਤਲਬ ਮੈਂ ਆ ਗਈ ਡ੍ਰੀਮ ਤੋਂ ਬਾਹਰ, ਮੇਰੇ ਲਈ ਉਸ ਸਮੇਂ ਉਹ ਡ੍ਰੀਮ ਹੀ ਚੱਲ ਰਿਹਾ। ਉਸ ਸਮੇਂ ਮੈਂ ਦੇਖਿਆ ਫਰਸ਼, ਪਾਣੀ ਦਾ ਨਾਮ ਨਿਸ਼ਾਨ ਨਹੀਂ, ਕੁਛ ਨਹੀਂ ਉੱਥੇ। ਉਹ ਬਿਲਕੁਲ ਡਰਾਈ ਸੀਗਾ, ਜਿਹੜਾ ਹਜੇ ਤੱਕ ਪਾਣੀ ਭਰਿਆ ਸੀ, ਔਰ ਇੰਨੀ ਲਹਿਰ ਸੀ ਪਾਣੀ ਦੀ, ਉਹ ਬਈ ਮੇਰੇ ਤੁਸੀਂ ਕਹਿ ਲਓ ਪਿੰਨੀਆਂ ਤੱਕ ਪਾਣੀ, ਤੇ ਉਹ ਕੁਛ ਵੀ ਪਾਣੀ ਨਹੀਂ। ਫਰਸ਼ ਸਾਰਾ ਕਲੀਨ, ਦੀਵਾਰ ਵੱਲ ਦੇਖਿਆ ਕੁਛ ਨਹੀਂ, ਪੇਂਟ ਹੈ, ਕੁਛ ਵੀ ਨਹੀਂ, ਡਿਸਅਪੀਅਰ एवरीथिंग डिसअपीयर। लेकिन वो एहसास, ਮੈਨੂੰ ਇੰਨਾ ਤਾਂ ਸਮਝ ਆਇਆ ਕਿ ਇਹ ਮੇਰੀ ਕੁਛ ਆਧਿਆਤਮਿਕ ਯਾਤਰਾ ਚੱਲੀ ਹੈ, ਕੁਛ ਹੋਇਆ ਹੈ ਮੈਨੂੰ, ਪਰ ਮੈਨੂੰ ਪਤਾ ਨਹੀਂ ਕੀ, ਔਰ ਫਿਰ ਮੈਂ ਕਿਸ ਨੂੰ ਦੱਸਾਂ, ਤੇ ਕਿਸੇ ਨੂੰ ਵੀ ਦੱਸਾਂ ਤਾਂ ਮੈਨੂੰ ਖੁਦ ਡਾਕਟਰ ਕੋਲ ਹੀ ਪਹੁੰਚਾ ਦੇਗਾ ਕਿ ਇਹ ਕੀ ਹੋਇਆ। ਫਿਰ ਤੁਸੀਂ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਨੂੰ? ਨਹੀਂ, ਇਹ ਮੇਰਾ 2003 ਦਾ ਐਕਸਪੀਰੀਅੰਸ ਸੀ। ਬਾਪੂ ਜੀ ਮੈਨੂੰ ਗਿਆਨ 'ਚ ਲੈ ਕੇ ਆਏ 2018 ਦੇ ਐਂਡ ਤੇ। ਅੱਛਾ, ਫਿਰ ਇਹ ਇੰਡੀਆ ਦਾ ਸੀਕੁਐਂਸ ਸੀ, ਮੈਂ ਕਿਸੇ ਨਾਲ ਡਿਸਕਸ ਨਹੀਂ ਕਰ ਸਕੀ, हाँ। क्योंकि मैं किसी ਨੂੰ ਦੱਸ ਹੀ ਨਹੀਂ ਪਾਈ, कुछ हालात ऐसे नहीं बने,
ਕੁਛ ਮੈਂ ਦੱਸਣ ਦੀ ਖੁਦ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਨੂੰ ਲੱਗਿਆ ਕਿ ਇਹ ਤਾਂ ਕਿਸੇ ਨੂੰ ਨਹੀਂ ਪਤਾ ਹੋਏਗਾ, ਔਰ ਨੈਵਰ नो, ਮੇਰਾ ਹੀ ਦਿਮਾਗ ਹਿਲ ਗਿਆ ਹੋਏਗਾ ਸ਼ਾਇਦ, ਹੋ ਸਕਦਾ ਹੈ, ਕਿਉਂਕਿ ਮੇਰੀ ਬਹੁਤ ਟਾਈਟ ਸਿਚੁਏਸ਼ਨ ਸੀ ਕਿ ਹੋ ਸਕਦਾ ਹੈ ਕੁਝ ਵੀ ਹੋਇਆ ਹੋਏਗਾ, ਤਾਂ ਮੈਂ ਛੋੜ ਦਿੱਤਾ ਸੀ। ਜਦੋਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸ ਰਹੀ ਕਿ ਬੇਹਦ ਦੇ ਗਿਆਨ ਦੀ ਵੀਡੀਓਜ਼ ਜਦੋਂ ਮੈਂ ਸੁਣਨੀਆਂ ਸ਼ੁਰੂ ਕੀਤੀਆਂ, ਸੁਣ ਰਹੀ ਇਹ ਵੀਡੀਓ ਆਈ। ਇਹਦੇ ਵਿੱਚ ਵੀਡੀਓ ਦਾ ਨਾਮ ਸੀ ਕਿ ਬੇਹਦ ਕੀ ਕਲਾ ਕਾ ਪਰਮ ਧਾਮ ਕਾ ਵਰਣਨ। ਜਦੋਂ ਮੈਂ ਸੁਣਿਆ ਐਗਜ਼ੈਕਟ ਇਸੀ ਪਾਣੀ ਦੀ ਐਕਸਪੀਰੀਅੰਸ ਦੀ ਬਾਪੂ ਜੀ ਗੱਲ ਕਰ ਰਹੇ ਸੀ, ਤੇ ਜਦੋਂ ਮੈਂ ਉਸ ਵੀਡੀਓ ਨੂੰ ਸੁਣਿਆ ਮੈਂ ਕਿਹਾ ਇਹਨਾਂ ਨੂੰ ਕਿਸ ਤਰ੍ਹਾਂ ਪਤਾ, ਇਹ ਤਾਂ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ, ਮੈਂ ਤਾਂ ਖੁਦ ਭੁੱਲ ਚੁੱਕੀ ਹਾਂ। ਉਸ 'ਚ ਬਾਪੂ ਜੀ ਦੱਸ ਰਹੇ ਸੀ ਕਿ ਜਿਹੜਾ ਪਰਮ ਤੱਤਵ ਦਾ ਜਲ ਹੁੰਦਾ ਹੈ ਉਹਦੀ ਆਵਾਜ਼ ਨਹੀਂ ਹੁੰਦੀ, ਔਰ ਉਹ ਗਿੱਲਾ ਨਹੀਂ ਹੁੰਦਾ, ਔਰ ਇਹ ਗਿੱਲਾ ਨਹੀਂ ਸੀ, मेरे पैर नहीं गिले हुए, पानी की आवाज नहीं सी। और ऐसे उथे दिव्य फुल ने कि धरती लोक च ऐसे फुल ही नहीं है, ऐसी खुशबू ही नहीं है, ऐसी हवा ही नहीं है, एग्जैक्ट सेम ड्रीम सीक्वेंस सी। तो फिर ना ट्रस्ट करने दी तो कोई गुंजाइश ही नहीं सी ना। एक तो ये एक्सपीरियंस मेरे नाल बिल्कुल एज इट इज वर्ड बाय वर्ड, मतलब ट्रस्ट हो गया, क्योंकि ये मेरा बिल्कुल प्रैक्टिकल सी, बिल्कुल प्रैक्टिकल सी, ये जरा भी झूठ नहीं सी। खुली अखां दा जे तुसीं ਉਹਨੂੰ ਸੁਪਨਾ ਕਹਿਣਾ ਚਾਹੋ ਤਾਂ ਕਹਿ ਸਕਦੇ ਆ, ਮੈਂ ਉਹਨੂੰ ਦੇਖਿਆ ਸੀ। ਫਿਰ ਇੱਕ ਦੋ ਐਕਸਪੀਰੀਅੰਸ ਹੋਰ ਵੀ ਸੀ ਜਿਹੜੇ ਮੈਨੂੰ ਬਾਅਦ ਚੋਂ ਵੀਡੀਓਜ਼ 'ਚ ਮਿਲਦੇ ਰਹੇ। ਜਿਹੜੇ ਇੱਕ ਐਕਸਪੀਰੀਅੰਸ ਹੁਣ ਲਾਸਟ ਵੀਕ ਅਨੰਦ ਭਈਆ ਨੇ ਆਪਣੀ ਲਾਈਵਸ 'ਚ ਡਿਸਕਸ ਕੀਤਾ ਕਿ ਆਤਮਾ ਦਾ ਜਿਹੜਾ ਘਰ ਹੁੰਦਾ ਉਹਦੀ ਕੋਈ ਦੀਵਾਰਾਂ ਨਹੀਂ ਹੁੰਦੀਆਂ। ਉਹ ਸਭ ਮੈਂ ਉਦੋਂ ਦੇਖੇ 2002 'ਚ, 2003 'ਚ, 2004 'ਚ। ਉਹ ਅੱਜ ਇੰਨੇ ਸਾਲਾਂ ਬਾਅਦ ਇਹ ਇੱਕ ਤਾਂ ਹੁਣ ਜਿਸ ਤਰ੍ਹਾਂ ਪਤਾ ਲੱਗਿਆ, ਉਹ ਵਾਲਾ ਉਦੋਂ ਪਤਾ ਲੱਗ ਗਿਆ। ਔਰ ਜੋ ਦੱਸ ਰਹੇ ਸੀ ਬਾਪੂ ਜੀ ਸਭ ਗੱਲਾਂ, ਕਿਉਂਕਿ ਸਭ ਸ਼ਾਸਤਰਾਂ ਮੈਂ ਜਿਹੜੇ ਬਾਪੂ ਜੀ ਨੇ ਮੇਰੇ ਤੋਂ ਪੜ੍ਹਵਾਏ ਸੀ ਪਰਮਾਤਮਾ ਨੇ, ਸਭ ਗੱਲਾਂ ਉਹਨਾਂ ਨਾਲ ਮੈਚ ਹੋ ਰਹੀਆਂ ਸੀ, ਸਭ ਉਹਨਾਂ ਨਾਲ। ਤਾਂ ਮੈਂ ਐਸਾ ਨਹੀਂ ਕਿ ਮੈਂ ਡਿਨਾਈ ਕਰ ਹੀ ਨਹੀਂ ਸੀ ਸਕਦੀ ਨਾ, ਕੋਈ ਝੂਠ ਹੈ ਹੀ ਨਹੀਂ ਸੀ, ਤਾਂ ਪਰਮ ਸत्य ਗਿਆਨ ਸੀ। ਹਾਂਜੀ, ਫਿਰ ਤੁਸੀਂ ਤੁਹਾਡੀ ਅੱਗੇ ਫਿਰ ਯਾਤਰਾ ਕਿਸ ਤਰ੍ਹਾਂ ਰਹੀ ਗਿਆਨ ਦੇ ਵਿੱਚ? ਤੁਸੀਂ ਕੀ ਕੀਤਾ ਤੇ ਫਿਰ ਤੁਸੀਂ ਬੁੱਕਸ ਵੀ ਟ੍ਰਾਂਸਲੇਟ ਕੀਤੀਆਂ? ਬਸ ਬਾਪੂ ਜੀ ਉਹਨਾਂ ਦੀ ਬੁੱਕਸ ਸੀਗੀਆਂ ਤੇ ਮੈਂ ਬਾਪੂ ਜੀ ਨੇ ਮੇਰੇ ਤੋਂ ਟ੍ਰਾਂਸਲੇਟ ਕਰਵਾਈ, ਕਿਉਂਕਿ ਸੇਵਾ ਦਾ ਭਾਵ ਮਨ 'ਚ ਆਇਆ ਫਿਰ। ਕਿਉਂਕਿ ਜਦੋਂ ਮੈਨੂੰ ਇਹ ਸਭ ਪਤਾ ਲੱਗ ਗਿਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਤੇ ਪਰਮਾਤਮਾ ਹੈ, ਪਰ ਮੈਨੂੰ ਬਿਗਨਿੰਗ 'ਚ ਇਹ ਨਹੀਂ ਸੀ ਪਤਾ ਕਿ ਆਲਮਾਈਟੀ ਅਥਾਰਟੀ ਹੈ, ਮੈਂ ਤਾਂ ਪਰਮਾਤਮਾ ਲੱਭ ਰਹੀ ਸੀ। ਬਾਅਦ 'ਚੋਂ ਫਿਰ ਜਿਉਂ-ਜਿਉਂ ਵੀਡੀਓ ਸੁਣਦੇ ਗਏ, ਸੰਗਤਾਂ ਨਾਲ ਮੁਲਾਕਾਤ ਹੁੰਦੀ ਗਈ, ਸੰਗਤਾਂ ਦੇ ਕਹਿਣ ਦੀ ਵੀ ਗੱਲ ਨਹੀਂ ਹੈ, ਮੈਨੂੰ ਆਪਣੇ ਅੰਦਰੋਂ ਹੀ ਫਿਰ ਹੌਲੀ-ਹੌਲੀ ਪਤਾ ਲੱਗ ਗਿਆ ਕਿ ਬਈ ਇਹ ਤੇ ਜੋ ਸੁਪਰੀਮ ਪਾਵਰ ਹੈ। ਮੈਂ ਤਾਂ ਇਹਨੂੰ ਲੱਭ ਵੀ ਨਹੀਂ ਸੀ ਰਹੀ, ਪਰ ਇਹ ਮਿਲ ਗਿਆ ਮੈਨੂੰ, ਮੇਰੇ ਕਰਮਾਂ ਭਾਗਾਂ ਦੀ ਗੱਲ ਕਿ ਮੈਂ ਜਿਹਨੂੰ ਲੱਭਣ ਨਿਕਲੀ ਸੀ ਕਿ ਪਰਮਾਤਮਾ ਜਾਂ ਤਾਂ ਤੂੰ ਮੈਨੂੰ ਮਿਲ ਜਾਂ ਮੈਨੂੰ ਆਪਣੇ ਕੋਲ ਬੁਲਾ, ਤੇ ਪਰਮਾਤਮਾ ਨੇ ਕਿਹਾ ਠੀਕ ਹੈ ਬੇਟਾ ਤੇਰੇ ਕੋਲ ਮੈਂ ਆਨਾ। ਉਹ ਖੁਦ ਚੱਲ ਕੇ ਆਏ, ਜਿਹਨੂੰ ਸਾਡੀ ਗੁਰਬਾਣੀ ਕਹਿੰਦੀ ਹੈ ਕਿ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਤੇ ਇੱਕ ਪੈਂਡਾ ਪਰਮਾਤਮਾ ਨੇ ਮੈਨੂੰ ਚਲਾਇਆ ਤੇ 100 ਪੈਂਡਾ ਚੱਲ ਕੇ ਉਹ ਮੇਰੇ ਕੋਲ ਆਇਆ। ਮੈਂ ਤਾਂ ਸਭ ਨੂੰ ਇਹੀ ਕਵਾਂਗੀ ਕਿ ਬਈ ਪਰਮਾਤਮਾ ਦਾ ਮਨ ਪ੍ਰੀਤ ਨਾਲ, ਸੱਚੇ ਮਨ ਨਾਲ ਪਰਮਾਤਮਾ ਨੂੰ ਯਾਦ ਕਰੋ, ਤਾਂ ਪਰਮਾਤਮਾ ਸਭੂ ਤੇ ਨੇਰ ਸਭੂ ਤੇ ਦੂਰ, ਆਪ ਅਲਪਤ ਰਿਆ ਭਰਪੂਰ। ਗੁਰਬਾਣੀ ਸੁਖਮਨੀ ਸਾਹਿਬ ਦੀ ਪਾਠ ਦੀਆਂ ਲਾਈਨਾਂ ਨੇ। ਪਰਮਾਤਮਾ ਨੂੰ ਜੇ ਤੁਸੀਂ ਦੂਰ ਸਮਝੋਗੇ ਤੇ ਪਰਮਾਤਮਾ ਬਹੁਤ ਦੂਰ ਹੈ, ਬਹੁਤ ਦੂਰ ਹੈ, ਬਹੁਤ ਦੂਰ ਹੈ, ਤੁਹਾਡੀ ਸੋਚ ਤੋਂ ਵੀ ਦੂਰ ਹੈ। ਤੇ ਜੇ ਪਰਮਾਤਮਾ ਨੂੰ ਤੁਸੀਂ ਆਪਣੇ ਨਾਲ ਰੱਖੋ, ਨਾਲ ਸਮਝੋ, ਪਰਮਾਤਮਾ ਨੂੰ ਇੰਨੀ ਮਨਪ੍ਰੀਤ ਨਾਲ ਯਾਦ ਕਰੋ, ਕਿਸੇ ਇੱਛਾ ਦੇ ਨਹੀਂ, ਸੱਚਮੁੱਚ ਦਾ ਪਿਆਰ ਕਰੋ, ਆਤਮਾ ਦਾ ਪਿਆਰ ਕਰੋ, ਰੂਹਾਨੀ ਪਿਆਰ ਕਰੋ, ਤੇ ਪਰਮਾਤਮਾ ਇਤਨਾ ਨਜ਼ਦੀਕ ਹੈ, ਇਤਨਾ ਨਜ਼ਦੀਕ ਹੈ, ਕਿ ਇਹ ਤੁਹਾਡਾ ਹੱਥ ਵੀ ਦੂਰੀ ਮੰਨੀ ਜਾਏਗੀ, ਪਰਮਾਤਮਾ ਉਸ ਤੋਂ ਵੀ ਜ਼ਿਆਦਾ ਨਜ਼ਦੀਕ ਹੈ। ਤੇ ਜੇ ਤੁਸੀਂ ਇੱਕ ਪੈਂਡਾ ਚੱਲਦੇ ਆ, 100 ਕਦਮ ਚੱਲ ਕੇ ਤੁਹਾਡੇ ਕੋਲ ਆਉਂਦਾ। ਤੇ ਇਹੀ ਗੱਲਾਂ ਜਿਨ੍ਹਾਂ ਵਜ੍ਹਾ ਨਾਲ, ਔਰ ਜਿਹੜੀ ਪਰਮਾਤਮਾ ਨੇ ਮੇਰੇ ਤੋਂ ਫਿਰ ਭਾਵ ਮਨ 'ਚ ਆਇਆ, ਪਰਮਾਤਮਾ ਮਿਲਦਾ ਤੇ ਆਪਣੇ ਆਪ, ਕਿਉਂਕਿ ਸਰਬੱਤ ਦੇ ਭਲੇ ਦੀ ਫਿਰ ਆਪਣੇ ਆਪ ਮਨ 'ਚ ਇੱਛਾ ਜਾਗਦੀ ਹੈ। ਫਿਰ ਹੁੰਦਾ ਕਿ ਚਲੋ ਮੈਂ ਜੋ ਕਰ ਸਕਦੀ ਹਾਂ, ਮੇਰਾ ਵੀ ਚਲੋ ਇੱਕ ਤਿਨਕਾ ਹੀ ਸਹੀ, ਜੇ ਘਰ ਬਣ ਰਿਹਾ ਹੈ ਤਾਂ ਮੇਰਾ ਇੱਕ ਤਿਨਕਾ ਹੀ ਸਹੀ, ਤੇ ਤਿਨਕਾ ਆਪਣੀ ਵੱਲੋਂ ਲਗਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਪਰਮਾਤਮਾ ਦੀ ਰਜ਼ਾ ਹੈ ਜੇ ਲਗਵਾਇਆ ਤੇ ਉਸੇ ਹਿਸਾਬ ਨਾਲ ਫਿਰ ਪੰਜਾਬੀ ਦੀ ਫਿਰ ਮੈਨੂੰ ਸੀ, ਦੇਖਿਆ ਕਿ ਪੰਜਾਬੀ ਦਾ ਮੈਟੀਰੀਅਲ ਨਹੀਂ ਸੀ ਇਹਨਾਂ ਦੇ ਕੋਲ, ਤਾਂ ਮੈਂ ਕਿਹਾ ਚਲੋ ਜੇ ਮੈਨੂੰ ਪਰਮਾਤਮਾ ਨੇ ਪੜ੍ਹਾਇਆ, ਇੰਨੀ ਹਿੰਦੀ ਪੜ੍ਹਾਈ ਹੈ, ਪੰਜਾਬੀ ਮੈਂ ਮੇਰੀ ਮਦਰ ਟੰਗ ਬੀਇੰਗ
पंजाबन और सिख, तो मैनू आंदी है लिखनी पढ़नी, सो आई कैन यूज इट। तो वो या फिर मैं इन्होंने रिक्वेस्ट की ਤੇ ਫਿਰ ਉਹ ਸਟਾਰਟਿੰਗ ਹੋ ਗਈ। ਤੇ ਤੇ ਫਿਰ ਫਿਰ ਤੁਸੀਂ ਕਿੰਨੀਆਂ ਬੁੱਕਸ ਇਹਨਾਂ ਦੀਆਂ ਟ੍ਰਾਂਸਲੇਟ ਕੀਤੀਆਂ ਤੇ ਹਿੰਦੀ ਦੇ ਵਿੱਚ ਵੀ ਕੀਤੀ ਸੀ ਤੁਸੀਂ ਅਨੁਵਾਦ? ਨਹੀਂ ਹਿੰਦੀ ਦੀ ਬੁੱਕ ਸੀ, ਇੱਕ ਇਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਬੁੱਕ ਸੀ ਕਿ ਬੇਹਦ ਕਾ ਪਰਮ ਗਿਆਨ, ਅੱਛਾ। ਉਹਨੂੰ ਪੰਜਾਬੀ ਚ ਟ੍ਰਾਂਸਲੇਟ ਕੀਤਾ, ਮਤਲਬ ਖੁਦ ਲਿਖਿਆ ਉਸ ਸਮੇਂ। ਅੱਜ ਕੱਲ ਤਾਂ AI ਵਗੈਰਾ ਕੁਝ ਆ ਗਿਆ, ਉਸ ਸਮੇਂ ਮੈਂ ਖੁਦ ਕੰਪਿਊਟਰ ਤੇ ਟਾਈਪ ਕਰਕੇ ਉਸ ਸਾਰੀ ਬੁੱਕ ਨੂੰ ਲਿਖਿਆ, ਔਰ ਫਿਰ ਉਹਦੀ ਆਡੀਓ ਵੀ ਬਣਾਈ। ਮਤਲਬ ਆਡੀਓ ਚ ਜਿਸ ਤਰ੍ਹਾਂ ਮਤਲਬ ਕੁਝ ਸੰਗਤਾਂ ਜਿਹੜੀਆਂ ਬਜ਼ੁਰਗ ਸੀ ਜਾਂ ਹਜੇ ਵੀ ਹੈ, ਉਹ ਪੜ੍ਹ ਨਹੀਂ ਪਾਉਂਦੀਆਂ ਤੇ ਫਿਰ ਉਹ ਕਹਿੰਦੀਆਂ ਸਾਨੂੰ ਸੁਣਨ ਚ ਆਸਾਨੀ ਹੈ, ਤੇ ਫਿਰ ਉਹਨਾਂ ਲਈ ਆਡੀਓ ਬਣਾਈ, ਤੇ ਉਹਦੀ ਆਡੀਓ ਬਣੀ। ਤੇ ਫਿਰ ਇੱਕ ਜਿਹੜੀ ਬਹੁਤ ਇੰਪੋਰਟੈਂਟ ਬੁੱਕ ਹੈਗੀ ਜਿਸ 'ਚ ਉਹਨਾਂ ਦੇ ਸਾਰੇ ਬੇਹੱਦ ਦਾ ਗਿਆਨ ਦਾ ਪਤਾ ਲੱਗਦਾ ਹੈ, ਔਰ ਅਗਰ ਉਸ ਬੁੱਕ ਨੂੰ ਅਸੀਂ ਥੋਰੋਲੀ ਕੋਈ ਵੀ ਉਹਨੂੰ ਪੜ੍ਹਦਾ ਹੈ ਤਾਂ ਉਹਨੂੰ ਪਤਾ ਲੱਗੇਗਾ ਕਿ ਗੁਰਬਾਣੀ 'ਚ ਉਹਦੀ ਗੱਲਾਂ ਲਿਖੀਆਂ, ਗੁਰਬਾਣੀ ਦੀ ਹੀ ਅਗਰ ਕਿਸੇ ਦੀ ਖੋਜ ਹੈ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਲੱਖ ਆਕਾਸਾਂ ਆਕਾਸ ਲੱਖ ਪਾਤਾਲਾਂ ਪਾਤਾਲ ਓੜਕ ਓੜਕ ਭੇਤ ਤੱਕ ਗਿਆ ਹੈ ਇੱਕ ਬਾਤ, ਸਹਿਸ ਅਟਾਰਾ ਸਹਿਸ ਕਤੇਬਾ ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼। ਅਗਰ ਇਹਨਾਂ ਚੀਜ਼ਾਂ ਨੂੰ ਜਾਣਨਾ ਹੈਗਾ, ਇਹ ਸਾਡੇ ਜਪਜੀ ਸਾਹਿਬ ਦੀਆਂ ਪੰਕਤੀਆਂ ਹੈ ਜਾਂ ਸਾਡੇ ਸੁਖਮਨੀ ਸਾਹਿਬ, ਇਹ ਜਾਂ ਜਪ ਸਾਹਿਬ ਦੇ ਵਿੱਚ ਜਦ ਨਮਸਤਮ ਅਕਾਮੇ ਨਮਸਤਮ ਪ੍ਰਣਾਮੇ ਨਮਸਤਮ, ਸਾਰਿਆਂ ਨੂੰ ਜਿਹੜੀ ਨਮਸਕਾਰ ਕਰਦੇ ਨੇ, ਹਾਂਜੀ। ਕਿਹਨਾਂ ਕਿਹਨਾਂ ਨੂੰ ਕਰਦੇ ਆ, ਉਹਨਾਂ ਦੇ ਬਾਰੇ। ਨਮਸਤਮ ਅਕਾਮੇ, ਜਿਹੜਾ ਕੋਈ ਕੰਮ ਨਹੀਂ ਕਰਦਾ ਕੌਣ ਹੈ? ਨਮਸਤਮ ਪ੍ਰਣਾਮੇ। ਹਾਂ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਬੁੱਕ ਨੂੰ ਪੜ੍ਹੋ। ਐਸਾ ਨਹੀਂ ਕਿ ਕਿਸੇ ਦੀ, ਇਹ ਉਹਨਾਂ ਦੇ ਬਾਰੇ ਦੱਸਦਾ ਜਿਨ੍ਹਾਂ ਨੂੰ ਅਸੀਂ ਜਾਣਨ ਦੀ ਦੇਖੋ, ਜੇ ਤੇ ਗੁਰਬਾਣੀ ਰੀਡਿੰਗ ਕਰਦੇ ਆ ਤਾਂ ਫਿਰ ਤੇ ਆਸ ਨਹੀਂ ਹੈ। ਜਿਨ੍ਹਾਂ ਨੂੰ ਆਸ ਹੈ ਕਿ ਮੈਂ ਜਾਣਾ ਕਿ ਮੈਂ ਰੋਜ਼ ਸਵੇਰੇ ਉੱਠ ਕੇ ਕਿਸ ਨੂੰ ਨਮਸਕਾਰ ਕਰਦਾ, ਕਿਸ ਨੂੰ ਯਾਦ ਕਰਦਾ, ਕੌਣ ਹੈ ਅਖੰਡ ਬ੍ਰਹਮੰਡਾਂ ਦਾ ਮਾਲਕ, ਕਿਹੜੇ ਅਖੰਡ ਬ੍ਰਹਮੰਡ, ਲੱਖ ਪਤਾਲਾਂ ਪਤਾਲ ਕਿੱਥੇ ਨੇ, ਲੱਖ ਆਕਾਸਾਂ ਆਕਾਸ਼ ਕਿੱਥੇ ਨੇ, ਕੌਣ ਹੈ, ਕੌਣ ਉਹਨਾਂ ਨੂੰ ਚਲਾਉਂਦਾ, ਜਿਹਦੀ ਇਹ ਖੋਜ ਹੈ ਉਹ ਇਸ ਬੁੱਕ ਨੂੰ ਜ਼ਰੂਰ ਹੀ ਪੜ੍ਹੇ। ਲਾਈਫ ਇਨ ਮਲਟੀਵਰਸ, ਉਹਦੀ ਲਾਈਫ ਬਦਲੇਗੀ, ਉਹਦੀ ਜ਼ਿੰਦਗੀ ਬਦਲੇਗੀ, ਉਹ ਨੌਲੇਜ ਜਾਣੇਗਾ, ਐਸਾ ਨੌਲੇਜ ਜਿਹੜਾ ਸਾਇੰਸ ਕੋਲ ਵੀ ਨਹੀਂ ਹੈ। ਇਹਦੇ ਵਿੱਚ ਕਾਫੀ ਕੁਝ ਉਹਨਾਂ ਨੇ ਦੱਸਿਆ ਹੈਗਾ ਵੀ, ਤਾਂ ਯੂਨੀਵਰਸ ਤੋਂ ਵੀ ਇੱਕ ਯੂਨੀਵਰਸ ਡਿੱਬੀ ਵਾਂਗਨ ਦੱਸਿਆ ਵੀ ਯੂਨੀਵਰਸ ਦੇ ਅੰਦਰ ਯੂਨੀਵਰਸ ਤੇ ਉਹਦੇ ਨਾਲ ਕਿੰਨੇ ਮਲਟੀਵਰਸ ਮਲਟੀਵਰਸ ਦੀ ਜੀ, ਬਣ ਉਹਨਾਂ ਨੇ ਜਾਂਦੇ। ਮਲਟੀਵਰਸ ਦੀ ਗੱਲ ਕੀਤੀ, ਇਸੇ ਕਰਕੇ ਬੁੱਕ ਦਾ ਨਾਮ ਮਲਟੀਵਰਸ ਹੈ ਨਾ। ਉਹੀ ਜਿਹੜਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਲੱਖ ਆਗਾਸਾਂ ਆਗਾਸ, ਉਹਨਾਂ ਦੀ ਗਿਣਤੀ ਨਹੀਂ, ਉਹਨਾਂ ਦੇ ਬਾਰੇ। ਯੂਨੀਵਰਸ ਸਾਇੰਸ ਜਿਹੜੀ ਹੈ ਯੂਨੀਵਰਸ ਤੱਕ ਪਹੁੰਚੀ, ਉਹ ਵੀ ਹੁਣ ਜਿਹੜੀ ਨਵੀਂ ਆਈ ਹੈ ਸਾਡੀ ਟੈਲੀਸਕੋਪ ਜੇਮਸ ਵਿਲੀਅਮ ਜਾਂ ਹਬਲ ਟੈਲੀਸਕੋਪ, ਉਹ ਤੋਂ ਤਾਂ ਹਾਲੇ ਯੂਨੀਵਰਸ ਦਾ ਪਤਾ। ਜਿਹੜੀ ਜੇਮਸ ਵਿਲੀਅਮ ਜਿਹੜੇ ਹੁਣ ਟੈਲੀਸਕੋਪ ਆਇਆ, ਉਸਨੇ ਥੋੜਾ ਬਹੁਤਾ ਦੱਸਿਆ ਜਿਹੜਾ ਵਿਜ਼ੀਬਲ ਹੈਗਾ 156 ਬਿਲੀਅਨ ਲਾਈਟ ਈਅਰ ਦੇ, ਜਿਹੜੇ ਉਹਨੇ ਹਾਲੇ ਵਿਜ਼ੀਬਲ ਦੱਸਿਆ। ਉਸ ਤੋਂ ਇਨਵਿਜ਼ੀਬਲ ਕਿਤਨਾ ਹੈ, ਜਿਹਨੂੰ ਸਾਇੰਸ ਨੂੰ ਪਤਾ ਹੈ ਕਿ ਇਨਵਿਜ਼ੀਬਲ ਹੈ, ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕੋਲ ਸੋਰਸਿਸ ਨਹੀਂ ਹੈ ਕਿ ਉਹ ਦੇਖ ਸਕਣ ਜਾਂ ਸਾਡੇ, ਕਿਉਂਕਿ ਲੋਕੀ ਜ਼ਿਆਦਾ ਪ੍ਰੂਫ ਨੂੰ ਮੰਨਦੇ ਆ ਨਾ, ਲੇਕਿਨ ਸਾਇੰਸ ਪ੍ਰੂਫ ਦੇ ਰਹੀ ਹੈ ਕਿ ਇਨਵਿਜ਼ੀਬਲ ਹੈ, ਪਰ ਸਾਡੇ ਕੋਲ ਦੇਖਣ ਦੇ ਸਾਧਨ ਨਹੀਂ ਹੈ, ਅਸੀਂ ਨਹੀਂ ਦੇਖ ਪਾ ਰਹੇ। ਇੱਕ ਦੇ ਪਿੱਛੇ 300। ਪਰ ਇਹ ਗਿਆਨ ਕਿੱਥੋਂ ਮਿਲਿਆ, ਮਤਲਬ ਇਹ ਬੁੱਕ ਦੇ ਵਿੱਚ ਬਾਪੂ ਜੀ ਨੇ ਕਿਵੇਂ ਦਿੱਤਾ, ਥੋੜਾ ਜਿਹਾ ਦੱਸੋਗੇ ਵੀ ਕਿਵੇਂ ਉਹਨਾਂ ਨੇ ਇਹ ਬੁੱਕ ਦਾ ਗਿਆਨ ਸ਼ੇਅਰ ਕੀਤਾ ਹੈ? ਇਹ ਗਿਆਨ ਉਹਨਾਂ ਨੇ ਖੁਦ, ਬਾਪੂ ਜੀ ਖੁਦ ਬਹੁਤ ਦਿਵਆਤਮਾ ਨੇ। ਇੱਕ ਉਹਨਾਂ ਨੇ ਆਪਣੀ ਬਹੁਤ ਤਪੱਸਿਆ ਕੀਤੀ, 15,000 ਘੰਟੇ ਦੀ ਉਹਨਾਂ ਦੀ ਆਪਣੀ ਤਪੱਸਿਆ ਹੈ। ਔਰ ਤਪੱਸਿਆ ਕਿਸ ਲਈ ਹੈ ਕਿ ਸਰਬੱਤ ਦਾ ਭਲਾ ਹੋਏ। ਤਾਂ ਉਸ ਤਪੱਸਿਆ ਦੇ ਨਾਲ ਉਹਨਾਂ ਨੇ ਆਪਣੀ ਦੇਵ ਦ੍ਰਿਸ਼ਟੀ, ਜਿਹਨੂੰ ਅਸੀਂ ਕਹੀਏ, ਉਸ ਦੇਵ ਦ੍ਰਿਸ਼ਟੀ ਨਾਲ ਇਹ ਸਾਰੇ ਬ੍ਰਹਮੰਡ ਜਿਨ੍ਹਾਂ ਦੇ ਬਾਰੇ ਉਹ ਵਰਣਨ ਕਰ ਰਹੇ ਨੇ ਇਸ ਬੁੱਕ 'ਚ, ਉਹ ਸਾਫ਼ ਉਹਨਾਂ ਨੇ ਦੇਖੀ ਹੈ, ਇਸ ਤੋਂ ਬਲਕਿ ਜ਼ਿਆਦਾ। ਲੇਕਿਨ ਕਿਸੇ ਚੀਜ਼ ਨੂੰ ਅਗਰ ਬਾਈਂਡ ਅਪ ਕਰਨਾ ਹੋਏ ਤਾਂ ਫਿਰ ਉਹਦੇ ਲਈ ਕੁਝ ਤਾਂ ਲਿਮਿਟ ਲਿਆਣੀ ਪੈਂਦੀ ਹੈ। ਤੇ ਇਸ ਕਰਕੇ ਉਹ ਬੁੱਕ ਵਾਲੀ, ਇਸ ਤੇ ਇੱਕ ਇੱਕ ਡਾਟਾ ਤੁਸੀਂ ਜਿੱਧਰੋਂ ਮਰਜ਼ੀ ਟੈਲੀ ਕਰ ਸਕਦੇ ਹੋ, ਚਾਹੇ ਤੁਸੀਂ ਸਾਇੰਸ ਤੋਂ ਟੈਲੀ ਕਰੋ, ਹਰ ਡਾਟਾ ਉਹਨਾਂ ਨੇ ਆਪਣੀ ਦਿਵਯ ਦ੍ਰਿਸ਼ਟੀ ਤੋਂ ਦੇਖਿਆ। ਬ੍ਰਹਮੰਡਾਂ ਦੀ ਇਨਫੋਰਮੇਸ਼ਨ, ਮਲਟੀਵਰਸ ਦੀ ਇਨਫੋਰਮੇਸ਼ਨ, ਯੂਨੀਵਰਸਿਸ ਦੀ ਇਨਫੋਰਮੇਸ਼ਨ, ਬਣੇ ਕਿਸ ਤਰ੍ਹਾਂ ਆ, ਕਿਸ ਤਰ੍ਹਾਂ ਚੱਲ ਰਹੇ ਨੇ, ਕੌਣ ਉਹਨਾਂ ਦੇ ਮਾਲਿਕ ਨੇ, ਕਿਸ ਤਰ੍ਹਾਂ ਕੀ ਹਿਸਾਬ ਹੋ ਰਿਹਾ, ਜਿਹਨੂੰ ਅੱਜ ਸਾਇੰਸ ਸਲੋ ਪ੍ਰੂਫ ਦੇ ਰਹੀ ਹੈ। ਤੇ ਇਹ ਉਹਨਾਂ ਨੇ ਆਪਣੀ ਦਿਵਯ ਦ੍ਰਿਸ਼ਟੀ ਤੋਂ ਦੇਖਿਆ, ਜਿਹਨੂੰ ਥਰਡ ਆਈ ਅਸੀਂ ਬੋਲੀਏ, ਲੇਕਿਨ ਗਿਆਨ ਦੀ ਥਰਡ ਆਈ।
ਉਸ ਤਰ੍ਹਾਂ ਦੀ ਥਰਡ ਆਈ ਨਹੀਂ ਕਿ ਜੰਤਰ ਮੰਤਰ ਵਾਲੀ ਹੈ ਜਾਂ ਜਾਦੂ ਟੋਨ। ਇਹ ਥਰਡ ਆਈ ਗਿਆਨ ਦੀ, ਪ੍ਰਕਾਸ਼ ਦੀ। ਤੇ ਇਹ ਪ੍ਰਕਾਸ਼ ਦੀ ਨਜ਼ਰ ਨਾਲ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਖੁਦ ਦੇਖਿਆ, ਖੁਦ ਦੇਖਿਆ ਤੇ ਉਹਨਾਂ ਨੇ ਲਿਖਵਾਇਆ, ਤਾਂ ਕਿ ਜੋ ਦੇਖ ਰਹੇ ਨੇ ਅਸੀਂ ਸਾਰੇ ਇਸ ਤੋਂ ਜਾਣੀਏ। ਕਿਉਂਕਿ ਜੋ ਹੁਣ ਅੱਜ ਸਮਾਂ ਚੱਲ ਰਿਹਾ ਹੈ, ਜਿਸ ਤਰ੍ਹਾਂ ਕਲਯੁਗ ਹੈ, ਜਿਸ ਤਰ੍ਹਾਂ ਨੈਗੇਟਿਵਿਟੀ ਕਿਤਨੀ ਫੈਲੀ ਹੋਈ ਸੀ, ਸਾਰੇ ਹੀ ਜਾਣਦੇ ਆ, ਬਲਕਿ ਸਾਰੇ ਹੀ ਅਸੀਂ ਤੰਗ ਹਾਂ। ਹਰ ਕੋਈ ਤੰਗ ਹੈ, ਕਿਸੇ ਨੂੰ ਆਪਣੀ ਰੋਜੀ ਰੋਟੀ ਦੀ ਕੁਐਸਚਨ ਹੈ, ਜੌਬਸ ਦੇ ਕੁਐਸਚਨ ਹੈ, ਐਜੂਕੇਸ਼ਨ ਦੇ ਕੁਐਸਚਨ ਹੈ, ਫੀਮੇਲਸ ਨੂੰ ਆਪਣੇ ਕੁਐਸਚਨ ਹੈ, ਕਿਸੇ ਦੀ ਸਿਕਿਉਰਿਟੀ ਸੇਫਟੀ ਨਹੀਂ ਹੈ। ਤੇ ਇਹ ਸਭ ਚੀਜ਼ਾਂ, ਇੰਨਾ ਯੁੱਗ ਬਦਲ ਰਿਹਾ, ਜ਼ਮਾਨਾ ਬਦਲ ਰਿਹਾ, ਇਹ ਉਹਨਾਂ ਨੇ ਦੱਸਿਆ ਹੈ ਤੇ ਉਹ ਹੋ ਰਿਹਾ ਹੈ, which is very true। ਤੇ ਇਹ ਉਹਨਾਂ ਨੇ ਆਪਣੀ ਦਿਵਯ ਦ੍ਰਿਸ਼ਟੀ ਤੋਂ ਦੇਖਿਆ, ਦੇਵ ਦ੍ਰਿਸ਼ਟੀ ਤੋਂ ਦੇਖਿਆ ਤਾਂ ਉਹੀ ਲਿਖਾਇਆ। ਤੇ ਇਸ 'ਚ ਮੈਨੂੰ ਯਾਦ ਆਇਆ ਵੀ ਉਹਨਾਂ ਨੇ ਇੱਕ ਕੋਈ ਵੀਡੀਓ ਵੀ ਹੈਗਾ ਇਹਨਾਂ ਦਾ, ਮੇਰੇ ਖਿਆਲ ਘੰਟੇ ਸਵਾ ਘੰਟੇ ਦਾ ਵੀਡੀਓ ਹੈ ਕਿ 1.5 lakhs or lakh hours of meditation ਉਹਨਾਂ ਦਾ ਸ਼ੁਰੂ ਦਾ ਮੈਡੀਟੇਸ਼ਨ ਹੈ। ਉਦਾਂ ਤਾਂ ਇਹ ਮੈਂ ਕਿਹਾ ਸੁਣਨ ਚ ਆਇਆ ਕਿ ਵੀ 18-20 ਘੰਟੇ ਉਹ ਰੋਜ਼ ਦਾ ਮੈਡੀਟੇਸ਼ਨ ਕਰਦੇ ਆ। ਹਾਂਜੀ ਹਾਂਜੀ, ਉਹ ਤੇ ਬਲਕਿ ਆਪਣੇ ਰੂਮ ਤੋਂ ਵੀ ਨਹੀਂ ਨਿਕਲਦੇ, 2-3 ਦਿਨ ਤੱਕ ਰੂਮ ਦੇ ਅੰਦਰ ਹੀ ਬੰਦ ਰਹਿੰਦੇ। ਖਾਣਾ ਪੀਣਾ ਵੀ ਉਹਨਾਂ ਦਾ ਨਹੀਂ ਹੁੰਦਾ, ਖਾਣਾ ਪੀਣਾ ਵੀ ਨਹੀਂ ਹੈ ਉਹਨਾਂ ਦਾ। ਉਹ ਤੇ ਜੇ 2-3 ਦਿਨ ਬਾਅਦ ਨਿਕਲਣਗੇ ਤੇ ਥੋੜਾ ਬਹੁਤਾ ਕਿਤੇ ਫਲ ਫਰੂਟ ਖਾਣ ਜਾਂ ਦੁੱਧ ਚਾਹ ਥੋੜੀ ਜਿਹੀ ਅੱਧਾ ਕੱਪ ਪੀਣ, ਉਸ ਤੋਂ ਬਾਅਦ ਅਗੇਨ ਆਪਣੇ ਰੂਮ 'ਚ ਆਪਣੀ ਮੈਡੀਟੇਟਿਡ ਸਟੇਟ 'ਚ ਚਲੇ ਜਾਂਦੇ ਆ, ਮੈਡੀਟੇਸ਼ਨ 'ਚ ਤਪੱਸਿਆ ਕਰਦੇ ਆ, ਸਾਧਨਾ ਕਰਦੇ, ਲੋਕਾਂ ਨਾਲ ਮਿਲਦੇ ਨਹੀਂ, ਕਿਸੇ ਨਾਲ ਵੀ, ਕਿਸੇ ਅੱਛਾ, ਨਾਲ ਨਹੀਂ ਲੋਕਾਂ ਨਾਲ ਮਿਲਦੇ, ਮਿਲਦੇ ਨਹੀਂ ਹੈਗੇ, ਆਉਂਦੇ ਜਾਂਦੇ ਨਹੀਂ ਹੈ। ਇਨਫੈਕਟ ਉਹਨਾਂ ਦੇ ਆਪਣੇ ਫੈਮਿਲੀ ਮੈਂਬਰ ਵੀ ਉਹਨਾਂ ਨੂੰ ਜੇ ਦੇਖਣਾ ਹੋਏ ਤਾਂ 3-4 ਦਿਨਾਂ ਬਾਅਦ ਦੇਖਦੇ ਆ, ਉਹ ਵੀ ਜੇ ਆਪਣੀ ਉਹ ਮਰਜ਼ੀ ਨਾਲ ਬਾਹਰ ਨਿਕਲਣ ਤੇ। ਜਦੋਂ ਆਪਣੀ ਮਰਜ਼ੀ ਚ ਹੋ ਸਕਦਾ ਵੀਕ ਤੱਕ ਨਾ ਨਿਕਲਣ, ਹੋ ਸਕਦਾ 15 ਦਿਨਾਂ ਤੱਕ ਨਾ ਨਿਕਲਣ, ਤੇ ਉਹ ਇੰਨੀ ਅੰਦਰ ਕਠਿਨ ਤਪੱਸਿਆ ਕਰ ਰਹੇ ਨੇ। ਉਹ ਕੋਈ ਦੁਨਿਆਵੀ ਮਨੁੱਖ ਨਹੀਂ ਹੈ ਕਿ ਵਿਆਹ ਸ਼ਾਦੀ ਚ ਜਾ ਰਹੇ ਨੇ, ਘਰ ਕੋਈ ਆ ਗਿਆ। ਉਹ ਜਿਸ ਤਰ੍ਹਾਂ ਸਭ ਨਾਲ ਮਿਲਦੇ ਨਹੀਂ ਹੈ ਵੈਸੇ, ਜਿਸ ਤਰ੍ਹਾਂ ਸਾਰਿਆਂ ਨਾਲ, ਉਸ ਤਰ੍ਹਾਂ ਉਹਨਾਂ ਦੇ ਆਪਣੇ ਫੈਮਿਲੀ ਮੈਂਬਰ ਵੀ ਉਹਨਾਂ ਨੂੰ ਨਹੀਂ ਜਾਣਦੇ, ਉਹਨਾਂ ਦਾ ਕੋਈ ਇਸ ਤਰ੍ਹਾਂ ਨਹੀਂ ਹੈ ਲਗਾਵ। ਔਰ ਬਿਲਕੁਲ ਸਿੰਪਲ ਨੇ, ਬਿਲਕੁਲ ਸਿੰਪਲ, ਇੱਕਦਮ ਉਹਨਾਂ ਦਾ ਸਾਦਾ ਜੀਵਨ ਹੈ, 2 ਕੱਪੜਿਆਂ 'ਚ। ਅਗਰ ਉਹਨਾਂ ਦੀ ਅਸੀਂ ਉਹਨਾਂ ਦੀ ਫੈਮਿਲੀ ਤੋਂ ਉਹਨਾਂ ਦੀ ਲਾਈਫ ਸਟਾਈਲ ਜਾਣੀਏ ਔਰ ਅਗਰ ਉਹਨਾਂ ਦੀ ਲਿਵਿੰਗ ਸਟਾਈਲ ਜਾਣੀਏ ਤਾਂ ਉਹਨਾਂ ਤੋਂ ਸਿਰਫ 2 ਜੋੜੀ ਕੱਪੜੇ ਨੇ, 2 ਜੋੜੀ, ਔਰ ਉਹ ਵੀ ਇੱਕ ਧੋ ਤੇ ਇੱਕ ਪਾ। ਉਹ ਵੀ ਜਿਸ ਤਰ੍ਹਾਂ ਉਹਨਾਂ ਦਾ ਹੈ ਕਿ ਵੀ ਇਹ 2 ਕੁੜਤੇ ਨੇ ਸਾਰੇ। ਔਰ ਹੁਣ ਤਾਂ ਕੁੜਤੇ ਵੀ ਜਿਹੜਾ ਸ਼ਾਦੀ ਵਿਆਹ 'ਚ ਟੈਂਟ ਲੱਗਦਾ, ਜਿਸ ਕੱਪੜੇ ਦਾ ਟੈਂਟ ਬਣਿਆ ਹੁੰਦਾ ਵਾਈਟ, ਉਸ ਕੱਪੜੇ ਦੇ ਉਹਨਾਂ ਦੇ ਕੁੜਤੇ ਹੈ। ਉਹ ਅੱਛਾ, ਹਾਂਜੀ, ਉਹ ਕਹਿੰਦੇ ਕਿ ਤਨ ਢਕਣਾ ਖਾਲੀ, ਮਹਿੰਗਾ ਕੱਪੜਾ ਪਾਉਣ ਦਾ, ਸਸਤਾ ਕੱਪੜਾ, ਉਹ ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਨਾਲ ਔਰ ਜੇ ਤੁਸੀਂ ਉਹਨਾਂ ਦੀ ਚੱਪਲਾਂ ਪਾਉਂਦੇ ਨੇ, ਔਰ ਜੇ ਤੁਸੀਂ ਉਹਨਾਂ ਦੀ ਚੱਪਲਾਂ ਦੇਖੋਗੇ, ਵਕੀਲ ਰਹੇ ਆ ਆਪਣੇ ਟਾਈਮ 'ਚ, ਇਨਕਮ ਟੈਕਸ ਟੌਪ ਤੇ ਵਕੀਲ, ਟੌਪ ਤੇ ਵਕੀਲ, ਕਿ ਉਹਨਾਂ ਕੋਲ ਲੋਕਾਂ ਨੂੰ ਅਪਾਇੰਟਮੈਂਟ ਦਾ ਟਾਈਮ ਨਹੀਂ ਸੀ ਮਿਲਦਾ। ਔਰ ਕੋਈ ਕੇਸ ਉਹਨਾਂ ਨੇ ਆਪਣੇ ਹੱਥ 'ਚ ਲਿਆ ਤੇ ਕਦੀ ਹਾਰੇ ਨਹੀਂ। ਵੱਡੇ ਵੱਡੇ ਜੱਜ ਵਕੀਲ ਸਭ, ਬਹੁਤ ਦੌਲਤ ਸ਼ੌਹਰਤ ਉਹਨਾਂ ਕੋਲ, ਹਲੇ ਵੀ ਦੌਲਤ ਹੈ, ਲੇਕਿਨ ਕਿੱਥੇ ਲਗਾਈ ਉਹਨਾਂ ਨੇ? ਸਭ ਕੁਝ ਛੋੜਿਆ, ਕਿਹਦੇ ਲਈ? ਲੋਕਾਂ ਦੇ ਭਲੇ ਲਈ, ਲੋਕਾਂ ਦੇ ਕਲਿਆਣ ਲਈ। ਗਿਆਨ, ਆਪਣੀ ਤਪੱਸਿਆ ਸਾਧਨਾ ਕੀਤੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਕਿਸ ਤਰ੍ਹਾਂ ਇਸ ਦੁਨੀਆ ਨੂੰ ਸੁਖਾਲਾ ਬਣਾ ਸਕਦਾ, ਕਿਸ ਤਰ੍ਹਾਂ ਇਸ ਦੁਨੀਆ ਨੂੰ ਅਸੀਂ ਬਦਲ ਸਕਦੇ ਹਾਂ, ਕਿਉਂ ਇਹ ਸਭ ਹੋ ਰਿਹਾ ਹੈ। ਤੇ ਉਹਨਾਂ ਦਾ ਮੇਨ ਗਿਆਨ ਕੀ ਹੈ, ਮੇਨ ਮਤਲਬ ਮਿਸ਼ਨ ਤੇ ਉਹਨਾਂ ਦਾ ਤੁਸੀਂ ਵਿਜ਼ਨ ਕੀ ਹੈਗਾ ਦੁਨੀਆ ਵਾਸਤੇ ਜਾਂ ਲੋਕਾਂ ਵਾਸਤੇ, ਜਾਂ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਵਾਸਤੇ ਕੀ ਮੈਸੇਜ ਕੀ ਹੈਗਾ ਉਹਨਾਂ ਦਾ? ਮੈਸੇਜ ਉਹਨਾਂ ਦੇ ਇਹੀ ਹੈ ਕਿ ਉਹ ਕਹਿੰਦੇ ਕਿ ਵੀ ਇਹ ਧਰਤੀ ਹੁਣ ਇਸ ਤਰ੍ਹਾਂ ਇੰਨੀ ਨੈਗੇਟਿਵਿਟੀ 'ਚ ਇਹ ਜ਼ਿਆਦਾ ਦੇਰ ਚੱਲ ਨਹੀਂ ਸਕਦੀ, ਜ਼ਿਆਦਾ ਦੇਰ ਕਿਆ, ਖਤਮ ਹੀ ਇਹਦਾ ਟਾਈਮ। ਤੇ ਸਾਨੂੰ ਸਾਰਿਆਂ ਨੂੰ ਇਸ ਨੈਗੇਟਿਵਿਟੀ ਨੂੰ ਹਟਾਉਣਾ। ਅਸੀਂ ਇਹ ਜਿਹੜਾ ਮਾਤ ਲੋਕ ਬਣਿਆ ਹੈ, ਇੰਨੀ ਬੁਰਾਈਆਂ ਹੋ ਗਈਆਂ, ਖਾਣ ਪੀਣ ਦਾ ਸਮਾਨ ਖਰਾਬ ਹੋ ਗਿਆ, ਕੋਈ ਸ਼ੁੱਧ ਵਿਚਾਰ ਨਹੀਂ ਹੈ, ਕੋਈ ਅੱਛੀਆਂ ਚੀਜ਼ਾਂ ਨਹੀਂ ਹੈ, ਖਾਣ ਪੀਣ ਦੀ ਵੀ ਇੰਨੀ ਹੈ ਪ੍ਰੋਬਲਮ ਹੈ, ਨੈਗੇਟਿਵ ਵਿਚਾਰ, ਨੈਗੇਟਿਵ ਸੋਚ, ਲੋਕਾਂ ਦੇ ਜੀਣੇ ਦਾ, ਰਹਿਣ ਦਾ ਢੰਗ ਗਲਤ ਹੈ ਸਾਰਾ। ਤੇ ਇਹ ਕਿਸ ਵਜ੍ਹਾ ਨਾਲ? ਸਾਰਾ ਵਾਯੂਮੰਡਲ ਖਰਾਬ ਹੋ ਗਿਆ। ਤੇ ਇਹ ਧਰਤੀ ਦਾ ਬਦਲਾਵ ਹੋਣਾ ਚਾਹੀਦਾ। ਔਰ ਅਸੀਂ ਸਾਰੇ ਮਿਲ ਕੇ ਜੋ ਵੀ ਉਹਨਾਂ ਨੂੰ ਮੰਨਦੇ ਆ ਜਾਂ ਨਾ ਵੀ ਮੰਨਦੇ ਹੋਣ, ਲੇਕਿਨ ਸਭ ਦੇ ਲਈ ਉਹਨਾਂ ਦਾ ਕਹਿਣਾ ਇਹ ਹੈ
ਕਿ ਅਸੀਂ ਸਾਰੇ ਮਿਲ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਾਈਏ ਤਾਂ ਕਿ ਚਾਰੋਂ ਪਾਸੇ ਪਰਮ ਸ਼ਾਂਤੀ ਹੋਵੇ। ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਦੇ ਨਾਲ ਸਭ ਤੋਂ ਪਹਿਲਾਂ ਤਾਂ ਸਾਡਾ ਆਪਣਾ ਬਦਲਾਵ ਹੁੰਦਾ, ਜਿੱਦਾਂ ਵਿਕਾਰ ਆ ਜਾਂ ਮੋਹ ਮਾਇਆ ਆ ਜਾਂ ਅੰਦਰ ਸਾਡੇ ਕ੍ਰੋਧ ਚੱਲਦਾ ਹੈ, ਜਿਹਦੇ ਨਾਲ ਸਾਡੀ ਆਪਣੇ ਹੈਲਥ ਇਸ਼ੂਜ਼ ਹੁੰਦੇ ਨੇ, ਘਰ ਦੇ ਸਰਕਮਸਟੈਂਸਸ ਖਰਾਬ ਹੁੰਦੇ ਆ, ਜਾਂ ਸਾਡੀ ਹੋਰ ਵੀ ਚੀਜ਼ਾਂ ਜਿਹੜੀ ਵਾਯੂਮੰਡਲ ਖਰਾਬ ਹੁੰਦੀ, ਜਿਹਦੇ ਨਾਲ ਇਹ ਬਹੁਤ ਡੀਪ ਗਿਆਨ ਹੈ। ਜਦੋਂ ਕੋਈ ਇਸ ਗਿਆਨ ਦੇ ਅੰਦਰ ਜਾਏਗਾ ਤਾਂ ਹੀ ਸ਼ਾਇਦ ਇਹਨਾਂ ਗੱਲਾਂ ਨੂੰ ਸਮਝ ਪਾਏਗਾ। ਲੇਕਿਨ ਮੇਨਲੀ ਇਹ ਹੈ ਕਿ ਦੁਨੀਆ 'ਚ ਸਾਰਿਆਂ 'ਚ ਸ਼ਾਂਤੀ ਹੋਏ, ਸਭ ਨੂੰ ਸ਼ਾਂਤੀ ਮਿਲੇ, ਜਿਸ ਨੂੰ ਕੋਈ ਵੀ ਤਕਲੀਫ ਕਿਸੇ ਨੂੰ ਨਾ ਹੋਏ, ਔਰ ਉਹਦੇ ਲਈ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਫੈਲਾਵੇ। ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਨਾਲ ਕਿਉਂ, ਇਹ ਹੁਣ ਦੇਖੋ ਥਰਡ ਵਰਲਡ ਵਾਰ ਹੋਣ ਦੇ ਆਸਾਰ ਨੇ ਦੁਨੀਆ 'ਚ, ਪ੍ਰੋਬਲਮਸ ਹੈ ਤਾਂ ਹੀ ਥਰਡ ਵਰਲਡ ਵਾਰ ਹੋਣ ਦੇ ਆਸਾਰ ਹੈ ਨਾ। ਕਦੀ ਕਿਤੇ ਬਾੜ ਆ ਗਈ, ਕਦੀ ਕਿਤੇ ਸੁੱਕਾ ਹੋ ਗਿਆ, ਕਦੀ ਕਿਤੇ ਬੱਚੇ ਭੁੱਖ ਨਾ ਮਾਰ ਰਿਹਾ, ਕਦੀ ਕਿਤੇ ਲੜਾਈਆਂ ਹੋ ਗਈ, ਇਹ ਸਭ ਕੀ ਹੈ, ਸ਼ਾਂਤੀ ਹੈ ਨਾ। ਤੇ ਅਸੀਂ ਦੁਨੀਆ 'ਚ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਫੈਲਾਈਏ, ਪਰਮ ਸ਼ਾਂਤੀ ਬੋਲੀਏ, ਇੱਕ ਦੂਸਰੇ ਨੂੰ ਕਹੀਏ, ਜਿਹਦੇ ਨਾਲ ਸ਼ਾਂਤੀ ਮਿਲਦੀ ਹੈ। ਸ਼ਾਂਤੀ ਮਿਲੇ, ਸਮੁੱਚੇ ਜਗਤ 'ਚ ਸ਼ਾਂਤੀ ਫੈਲੇ, ਤੇ ਸ਼ਾਂਤੀ ਨਾਲ ਇਹ ਬਦਲਾਵ ਹੋਵੇ ਵਾਯੂਮੰਡਲ ਦਾ, ਧਰਤੀ ਦਾ। ਇਹ ਧਰਤੀ ਜਿਸ ਤਰ੍ਹਾਂ ਹਾਲੇ ਵਿਨਾਸ਼ੀ ਹੈ, 5 ਤੱਤਾਂ ਦੀ ਹੈ, ਉਹਨਾਂ ਦੇ ਕਹਿਣਾ ਹੈ ਕਿ ਇਹਦੇ ਨਾਲ ਬਦਲਾਵ ਹੋਏਗਾ, ਔਰ ਉਹੀ ਬਦਲਾਵ ਕਰਨਗੇ, ਔਰ ਬਦਲਾਵ ਹੁਣ ਅਮਰਲੋਕ ਹੋਏਗਾ। ਅਮਰਲੋਕ ਮੀਨਸ ਕਿ ਫਿਰ ਨਾ ਕਦੀ ਮਰਨਾ ਤੇ ਨਾ ਕਦੀ ਜੰਮਣਾ, ਤੇ ਨਾ ਮਰਨ ਦਾ ਦੁੱਖ ਲੈਣਾ ਤੇ ਨਾ ਜੰਮਣ ਦਾ ਸੁੱਖ ਲੈਣਾ। ਅਸੀਂ ਦੁਨੀਆ ਨੇ, ਰਿਸ਼ੀ ਮੁਨੀਆਂ ਨੇ, ਸਾਰਿਆਂ ਨੇ ਅਮਰ ਹੋਣ ਦੀ ਹੀ ਕੋਸ਼ਿਸ਼ ਕੀਤੀ, ਇੱਥੇ ਤੱਕ ਕਿ ਰਾਖਸ਼ਾਂ ਨੇ, ਦੈਤਾਂ ਨੇ ਵੀ, ਤੇ ਅਮਰ ਨਹੀਂ ਹੋ ਸਕੇ। ਅਮਰ ਕਿਸ ਤਰ੍ਹਾਂ ਹੋਣਾ? ਅਮਰ ਦੇਹ ਦਾ ਹੋਣਾ ਅਮਰ ਨਹੀਂ, ਮਨ ਦੇ ਵਿਚਾਰਾਂ ਦਾ ਸ਼ੁੱਧ ਹੋਣਾ, ਮਨ ਦਾ ਸ਼ਾਂਤ ਹੋਣਾ, ਮਨ ਦਾ ਗਿਆਨੀ ਹੋਣਾ, ਆਤਮਾ ਨੂੰ ਜਾਣਨਾ, ਆਤਮੇ ਦਾ ਗਿਆਨੀ ਹੋਣਾ। ਆਤਮਾ ਦੇ ਗਿਆਨੀ ਹੋਣ ਨਾਲ ਮਰਨ ਦਾ ਕਿਸੇ ਨੂੰ ਦੁੱਖ ਨਹੀਂ ਰਹਿੰਦਾ। ਤੇ ਜਦੋਂ ਸਾਰਿਆਂ ਦੀ ਸੋਚ ਇਸ ਤਰ੍ਹਾਂ ਬਦਲੇ, ਸਾਰੇ ਹੀ ਅੱਛਾ ਸੋਚਣ, ਕੋਈ ਕਿਸੇ ਦੇ ਬਾਰੇ ਬੁਰਾ ਨਾ ਸੋਚੇ, ਕੋਈ ਕਿਸੇ ਦਾ ਨੁਕਸਾਨ ਨਾ ਸੋਚੇ, ਕਿਸੇ ਨੂੰ ਦੇਖ ਕੇ ਸੜੇ ਨਾ, ਤੇ ਇਸ ਧਰਤੀ ਦਾ ਬਦਲਾਵ ਹੋਏ, ਦੁੱਖਾਂ ਤੋਂ ਸਭ ਨੂੰ ਨਿਵ੍ਰਿਤੀ ਹੋ ਜਾਏ, ਹਾਂਜੀ ਹਾਂਜੀ, ਤੁਹਾਡਾ ਸਮੂਹ ਸੰਗਤ ਸੁਖੀ ਹੋ ਜਾਏ। ਹਾਂਜੀ, ਬਹੁਤ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ। ਤੇ ਤੁਹਾਡਾ ਖੁਦ ਦਾ ਕੀ ਮੈਸੇਜ ਹੈ ਜਿਹੜੇ ਵਿਊਅਰਸ ਦੇਖਣਗੇ ਇਸ ਵੀਡੀਓ ਨੂੰ, ਤੇ ਉਹਨਾਂ ਦੇ ਵਾਸਤੇ ਤੁਹਾਡਾ ਕੋਈ ਖਾਸ ਮੈਸੇਜ ਹੋਵੇ? ਮੇਰਾ ਮੈਸੇਜ ਵੀ ਇਹੀ ਹੈ ਕਿ ਸਮੁੱਚੇ ਜਗਤ 'ਚ ਸ਼ਾਂਤੀ, ਦੁੱਖ ਕਲੇਸ਼ ਕਿਸੇ ਨੂੰ ਨਾ ਹੋਏ, ਕਿਉਂਕਿ ਦੁੱਖ ਸਹਿਣਾ, ਜਿਹੜਾ ਦੁੱਖ ਸਹਿ ਰਿਹਾ ਨਾ ਉਹ ਜਾਣਦਾ ਹੈ। ਔਰ ਫਿਰ ਦੁੱਖ ਹੋਣਾ ਇਨਸਾਨ ਦਾ ਧਰਮ ਨਹੀਂ, ਪਰਮਾਤਮਾ ਨੇ ਇਨਸਾਨ ਨੂੰ ਦੁਖੀ ਹੋਣ ਲਈ ਨਹੀਂ ਬਣਾਇਆ। ਪਰਮਾਤਮਾ ਨੇ ਕਦੀ ਵੀ ਉਹਨੂੰ ਦੁੱਖ, ਪਰਮਾਤਮਾ ਦੀ ਅਸੀਂ ਔਲਾਦ ਹਾਂ, ਕਦੀ ਕੋਈ ਮਾਪਿਓ ਚਾਹੁੰਦਾ ਕਿ ਮੇਰਾ ਬੱਚਾ ਦੁਖੀ ਹੋਏ? ਕੋਈ ਨਹੀਂ ਚਾਹੁੰਦਾ ਨਾ। ਪਰਮਾਤਮਾ ਕਦੀ ਕਿਸੇ ਨੂੰ ਤੰਗ ਕਰਦਾ, ਪਰਮਾਤਮਾ ਸੁਖ ਚਾਹੁੰਦਾ ਹੈ, ਸੁਖ ਦਿਨ। ਤੇ ਉਹਦੇ ਲਈ ਮੇਰਾ ਵੀ ਇਹੀ ਕਹਿਣਾ ਹੈ ਕਿ ਬਦਲਾਵ ਹੋਣਾ ਚਾਹੀਦਾ, ਔਰ ਬਦਲਾਵ ਸਿਰਫ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ, ਯਾਨੀ ਮਨ ਨਾਲ, ਪ੍ਰੀਤ ਨਾਲ, ਆਤਮਾ ਦੀ ਸ਼ਕਤੀ ਨਾਲ, ਮਨੋ ਉਹਨੂੰ ਅਸੀਂ ਉਹਨੂੰ ਬੋਲੀਏ, ਅਸੀਂ ਆਪਣੀ ਆਤਮਾ ਨੂੰ ਜਾਣੀਏ ਕਿ ਮੇਰੀ ਆਤਮਾ ਕੀ ਚਾਹੁੰਦੀ ਹੈ। ਮੇਰੀ ਆਤਮਾ ਸ਼ਾਂਤ ਸਰੂਪ ਹੈ, ਹਰ ਆਤਮਾ ਸ਼ਾਂਤ। ਕਿ ਕੋਈ ਮਨੁੱਖ ਚਾਹੁੰਦਾ ਹੈ ਕਿ ਮੈਂ 24 ਘੰਟੇ ਦੁੱਖ 'ਚ ਰਵਾਂ, ਕਲੇਸ਼ 'ਚ ਰਵਾਂ। ਹੁਣ ਕੋਈ ਕਿਸੇ ਨੂੰ, ਤੁਸੀਂ ਕਿਸੇ ਨੂੰ ਘਰ 'ਚ ਕੋਈ ਪ੍ਰੋਬਲਮ ਹੋ ਜਾਂਦੀ ਹੈ, ਉਹਨੂੰ ਹੁੰਦਾ ਯਾਰ ਫਟਾਫਟ ਇਹ ਪ੍ਰੋਬਲਮ ਖਤਮ ਹੋਵੇ, ਦੁੱਖ ਦਾ ਟਾਈਮ ਨਿਕਲੇ ਤਾਂ ਮੈਨੂੰ ਸ਼ਾਂਤੀ ਮਿਲੇ। ਤਾਂ ਸ਼ਾਂਤੀ ਬੇਸਿਕ ਹੈ ਨਾ, ਹਰ ਕੋਈ ਸ਼ਾਂਤੀ ਲੱਭ ਰਿਹਾ ਨਾ, ਹਰ ਕੋਈ ਸ਼ਾਂਤੀ ਲੱਭ ਰਿਹਾ। ਤਾਂ ਸ਼ਾਂਤੀ ਕਿਸ 'ਚ? ਜਾਨਣਾ ਚਾਹੁੰਦਾ ਹੈ ਤਾਂ ਫਿਰ ਕਿੱਥੋਂ, ਮਤਲਬ ਇਨਫੋਰਮੇਸ਼ਨ ਕਿੱਥੋਂ ਲਵੇ ਇਸ ਗਿਆਨ ਦੇ ਬਾਰੇ, ਜਾਂ ਪਰਮ ਸ਼ਾਂਤੀ ਕਿੱਦਾਂ, ਪਰਮ ਸ਼ਾਂਤੀ ਮੰਤਰ ਹੈਗਾ ਹੈ ਤੇ ਕਿੱਥੇ ਕੰਟੈਕਟ ਕਰ ਸਕਦੇ ਨੇ? ਹਾਂਜੀ, ਨਹੀਂ, ਪਰਮ ਸ਼ਾਂਤੀ ਹੈ ਬੇਹਦ ਦੇ ਗਿਆਨ ਦੇ ਬਾਰੇ ਜੇ ਕੋਈ ਜਾਣਨਾ ਚਾਹੁੰਦਾ ਹੈ ਤੇ YouTube 'ਚ ਚੈਨਲ ਹੈਗਾ, ਬਾਪੂ ਜੀ ਦਸ਼ਰਥ ਭਾਈ ਪਟੇਲ YouTube ਚੈਨਲ ਹੈ ਉਹਨਾਂ ਦਾ। ਉਸ 'ਚ 6 ਮਿਲੀਅਨ ਤੋਂ ਵੀ ਉੱਪਰ ਸਬਸਕ੍ਰਾਈਬਰ ਨੇ, ਸਾਰੇ ਆਤਮਾਵਾਂ ਆਉਂਦੀਆਂ, ਗਿਆਨ ਲੈਂਦੀਆਂ। ਸਵੇਰੇ 5:30 ਤੋਂ 6:30 ਵਜੇ ਤੱਕ ਸਾਕਸ਼ੀ ਭੈਣ ਨੇ, ਉਹ ਗਿਆਨ ਤੇ ਯੋਗ ਕਰਾਉਂਦੇ ਆ, ਜਿਹੜੇ ਯੋਗ 'ਚ ਆ ਜਾਂ ਗਿਆਨ 'ਚ ਆਉਣਾ ਚਾਹੁੰਦਾ ਹੈ, ਉੱਥੋਂ ਬੇਹਦ ਦੇ ਗਿਆਨ ਦਾ। ਔਰ ਰਾਤ ਨੂੰ ਅਨੰਤ ਭਾਈ ਨੇ, ਉਹਨਾਂ ਦੇ ਸਪੁੱਤਰ ਨੇ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਦੇ, ਤੇ ਉਹ ਵੀ ਰਾਤ ਨੂੰ 10 ਤੋਂ 11 ਲਾਈਵ ਸੈਸ਼ਨ ਲੈਂਦੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਚੈਨਲ ਵਿੱਚ ਜਿਹੜੇ ਵੀ ਇਹ ਗਿਆਨ ਦੀਆਂ ਚਰਚਾਵਾਂ, ਜੇ ਤੁਸੀਂ ਜਿਸ ਵੀ ਟੌਪਿਕ ਦੇ ਬਾਰੇ ਜਾਣਨਾ ਚਾਹੁੰਦੇ ਹੋ, ਤੁਸੀਂ ਸਿਰਫ YouTube 'ਚ ਖਾਲੀ ਇਸ ਟੌਪਿਕ ਦਾ ਨਾਮ ਲਿਖ ਕੇ ਬਾਏ ਬਾਪੂ ਜੀ ਦਸ਼ਰਥ ਭਾਈ ਪਟੇਲ ਜੀ ਜੇ ਤੁਸੀਂ ਲਿਖਦੇ ਆ ਔਰ ਸਰਚ ਕਰਦੇ ਆ ਤੇ ਤੁਹਾਡੇ ਕੋਲ ਉਹ ਟੌਪਿਕ ਆ ਜਾਂਦਾ ਹੈ।
ਉਹਨੂੰ ਤੁਸੀਂ ਜਾਣ ਸਕਦੇ। ਜਿਸ ਤਰ੍ਹਾਂ ਕਿ ਤੁਹਾਡੇ ਮਰਨ ਤੋਂ ਬਾਅਦ ਦੇ ਜ਼ਿਆਦਾਤਰ ਲੋਕਾਂ ਦੇ ਕੁਐਸਚਨ ਹੁੰਦੇ ਕਿ ਲਾਈਫ ਆਫਟਰ ਡੈਥ ਕੀ ਆ, ਜਾਂ ਮਰਨ ਵਾਲਾ ਕਿੱਥੇ ਗਿਆ, ਜਾਂ ਸਾਨੂੰ ਕਿੱਦਾਂ ਪਤਾ ਲੱਗੇਗਾ। ਇਹ ਸਾਰੇ ਕੁਐਸਚਨ, ਸੂਖਮ ਤੋਂ ਸੂਖਮ ਕੁਐਸਚਨ, ਗਿਆਨ ਦੇ ਕੁਐਸਚਨ, ਅਧਿਆਤਮਨ ਦੇ ਕੁਐਸਚਨ, ਪਰਮਾਤਮਾ ਦੀ ਖੋਜ ਦੇ ਬਾਰੇ ਕੁਐਸਚਨ, ਪਰਮਾਤਮਾ ਨਾਲ ਤੁਸੀਂ ਕਿਸ ਤਰ੍ਹਾਂ ਮਿਲੋ, ਕਿਸ ਤਰ੍ਹਾਂ ਸੁਖੀ ਰਹੋ, ਸਭ ਤਰ੍ਹਾਂ ਦੇ ਕੁਐਸਚਨ ਤੁਸੀਂ ਕੁਝ ਵੀ ਉਸ 'ਚ ਲਿਖ ਕੇ ਪਾਉਂਦੇ ਆ ਤੇ ਉਹਨਾਂ ਦੇ ਚੈਨਲ 'ਚ ਆਉਂਦਾ। ਤੇ ਉਹਨਾਂ ਨਾਲ ਕੰਟੈਕਟ ਕਰਨ ਦਾ ਈਮੇਲ ਦਾ ਤਰੀਕਾ ਵੀ ਹੈ, ਲਾਈਵ 'ਚ ਵੀ, ਜਿਸ ਤਰ੍ਹਾਂ ਤੁਸੀਂ ਹੁਣ ਸੈਸ਼ਨ, ਜਿਸ ਤਰ੍ਹਾਂ ਤੁਹਾਨੂੰ ਟਾਈਮ ਦੱਸੇ ਨੇ, ਇਹ ਲਾਈਵ ਸੈਸ਼ਨ ਵੀ ਹੈ। ਤੇ ਉਹਨਾਂ ਦਾ 5 ਚੈਨਲ ਨੇ, 3 ਚੈਨਲ, ਸੌਰੀ 4 ਚੈਨਲ ਨੇ। ਇੱਕ ਤਾਂ ਜਿਹੜਾ ਮੇਨ ਚੈਨਲ ਹੈਗਾ ਬਾਪੂ ਜੀ ਦਸ਼ਰਥ ਭਾਈ ਪਟੇਲ YouTube ਚੈਨਲ ਹੈ, ਔਰ ਦੂਸਰਾ ਹੈ ਕਿ ਪਰਮ ਸ਼ਾਂਤੀ ਮੋਟੀਵੇਸ਼ਨ ਐਂਡ ਮੈਡੀਟੇਸ਼ਨ ਚੈਨਲ, ਜਿਸ 'ਚ ਯੋਗ ਔਰ ਗਿਆਨ ਉਹਨਾਂ ਦੀ ਜਿਹੜੀ ਹੈਗੀ ਆ ਨੂਰਾਨੀ ਅਸੀਂ ਕਹੀਏ ਉਹਨਾਂ ਨੂੰ, ਤੇ ਉਹ ਸਾਕਸ਼ੀ ਭੈਣ ਜੀ ਉਹ ਕਰਵਾਉਂਦੇ ਨੇ ਸਵੇਰੇ 1 ਘੰਟੇ ਦਾ। ਔਰ ਰਾਤ ਦਾ ਜਿਹੜਾ ਉਹਨਾਂ ਦੇ ਸੁਪੁੱਤਰ ਨੇ 10 ਤੋਂ 11 ਜਿਹੜਾ ਅਨੰਤ ਭਾਈ ਜੀ, ਉਹਨਾਂ ਦਾ ਵੀ ਚੈਨਲ ਹੈਗਾ ਸਪਿਰਿਚੁਅਲ ਪੋਡਕਾਸਟ ਵਿਦ ਅਨੰਤ ਭਾਈ, ਐਂਡ ਉਹਨਾਂ ਦੇ ਚੈਨਲ 'ਚ ਵੀ ਤੁਸੀਂ ਜਾਣਗੇ। ਇਸ ਤੋਂ ਇਲਾਵਾ ਇੱਕ ਬ੍ਰਹਮਾ ਮਾਂ ਨੇ ਸਾਡੇ ਮਾਤਾ ਜੀ ਨੇ, ਜਿਹੜੇ ਉਹ ਵੀ, ਉਹਨਾਂ ਦਾ ਵੀ ਇੱਕ ਚੈਨਲ ਹੈਗਾ। ਉਹ ਵੀ ਸਾਨੂੰ ਚੈਨਲ ਦੇ ਰਾਹੀਂ ਕਿਸ ਤਰ੍ਹਾਂ ਬੇਹਦ ਦੇ ਗਿਆਨ 'ਚ ਚੱਲਣਾ ਹੈ, ਨਾ ਵੀ ਬੇਹਦ ਦਾ ਗਿਆਨ, ਸਾਡਾ ਜੀਵਨ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੋਏ, ਸਾਨੂੰ ਕਿਸ ਤਰ੍ਹਾਂ ਥਾਟਸ ਸਾਡੇ ਕੀ ਹੋਣੇ ਚਾਹੀਦੇ, ਸਾਡਾ ਪ੍ਰੋਸੈਸ ਕੀ ਹੋਣਾ ਚਾਹੀਦਾ, ਸਾਡਾ ਉੱਚੀ ਅਤੇ ਸੁੱਚੀ ਸੋਚ ਮਤ ਕਿਸ ਤਰ੍ਹਾਂ ਹੋਵੇ, ਅਸੀਂ ਕਿਸ ਤਰ੍ਹਾਂ ਉਹਨੂੰ ਧਾਰਨ ਕਰੀਏ, ਉਹਨਾਂ ਦੇ ਚੈਨਲ 'ਚ ਉਹ ਮਾਂ ਦੱਸਦੇ ਨੇ। ਉਹਨਾਂ ਦੇ ਚੈਨਲ ਦਾ ਨਾਮ ਹੈ ਮਾਂ ਕੀ ਦਿਵਯ ਬਾਣੀ। ਉਸ ਚੈਨਲ 'ਚ ਵੀ ਤੁਸੀਂ, ਇਹਨਾਂ ਚੈਨਲ ਵਿੱਚੋਂ ਕਿਸੇ 'ਚ ਵੀ ਜਾ ਸਕਦੇ ਆ, ਲਾਈਵ 'ਚ ਵੀ ਆ ਸਕਦੇ ਆ। ਇੱਕ ਤੁਹਾਡਾ ਵੀ ਚੈਨਲ ਹੈਗਾ ਪੰਜਾਬੀ ਚੈਨਲ, ਰਾਈਟ? ਉਹਦਾ ਕੀ ਨਾਮ ਹੈਗਾ? ਵੈਸੇ ਹਾਂਜੀ ਸਾਰੇ ਲਿੰਕ ਮੈਂ ਪਾ ਦਿਆਂਗੀ ਡਿਸਕ੍ਰਿਪਸ਼ਨ ਬਾਕਸ 'ਚ, ਪਰ ਜ਼ਰੂਰ। ਤੁਸੀਂ ਦੱਸੋ। ਹਾਂਜੀ, ਸ਼ੁਕਰਗੁਜ਼ਾਰ ਜੀ ਤੁਹਾਡੇ। ਉਹ ਪੰਜਾਬੀ ਚੈਨਲ, ਜਿਨ੍ਹਾਂ ਨੂੰ ਪੰਜਾਬੀ 'ਚ ਵਿੱਚ ਬਾਪੂ ਜੀ ਦੀ ਵੀਡੀਓਜ਼ ਦੀ ਗਿਆਨ ਨੂੰ ਸਮਝ ਨਾ ਹੋਏ, ਤਾਂ ਪੰਜਾਬੀ ਚੈਨਲ ਹੈਗਾ ਜੀ ਪੰਜਾਬੀ ਵਿੱਚ ਅਨੰਤ ਗਿਆਨ, ਅੱਛਾ। ਤੇ ਉਹ ਵੀ ਬਾਪੂ ਜੀ ਦਾ ਪੰਜਾਬੀ ਦਾ ਚੈਨਲ ਹੈ। ਇਸ ਤੋਂ ਇਲਾਵਾ ਹੋਰ ਵੀ ਭਾਸ਼ਾਵਾਂ ਦੇ ਚੈਨਲ ਨੇ, ਜਿਹਨੂੰ ਜਿਹੜੀ ਲੈਂਗੁਏਜ ਸਮਝ ਆਉਂਦੀ ਹੈ ਉਹੀ ਉਸ ਬਾਈ ਬਾਪੂ ਜੀ ਦਸ਼ਰਥ ਭਾਈ ਪਟੇਲ ਕਰਕੇ ਪਾਏਗਾ ਤਾਂ ਸਾਰਾ ਕੁਝ ਆ ਜਾਏਗਾ। ਔਰ ਇਸ ਤੋਂ ਇਲਾਵਾ ਕੁਝ ਜੇ ਤੁਸੀਂ ਪਰਸਨਲ ਕੁਐਸਚਨ ਆਪ ਤੁਹਾਡੇ ਕਿਸੇ ਦੇ ਅਧਿਆਤਮ ਦੇ ਹੈ, ਗਿਆਨ ਦੇ ਸੰਬੰਧੀ ਕੁਐਸਚਨ ਹੈ, ਤੇ ਤੁਸੀਂ ਅਨੰਤ ਭਾਈ ਜੀ ਨੂੰ ਜਾਂ ਉਥੋਂ ਐਡਮਿਨ ਨੂੰ, ਉਹਨਾਂ ਨੂੰ ਈਮੇਲ ਵੀ ਕਰ ਸਕਦੇ, ਈਮੇਲ 'ਚ ਕੁਐਸਚਨ ਕਰ ਸਕਦੇ। ਈਮੇਲ ਦੇ ਰਾਹੀਂ ਤੁਹਾਨੂੰ ਆਨਸਰ ਵੀ ਮਿਲ ਸਕਦਾ ਹੈ, ਔਰ ਤੁਹਾਨੂੰ ਅੱਗੋਂ ਮਾਰਗਦਰਸ਼ਨ ਵੀ ਮਿਲਦਾ ਵੀ ਕੀ ਤੁਸੀਂ ਕਰਨਾ ਹੈ। ਤੇ ਉਹ ਈਮੇਲ ਜਿਸ ਤਰ੍ਹਾਂ ਹੈਗਾ ਕਿ anant@paramshanti.org, ਔਰ ਵੈਬਸਾਈਟ ਵੀ ਹੈਗੀ ਹੈ ਇਸ ਤਰ੍ਹਾਂ ਕਿ paramshanti.org, ਉੱਥੇ ਤੁਹਾਨੂੰ ਸਾਰਾ ਗਿਆਨ ਮਿਲਦਾ ਹੈ। ਤੁਸੀਂ ਪਲੀਜ਼ ਆਓ, ਸਾਰੇ ਦੇਖੋ, ਸਮਝੋ ਇਹਨਾਂ ਚੀਜ਼ਾਂ ਨੂੰ, ਗੱਲਾਂ ਨੂੰ, ਤੇ ਆਪਣੀ ਆਤਮਾ ਦਾ ਉਧਾਰ ਕਰੋ, ਆਪਣੇ ਘਰ 'ਚ ਜੀਆਂ ਦਾ ਉਧਾਰ ਕਰੋ। ਸੁਖੀ ਹੋਣ ਦਾ ਰਸਤਾ ਪਤਾ ਲੱਗਦਾ ਹੈ। ਦੁੱਖ ਹਰ ਇਨਸਾਨ ਜ਼ਿਆਦਾ ਦੇਰ ਨਹੀਂ ਝੇਲ ਸਕਦਾ, ਕਿਉਂਕਿ ਆਤਮਾ ਦੀ ਸਮੂਲ ਸੁਭਾਅ ਜਿਹੜਾ ਸ਼ਾਂਤੀ ਦਾ ਹੈ। ਤੇ ਅਸੀਂ ਸਮਝੀਏ ਇਹਨਾਂ ਚੀਜ਼ਾਂ ਨੂੰ, ਆਪਣੀ ਅਧਿਆਤਮ ਦੀ ਤਰੱਕੀ ਕਰੀਏ, ਪਰਮਾਤਮਾ ਵੱਲ ਅੱਗੇ ਵਧੀਏ, ਤੇ ਇਹਨਾਂ ਸਭ ਚੀਜ਼ਾਂ ਦਾ ਗਿਆਨ ਬਾਪੂ ਜੀ ਦਿੰਦੇ। ਬਹੁਤ ਤੁਹਾਡਾ ਟਾਈਮ ਬਹੁਤ ਜ਼ਿਆਦਾ ਲੈ ਲਿਆ ਨਹੀਂ ਤੇ ਨਹੀਂ, ਅਸੀਂ ਹਾਂਜੀ। ਇਹ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ ਕਿ ਤੁਸੀਂ ਇੰਨਾ ਟਾਈਮ ਦਿੱਤਾ ਔਰ ਮੇਰੀਆਂ ਗੱਲਾਂ ਨੂੰ ਸੁਣਨ ਲਈ ਔਰ ਲੋਕਾਂ ਤੱਕ ਪਹੁੰਚਾਉਣ ਲਈ। ਮੇਰਾ ਇਹੀ ਖਾਸ ਸਭੀ ਨੂੰ ਮੈਸੇਜ ਹੈ ਕਿ ਸਾਰੇ ਪਰਮ ਸ਼ਾਂਤੀ 'ਚ ਆਉਣ, ਪਰਮ ਸ਼ਾਂਤੀ ਵਾਈਬ੍ਰੇਸ਼ਨ, ਸਭ ਸੁਖਾਲੇ ਹੋ ਜਾਣ, ਸਰਬੱਤ ਦਾ ਭਲਾ ਹੋ ਜਾਏ, ਸਭ ਸੁਖੀ ਵਸਣ, ਸਭ ਖੁਸ਼ ਵਸਣ, ਸਭ ਦੀ ਆਤਮਾ ਦੀ ਜਾਗਰਤੀ ਹੋਏ, ਜਿਹੜੀ ਕਿ ਸਭ ਤੋਂ ਜ਼ਰੂਰੀ ਗੱਲ ਹੈ। ਸਰੀਰਾਂ ਦਾ ਕੀ ਹੈ, ਇਹ ਤਾਂ ਆਉਂਦੇ ਜਾਂਦੇ ਰਹਿੰਦੇ। ਆਤਮਾ ਜਾਗृत ਹੋਏ, ਸੱਚਾ ਗਿਆਨ ਮਿਲੇ, ਸੱਚੇ ਪਰਮਾਤਮਾ ਨਾਲ ਸਭ ਦਾ ਮੇਲ ਹੋਏ, ਸਰਬੱਤ ਦਾ ਭਲਾ ਹੋਏ, ਪਰਮ ਸ਼ਾਂਤੀ। ਚਲੋ, ਥੈਂਕ ਯੂ ਸੋ ਮਚ। ਤੁਸੀਂ ਬਹੁਤ ਅੱਛਾ ਗਿਆਨ ਦਿੱਤਾ, ਮਤਲਬ ਇੰਨੀ ਅੱਛੀ ਤਰ੍ਹਾਂ ਸਮਝਾਇਆ ਹੈ ਸਭ ਕੁਝ ਕਿ ਮੇਰਾ ਮਨ ਕਰਦਾ ਹੈ ਕਿ ਹੋਰ ਗੱਲਬਾਤ ਕਰਾਂ, ਪਰ ਨੈਕਸਟ ਟਾਈਮ ਇੱਕ ਵਾਰ ਫੇਰ ਜ਼ਰੂਰ ਗੱਲਬਾਤ ਕਰਾਂਗੇ। ਜ਼ਰੂਰ ਜੀ, ਜਦੋਂ ਤੁਸੀਂ ਯਾਦ ਕਰੋਗੇ, ਜਦੋਂ ਹੁਕਮ ਕਰੋਗੇ, ਤਾਬਿਆਦਾਰਾਂ ਜੀ ਹਾਜ਼ਰ ਹੋ ਜਾਣਗੇ। ਬਿਲਕੁਲ ਜੀ। ਔਰ ਤੁਹਾਡਾ ਸਭ ਤੋਂ ਜ਼ਿਆਦਾ ਪਹਿਲਾਂ ਧੰਨਵਾਦ, ਤੁਸੀਂ ਮੌਕਾ ਦਿੱਤਾ ਸੰਗਤਾਂ ਤੱਕ ਮੇਰੀ ਆਵਾਜ਼ ਪਹੁੰਚਾਉਣ ਦੀ, ਇੱਕ ਉਪਰਾਲਾ, ਔਰ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਆ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਪ੍ਰਸ਼ੰਸਾ ਦੀ ਗੱਲ ਹੈ। ਤੁਹਾਡੀ ਜਿੰਨੀ ਤਾਰੀਫ ਕੀਤੀ ਜਾਏ ਕੰਮ ਹੈ, ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੁੰਦਾ ਕਿਸੇ ਚੀਜ਼ ਨੂੰ, ਖਾਸ ਕਰਕੇ ਅਧਿਆਤਮ ਦੀ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਕਿਉਂਕਿ ਅੱਜ ਕੱਲ ਲੋਕੀ ਅਧਿਆਤਮ ਤੇ ਜਾਣਾ ਨਹੀਂ ਚਾਹੁੰਦੇ। ਔਰ ਇਹ ਬਹੁਤ ਵੱਡੀ ਹਿੰਮਤ, ਹੌਸਲੇ ਦੀ ਗੱਲ ਹੈ ਕਿ ਤੁਸੀਂ ਚੈਨਲ
'ਚ ਇਨਵਾਈਟ ਕਰ ਰਹੇ ਹਾਂ, ਚੈਨਲ 'ਚ ਮਿਹਨਤ ਕਰ ਰਹੇ ਹਾਂ, ਇਹੋ ਜਿਹੀ ਵੀਡੀਓਜ਼ ਬਣਾ ਰਹੇ, ਤੁਸੀਂ ਖੁਦ ਬਹੁਤ ਉੱਚੀ ਸੁੱਚੀ ਆਤਮਾ, ਨਹੀਂ ਤੇ ਇਹ ਹਰ ਕਿਸੇ ਦੇ ਵਾਸ ਦੀ ਗੱਲ ਨਹੀਂ ਹੈ। ਸੋ ਜਿੰਨੀ ਤੁਹਾਡੀ ਤਾਰੀਫ ਕੀਤੀ ਜਾਏ ਘੱਟ ਹੈ। ਮੈਂ ਖੁਦ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਸ਼ੁਕਰਗੁਜ਼ਾਰ। ਵਾਲੇ ਨੇ ਕਰਨਾ ਹੈ। ਨਹੀਂ ਅਸੀਂ ਤਾਂ ਸੱਚੀ, ਨਿਮਿਤ ਹੈ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸ਼ਰਨ ਭੈਣ ਜੀ, ਬਹੁਤ ਬਹੁਤ ਸ਼ੁਕਰਾਨਾ। ਬਿਲਕੁਲ ਜੀ, ਤੁਹਾਡਾ ਵੀ ਬਹੁਤ ਸ਼ੁਕਰਾਨਾ। ਇਸ ਤਰ੍ਹਾਂ ਹੀ ਤੁਸੀਂ ਵੀ ਪਰਮ ਸ਼ਾਂਤੀ 'ਚ ਰਹੋ, ਆਤਮਾ ਦੀ ਜਾਗ੍ਰਿਤੀ 'ਚ ਰਹੋ, ਇਸ ਤਰ੍ਹਾਂ ਹੀ ਵਧੀਆ ਸੁੱਚੇ ਉੱਚੇ ਵੀਡੀਓਜ਼ ਬਣਾਉਂਦੇ ਰਹੋ, ਲੋਕਾਂ ਨੂੰ ਤੁਹਾਡੇ ਤੋਂ ਜਾਗ੍ਰਿਤੀ ਹੋਏ, ਸੇਵਾ ਹੋਈ, ਭਲਾ ਹੋਏ, ਸਾਰਿਆਂ ਦਾ। ਸਾਡਾ ਤਾਂ ਇਹੀ ਮਕਸਦ ਹੈ ਜੀ, ਤੁਹਾਡਾ ਵੀ ਔਰ ਸਾਡਾ ਵੀ ਇਹੀ ਮਕਸਦ ਹੈ ਜੀ। ਇਸੇ ਮਕਸਦ ਦੇ ਨਾਲ ਅਸੀਂ ਮਿਲੇ ਹਾਂ, ਗੱਲ ਕਰ ਰਹੇ ਹਾਂ, ਚਾਹੁੰਦੇ ਹਾਂ ਸਭ ਮਿਲਣ, ਸਭ ਦਾ ਉद्धार ਹੋ ਜਾਏ, ਕੋਈ ਵੀ ਦੁਖੀ ਨਾ ਹੋਏ, ਸਭ ਸੁਖੀ ਹੋਣ, ਪਰਮ ਸ਼ਾਂਤੀ 'ਚ ਹੋਣ ਸਾਰੇ।